ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਜਿੱਦਾਂ ਵੀ ਸਾਡੀ ਕਿਸਮਤ ਮਾੜੀ ਆ, ਅਸੀਂ ਇੱਕ ਜਾ ਰਹੇ ਆ ਨਾ ਤੇ ਸਾਨੂੰ ਐ ਦੇਖਿਆ ਜਾਂਦਾ ਵੀ ਜਿਵੇਂ ਬੈਗ 'ਚ ਬੰਬ ਪਾਇਆ ਤੇ ਅਸੀਂ ਆਤੰਕਵਾਦੀਆਂ। ਜਿਹੜੇ ਅੱਜ ਦੇ ਟਾਈਮ 'ਚ ਵੋਟੀਆਂ ਦੇ ਸਿਰ ਤੇ ਆ ਕੇ ਪੱਕੇ ਹੋਏ ਨੇ, ਜਿਨ੍ਹਾਂ ਤੋਂ 5 ਬੈਂਡ ਵੀ ਨਹੀਂ ਲਏ ਗਏ, ਰਿਫਿਊਜੀ ਕੇਸ ਪਾ ਕੇ ਝੂਠ ਬੋਲ ਕੇ ਇੱਥੇ ਪੀਆਰ ਹੋਏ ਆ, ਉਹ ਸਾਨੂੰ ਮਾੜਾ ਕਹਿ ਰਹੇ ਆ। ਅਸੀਂ ਅਚੀਵ ਕੀਤੇ, ਬੈਂਡ ਲਏ, ਫੇਰ ਇੱਥੇ ਐ 20-25 ਲੱਖ ਲਾਇਆ। ਕੈਸ਼ ਅਸੀਂ ਕਰਦੇ ਆ ਤਾਂ ਕਰਦੇ ਆ ਜੇ ਸਾਨੂੰ ਕੰਮ ਦੇ ਰਿਹਾ ਕੋਈ। ਸੌਂਦੇ ਕਿਹੜੇ ਵੇਲੇ ਸੀ? ਬੱਸਾਂ 'ਚ ਇਹ ਸਟਰਗਲ ਹੈ ਸਾਡੀ। ਤੇ ਜੇ ਅਸੀਂ ਆ ਗਏ ਆ ਤੇ ਤੁਸੀਂ ਸਾਨੂੰ ਥੋੜਾ ਨਹੀਂ ਸਾਹਮਣਾ, ਤੁਸੀਂ ਇੰਡੀਆ ਤੋਂ ਦੱਸੋ, ਅਸੀਂ ਆਪਣਾ ਕੋਈ ਹੋਰ ਪ੍ਰਬੰਧ ਕਰਕੇ ਆਈਏ। ਇੰਟਰਨੈਸ਼ਨਲ ਸਟੂਡੈਂਟ ਇਜ਼ ਲਾਈਕ ਸਾਨੂੰ ਸਿਰਫ 20 ਆਵਰਸ ਅਲਾਉਡ ਹੁੰਦੇ ਆ, ਸਾਨੂੰ ਘਰ ਨਹੀਂ ਲੱਭਦੇ, ਸਾਨੂੰ ਬੇਸਮੈਂਟਾਂ ਨਹੀਂ ਲੱਭਦੀਆਂ, ਅਸੀਂ ਮਾਰ ਕੇ ਕੰਮ ਕਰਦੇ ਆ। ਕਾਲਜ ਅਸੀਂ ਲਾਉਣੇ, ਰਾਤ ਸ਼ਿਫਟਾਂ ਅਸੀਂ ਲਾਉਣੇ, ਬੱਸਾਂ ਦੇ ਸਟੈਂਡਾਂ ਤੇ ਅਸੀਂ ਖਲੋਤੇ ਹੁੰਦੇ ਆ। ਪੰਜਾਬ ਦੇ ਵਿੱਚ ਅਸੀਂ ਇੱਕ ਢਾਬੇ ਦੇ ਕੰਮ ਕਰਦੇ ਆ ਨਾ, ਉਹਦੇ ਤੋਂ ਵੀ ਗੰਦਾ ਰੂਪ ਸਾਡੇ ਤੇ ਮਾਰਿਆ ਜਾਂਦਾ ਸੀ। ਕਿਉਂ? ਅਸੀਂ ਇਲੀਗਲ ਆ ਜਾਂ ਉਹ ਇਲੀਗਲ ਨੇ? ਕੁੜੀਆਂ ਦੇ ਪਿੱਛੇ ਗੱਡੀਆਂ ਲੈ ਕੇ ਜਾ ਰਹੇ ਸੀ, ਠੀਕ ਹੈ, ਉਹਨਾਂ ਦੇ ਮੱਥੇ ਤੇ ਲਿਖਿਆ ਸੀ ਵੀ ਸਟੂਡੈਂਟ। ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਦੋਸਤੋ। ਹਮਦਰਦ ਟੀਵੀ ਦੇ ਪ੍ਰੋਗਰਾਮ ਲਾਈਫ ਇਨ ਕੈਨੇਡਾ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਇੰਟਰਨੈਸ਼ਨਲ ਸਟੂਡੈਂਟਸ ਦੋਸਤੋ ਸਾਰੇ ਪਾਸੇ ਜਾਂਦੇ ਨੇ, ਨਿਊਜ਼ੀਲੈਂਡ ਜਾਂਦੇ ਆ, ਆਸਟ੍ਰੇਲੀਆ ਜਾਂਦੇ ਆ, ਕੈਨੇਡਾ ਆਉਂਦੇ ਆ, ਅਮਰੀਕਾ ਜਾਂਦੇ ਆ, ਦੁਨੀਆ ਦੇ ਕੋਨੇ-ਕੋਨੇ ਵਿੱਚ ਜਾਂਦੇ ਨੇ। ਪਰ ਇਸ ਵਕਤ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਅੱਤ ਦੀ ਜੋ ਨੇਰੀ ਇਸ ਵਕਤ ਇੱਥੇ ਛਾਈ ਹੋਈ ਆ, ਉਹ ਬਾਕੀ ਮੁਲਕਾਂ ਵਿੱਚ ਨਹੀਂ ਹੈਗੀ। ਸੋ ਕੀ ਰਿਐਲਿਟੀ ਹੈਗੀ ਆ? ਹਰ ਰੇਡੀਓ ਦੇ ਉੱਤੇ, ਹਰ ਚੈਨਲ ਦੇ ਉੱਤੇ ਇਸ ਵਕਤ ਜੇਕਰ ਭੰਡਣ ਦੀ ਗੱਲ ਆਉਂਦੀ ਆ ਤਾਂ ਇੰਟਰਨੈਸ਼ਨਲ ਸਟੂਡੈਂਟਸ ਦਾ ਮੁੱਦਾ ਲੈ ਲਵੋ, ਬਸ ਤੁਸੀਂ ਵੇਖ ਲਓ। ਤੇ ਉਸ ਤੋਂ ਬਾਅਦ ਜੋ ਕਾਲਸ ਆਉਂਦੀਆਂ ਨੇ, ਜੋ ਲੋਕਾਂ ਨੇ ਪੜਾਸ ਕੱਢਣੀ ਸ਼ੁਰੂ ਕਰ ਦਿਆ ਕਿ ਇੱਥੇ ਜੋ ਕ੍ਰਾਈਮ ਹੋ ਰਿਹਾ ਉਹਦੇ ਵਿੱਚ ਸਿਰਫ ਅਤੇ ਸਿਰਫ ਇੰਟਰਨੈਸ਼ਨਲ ਸਟੂਡੈਂਟਸ ਹੀ ਜ਼ਿੰਮੇਦਾਰ ਨੇ, ਕਿ ਚੋਰੀਆਂ ਠੱਗੀਆਂ ਹੁੰਦੀਆਂ ਨੇ ਉਹਦੇ ਵਿੱਚ ਸਿਰਫ ਅਤੇ ਸਿਰਫ ਅੰਤਰਰਾਸ਼ਟਰੀ ਵਿਦਿਆਰਥੀ ਜ਼ਿੰਮੇਦਾਰ ਨੇ, ਜੋ ਐਕਸੀਡੈਂਟਸ ਹੁੰਦੇ ਆ, ਜੋ ਮੌਤਾਂ ਹੁੰਦੀਆਂ ਨੇ, ਕੀ ਉਹਦੇ ਲਈ ਸਿਰਫ ਅਤੇ ਸਿਰਫ ਅੰਤਰਰਾਸ਼ਟਰੀ ਵਿਦਿਆਰਥੀ ਹੀ ਜ਼ਿੰਮੇਦਾਰ ਨੇ? ਇਹ ਗੱਲ ਸਹੀ ਨਹੀਂ ਹੈਗੀ। ਹਮਦਰਦ ਟੀਵੀ ਹਮੇਸ਼ਾ ਕੋਸ਼ਿਸ਼ ਕਰਦਾ ਹੁੰਦਾ ਕਿ ਦੋਵੇਂ ਪੱਖ ਅਸੀਂ ਰੱਖੀਏ ਤੇ ਕਿਸੇ ਲਈ ਕੋਈ ਸਪੋਰਟ ਨਾ ਕਰੀਏ। ਕੋਈ ਸਾਡਾ ਪ੍ਰੋਗਰਾਮ ਸਕ੍ਰਿਪਟਡ ਨਹੀਂ ਹੁੰਦਾ, ਕੋਈ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਅਸੀਂ ਕੁਐਸਚਨਸ ਪਹਿਲਾਂ ਨਹੀਂ ਲਿਖੇ ਹੁੰਦੇ, ਜਜ਼ਬਾਤ ਹੁੰਦੇ ਆ ਜੋ ਕੁਐਸਚਨਸ ਦੇ ਜ਼ਰੀਏ ਅਸੀਂ ਪੁੱਛਦੇ ਹਾਂ। ਸੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਅੱਗੇ ਵੀ ਮੈਂ ਸਮੇਂ-ਸਮੇਂ ਦੇ ਉੱਤੇ ਪ੍ਰੋਗਰਾਮ ਬਣਾਉਂਦੀ ਰਹੀ ਹਾਂ ਤੇ ਅੱਜ ਵੀ ਕੁਝ ਅਜਿਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸਾਡੇ ਨਾਲ ਸੰਪਰਕ ਸਾਧਿਆ ਸੀ ਜੋ ਕਿ ਚਾਹੁੰਦੇ ਸੀਗੇ ਕਿ ਉਹਨਾਂ ਦਾ ਪੱਖ ਰੱਖਿਆ ਜਾਵੇ, ਕਿਉਂਕਿ ਬੀਤੇ ਕੁਝ ਦਿਨਾਂ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਸਟੂਡੈਂਟਸ ਨੂੰ ਲੈ ਕੇ ਖਾਸ ਤੌਰ ਤੇ ਕਾਫੀ ਜ਼ਿਆਦਾ ਬਵਾਲ ਮਚ ਰਿਹਾ। ਰੇਡੀਓਜ਼ ਦੇ ਉੱਤੇ ਬਾਰ-ਬਾਰ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਨੇ, ਵੱਖ-ਵੱਖ ਚੈਨਲਸ ਦੇ ਉੱਤੇ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਨੇ। ਸੋ ਐਜ਼ ਅ ਰਿਸਪੌਂਸਿਬਲ ਮੀਡੀਆ, ਇੱਕ ਰਿਸਪੌਂਸਿਬਲ ਮੀਡੀਆ ਹੋਣ ਦੇ ਨਾਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਸਟੂਡੈਂਟਸ ਦਾ ਪੱਖ ਜਾਣਿਆ ਜਾਵੇ, ਉਹਨਾਂ ਦੀ ਕੀ ਲਾਈਫ ਹੈਗੀ ਆ ਉਰੇ, ਉਹ ਕੀ ਸੋਚਦੇ ਨੇ ਜਦੋਂ ਇੱਥੇ ਆਉਂਦੇ ਨੇ, ਇੱਥੋਂ ਦੇ ਜਿਹੜੇ ਪੰਜਾਬੀ ਨੇ ਉਹਨਾਂ ਤੋਂ ਉਹਨਾਂ ਦੀਆਂ ਕੀ ਉਮੀਦਾਂ ਹੁੰਦੀਆਂ ਨੇ, ਕੀ ਉਹ ਉਮੀਦਾਂ ਤੇ ਖਰੇ ਉਤਰ ਪਾਉਂਦੇ ਆ ਅਸੀਂ ਜਾਂ ਨਹੀਂ ਉਤਰ ਪਾਉਂਦੇ। ਸੋ ਇਹਨਾਂ ਸਾਰੇ ਮੁੱਦਿਆਂ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਕੁਝ ਅਜਿਹੇ ਸਟੂਡੈਂਟਸ ਨੇ ਜਿਨ੍ਹਾਂ ਨੇ ਖੁਦ ਸਾਡੇ ਨਾਲ ਸੰਪਰਕ ਸਾਧਿਆ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਨੇ। ਸੋ ਉਹਨਾਂ ਦਾ ਵੈਲਕਮ ਕਰਦੇ ਹਾਂ ਤੇ ਜੇ ਜਾਣਦੇ ਹਾਂ ਇੰਟਰਨੈਸ਼ਨਲ ਸਟੂਡੈਂਟਸ ਆਖਿਰ ਹੈ ਕੌਣ। ਸੋ ਅੱਜ ਗੱਲਬਾਤ ਹੋ ਰਹੀ ਹੈ ਜੀ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਵਿੱਚ ਤੇ ਇੱਕ ਅਜਿਹੇ ਹੀ ਇੰਟਰਨੈਸ਼ਨਲ ਸਟੂਡੈਂਟ ਆਯੁਸ਼ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਆਯੁਸ਼, ਵੈਲਕਮ ਟੂ ਹਮਦਰਦ ਮੀਡੀਆ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡੇ? ਵਧੀਆ ਜੀ, ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ ਜੀ। ਇੰਟਰਨੈਸ਼ਨਲ ਸਟੂਡੈਂਟ ਕਹਾਉਣਾ ਕਿਵੇਂ ਦਾ ਲੱਗਦਾ ਆ? ਮੈਮ ਜੀ, ਇਹ ਬਹੁਤ ਮਾਣ ਵਾਲੀ ਗੱਲ ਆ ਕਿ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਆ ਤੇ ਅਸੀਂ ਇੱਥੇ ਇੱਕ ਆਪਣਾ ਗੁੱਡ ਫਿਊਚਰ ਬਣਾਉਣ ਆਏ ਆ। ਲਾਈਕ ਇੰਡੀਆ ਦੇ ਵਿੱਚ ਜਿੱਦਾਂ ਆਪਣੀਆਂ ਸਰਕਾਰਾਂ ਨਹੀਂ ਵਧੀਆ ਤੇ ਸਾਨੂੰ ਉੱਥੇ ਵਧੀਆ ਓਪਰਚੁਨਿਟੀ ਨਹੀਂ ਮਿਲਦੀ, ਕੁਝ ਲੈਕ ਆਫ ਸੋਰਸਿਸ ਤੇ ਕੁਝ ਜੌਬਸ ਨਹੀਂ ਹੁੰਦੀਆਂ। ਤੁਸੀਂ ਦੇਖਿਆ ਹੋਣਾ ਕਈ ਇੰਜੀਨੀਅਰ ਵੀ ਉੱਥੇ ਇੰਜੀਨੀਅਰਿੰਗ ਕਰਕੇ 15 ਹਜ਼ਾਰ ਦੀ ਪ੍ਰਾਈਵੇਟ ਜੌਬ ਤੇ ਲੱਗੇ ਹੁੰਦੇ ਆ। ਸੋ ਮੇਰੇ ਫਾਦਰ ਦਾ ਬੇਸਿਕਲੀ ਡ੍ਰੀਮ ਸੀ ਕਿ ਹਾਂ ਸਾਡੀ ਫੈਮਿਲੀ 'ਚੋਂ ਇੱਕ ਬੰਦਾ ਇੰਜੀਨੀਅਰ ਬਣੇ। ਸੋ ਉਹਨਾਂ ਨੇ ਮੈਨੂੰ ਇੱਥੇ ਭੇਜਿਆ। ਮੈਂ ਇੱਥੇ ਨੈਟਵਰਕ ਇੰਜੀਨੀਅਰ ਹਾਂ ਤੇ ਮੈਂ ਰੀਸੈਂਟਲੀ ਆਪਣੀ ਸਟੱਡੀ ਡਨ ਕੀਤੀ ਹੈ ਤੇ ਮੇਰਾ ਕੋਰਸ ਆਲਮੋਸਟ 2.5 ਸਾਲ ਦਾ ਸੀ ਤੇ ਮੇਰੀ ਲਾਸਟ ਵੀਕ ਹੀ ਸਟੱਡੀ ਖਤਮ ਹੋਈ ਹੈ। ਸੋ ਮੈਂ ਮੰਨਦਾ ਵੀ ਹਾਂ ਇੰਟਰਨੈਸ਼ਨਲ ਸਟੂਡੈਂਟ ਗੁੱਡ ਹੈ, ਇੱਥੇ ਸਾਨੂੰ ਓਪਰਚੁਨਿਟੀ ਬਹੁਤ ਵਧੀਆ ਮਿਲਦੀ ਹੈ। ਕਈ ਕਹਿੰਦੇ ਆ ਜੇ ਇੱਥੇ ਤੁਸੀਂ ਹੱਡ ਭੰਨਵੀਂ ਮਿਹਨਤ ਕਰਨੀ ਆ ਤਾਂ ਹੀ ਮਿਹਨਤ ਤੁਸੀਂ ਆਪਣੇ ਮੁਲਕ ਬਹਿ ਕੇ ਨਹੀਂ ਕਰ ਸਕਦੇ ਹੈਗੇ। ਇੱਥੇ ਤਾਂ ਹਰ ਤਰ੍ਹਾਂ ਦੀਆਂ ਜੌਬਸ ਕਰਨ ਨੂੰ ਰੈਡੀ ਹੁੰਨੇ ਆ ਤੇ ਉੱਥੇ ਅਸੀਂ ਕਰਦੇ ਨਹੀਂ ਹੈਗੇ। ਹਾਂਜੀ ਮੈਮ, ਮੈਂ ਤੁਹਾਡੇ ਇੱਕ ਲਾਸਟ ਵੀਡੀਓਜ਼ ਦੇ ਵਿੱਚ ਦੇਖਿਆ ਸੀ ਵੀ ਇੱਕ ਬੰਦੇ ਨੇ ਤੁਹਾਨੂੰ ਕਿਹਾ ਕਿ ਜੇ ਇੰਨੇ ਹੀ ਔਖੇ ਹੋ ਜਾਂ ਇਦਾਂ ਜੇ ਉੱਥੇ ਜ਼ਿਆਦਾ ਮਿਹਨਤ ਹੈ ਤਾਂ ਤੁਸੀਂ ਵਾਪਸ ਆ ਜਾਓ। ਤੇ ਮੈਂ ਉਹਨਾਂ ਨੂੰ ਬਸ ਇੱਕੋ ਜਵਾਬ ਦੇਣਾ ਚਾਹੁੰਦਾ ਵਾਂ ਵੀ ਜਿੰਨਾ ਸਾਨੂੰ ਇੱਥੇ ਪੇ ਰੇਟ ਮਿਲਦਾ, ਜਿਵੇਂ ਆਲਮੋਸਟ ਅਸੀਂ ਓਵਰਆਲ ਫੁੱਲ ਡੇ ਦੀ ਗੱਲ ਕਰੀਏ ਤੇ ਜਿਵੇਂ ਸਾਡੀ ਇੱਥੇ 10,000 ਦਿਹਾੜੀ ਬਣਦੀ ਹੈ ਇੰਡੀਅਨ ਕਰੰਸੀ ਦੇ ਹਿਸਾਬ ਨਾਲ, ਤੁਸੀਂ ਸਾਨੂੰ ਪਰ ਡੇ 10,000 ਉੱਥੇ ਦਿਓ, ਅਸੀਂ 18 ਘੰਟੇ ਕੰਮ ਕਰਾਂਗੇ। ਸਾਨੂੰ ਤੁਸੀਂ ਮੰਥ ਦਾ 2.5 ਲੱਖ ਰੁਪਈਆ, ਸਾਨੂੰ ਵਿਮਨ ਸੇਫਟੀ ਦਿਓ,
ਸੇਮ ਸਾਨੂੰ ਇਸ ਲੈਵਲ ਦਾ এনवायरमेंट, ਅਫੋਰਡੇਬਲ ਗੱਡੀਆਂ, ਸਾਨੂੰ ਇੱਥੋਂ ਦਾ ਲਿਵਿੰਗ ਸਟਾਈਲ ਦੋ, ਅਸੀਂ ਇੰਡੀਆ 'ਚ ਕਿਉਂ ਨਹੀਂ ਰਵਾਂਗੇ? ਸਾਨੂੰ ਉੱਥੇ ਕੋਈ ਰੈਂਟ ਨਹੀਂ ਪੇ ਕਰਨੇ ਪੈਂਦੇ। ਮੋਰਓਵਰ ਅਸੀਂ ਆਪਣੇ ਮੰਮੀ ਡੈਡੀ ਦੇ ਨਾਲ ਲੈਂਦੇ ਆ, ਰਾਈਟ? ਮਤਲਬ ਫਾਦਰ ਸਾਹਿਬ ਇੱਕ ਬਹੁਤ ਵੱਡੀ ਸਪੋਰਟ ਨੇ, ਹਨਾ, ਸਾਰਿਆਂ ਲਈ, ਮੇਰੇ ਲਈ ਤਾਂ ਬਹੁਤ ਵੱਡੀ ਨੇ। ਤਾਂ ਮੈਂ ਉਹਨਾਂ ਦੇ ਨਾਲ ਰਹਿ ਕੇ ਜੋ ਅਚੀਵ ਕਰ ਸਕਦਾ, ਮੇਬੀ ਇੱਥੇ ਰਹਿ ਕੇ ਨਹੀਂ ਕਰ ਸਕਦਾ, ਬਟ ਹਾਂ ਇੱਥੇ ਜ਼ਿਆਦਾ ਵਧੀਆ এনवायरमेंट ਆ, ਤੁਸੀਂ ਦੇਖ ਰਹੇ ਹੋ, ਰਾਈਟ? ਇੱਥੇ ਸੇਫਟੀ ਆ, ਹੀ ਰਾਤ 3-4 ਵਜੇ ਵੀ ਕਿਤੇ ਆਉਂਦੇ ਜਾਂਦੇ ਆ, ਸਾਨੂੰ ਕੋਈ ਇਸ਼ੂ ਨਹੀਂ ਹੁੰਦਾ। ਇੰਡੀਆ ਦੇ ਵਿੱਚ ਹੁੰਦਾ, ਤੁਹਾਡੇ ਬਹੁਤ ਸਾਰੇ ਪ੍ਰੋਬਲਮਸ ਆ ਜਾਂਦੀਆਂ, ਲਾਈਕ ਰਾਤੀ ਪੇਰੈਂਟਸ ਅਲਾਉਡ ਵੀ ਨਹੀਂ ਕਰਦੇ ਬਾਹਰ ਜਾਣਾ। ਸੋ ਮੇਬੀ ਦਿਸ ਕੰਟਰੀ ਇਜ਼ ਮੋਰ ਸੇਫ ਦੈਨ ਇੰਡੀਆ। ਸੋ ਸਟੂਡੈਂਟ ਕੀ ਹੁੰਦੇ ਨੇ, ਮੈਂ ਕੁਝ ਲਿਖਿਆ ਸੀ ਲਾਈਨਾਂ ਤੇ ਮੈਂ ਸੁਣਾਵਾਂਗਾ। ਚੱਲ ਗੱਲ ਮੈਂ ਸੁਣਾਵਾਂ ਤੈਨੂੰ, ਸਟੂਡੈਂਟ ਆ ਕੌਣ, ਜਿਹੜੇ ਮਰਦੇ ਦਿਹਾੜੀਆਂ ਤੇ ਰਾਤੀ ਭੁੱਖੇ ਢਿੱਡ ਸੌਣ, ਦਿਨੇ ਕਾਲਜ 'ਚ ਲੰਘੇ, ਰਾਤ ਸ਼ਿਫਟਾਂ ਤੇ ਲੰਘਦੀ, ਯਾਦ ਆਉਂਦੀ ਜਦੋਂ ਘਰ ਦੀ, ਫਿਰ ਲੁੱਕ ਲੁੱਕ ਰੋਣ, ਪੈਸੇ ਅੱਧੇ ਅੱਧੇ ਦਿੰਦੇ, ਕੰਮ ਪੂਰਾ ਸਾਥੋਂ ਲੈਣ, ਜੇ ਬੋਲੀਏ ਕੁਝ ਅੱਗੋਂ ਫਿਰ ਮਾੜਾ ਸਾਨੂੰ ਕਹਿਣ, ਕੋਈ ਬੋਲੇ ਬੁਰਾ ਸਾਡੇ ਬਾਰੇ ਫਿਰ ਮਾਰ ਦਿਓ ਤਾੜੀਆਂ, ਜੇ ਪੁੱਤ ਮਾੜੇ ਅਸੀਂ ਤੇ ਔਲਾਦਾਂ ਥੋਡੀਆਂ ਵੀ ਮਾੜੀਆਂ, ਕਰਦੇ ਪੜ੍ਹਾਈਆਂ ਨਾਲੇ ਕਰਦੇ ਨੇ ਜਿੱਦ, ਨਾਲ ਫੜਦੇ ਯਾਰਾਂ ਦੇ ਵੱਡੇ ਮਿੱਤਰਾਂ ਦੇ ਦਿਲ, ਜਿਗਰੇ ਨੇ ਵੱਡੇ ਐਵੇਂ ਸਮਝੀ ਨਾ ਵਿਚਾਰੇ, ਉਹ ਸਟੂਡੈਂਟ ਹੀ ਸੀ ਕਾਕਾ ਜਿਹੜੇ ਕਰੋਨਾ ਤੇ ਪਏ ਸੀ ਭਾਰੇ, ਇੱਕ ਨਹੀਂ ਉਹ ਦੋ ਨਹੀਂ ਉਹ, ਜਹਾਜ਼ਾਂ ਦੇ ਸੀ ਜਹਾਜ਼ ਆਏ, ਕੁਝ ਲਾੜਦੀਆਂ ਧੀਆਂ ਬਾਪੂ ਦੀਆਂ ਤੇ ਕੁਝ ਮਾਵਾਂ ਦੇ ਨਵਾਬ ਸੀ ਆਏ, ਭਾਰੇ ਭਾਰੇ ਬੈਗ ਮੋਢਿਆਂ ਤੇ, ਵਿੱਚ ਸੇਫਟੀ ਸ਼ੂ ਵੀ ਸਜਾਏ ਆ, ਜੇ ਤੁਸੀਂ ਸਿਟੀਜ਼ਨ ਹੋ ਕੇ ਨਜ਼ਾਰੇ ਲੈਂਦੇ ਹੋ ਤੇ ਸੁਪਨੇ ਅਸੀਂ ਵੀ ਕਾਕਾ ਸਜਾਏ ਆ, ਵੀ ਚੱਪਲ ਮਹਿਕਮਾ ਕਹਿੰਦੇ ਜਿਹਨੂੰ, ਵੀਕਐਂਡ ਤੇ ਦੇਖੀ ਕਿਵੇਂ ਚੱਜਦੇ ਆ, ਦੁੱਖਾਂ ਦੇ ਵਿੱਚ ਜੋ ਵੀ ਹਾਸੇ ਲੱਭ ਲੈਣ ਉਹ ਸਟੂਡੈਂਟ ਲਾਣਾ ਲੱਭਦੇ। ਸੋ ਇਹ ਨੇ ਸਟੂਡੈਂਟ ਜਿਹੜੇ 6-6 ਦਿਨ ਸ਼ਿਫਟਾਂ ਲਾਉਂਦੇ ਨੇ, ਨਾਲ ਕਾਲਜ ਲਾਉਂਦੇ ਨੇ, ਠੀਕ ਹੈ ਜੀ। ਤੇ ਭੁੱਖੇ ਢਿੱਡ ਬੱਸਾਂ ਵਾਲੇ ਸਟਾਪ ਤੇ ਜਿਹੜੇ ਖੜੇ ਹੁੰਦੇ ਨੇ, ਉਹਨੇ ਸਟੂਡੈਂਟ। ਤੁਸੀਂ ਕਿਹੜੇ ਸਟੂਡੈਂਟਸ ਦੀ ਗੱਲ ਕਰਦੇ ਜਿਹੜੇ ਮਾਹੌਲ ਖਰਾਬ ਕਰਦੇ? ਮੈਂ ਤਾਂ ਕੋਈ ਨਹੀਂ, ਅਸੀਂ ਤਾਂ ਕੋਈ ਮਾਹੌਲ ਨਹੀਂ ਖਰਾਬ ਕੀਤਾ, ਸਾਡਾ ਤੇ ਚੰਗਾ ਭਲਾ ਚੱਲੀ ਜਾਂਦਾ। ਆਯੁਸ਼, ਹਰ ਗੱਲ ਦੇ ਵਿੱਚ ਮੀਡੀਆ ਦੀ ਭੂਮਿਕਾ ਨੂੰ ਵੀ ਬੜਾ ਸਵਾਲਾਂ ਦੇ ਘੇਰੇ 'ਚ ਲਿਆ ਜਾਂਦਾ। ਸੂਰਜਦੀਪ ਦੀ ਹੁਣੀ ਅਸੀਂ ਕੈਂਡਲ ਵਿਜਲ ਅਟੈਂਡ ਕੀਤੀ ਤਾਂ ਉੱਥੇ ਬੜੇ ਵੱਡੇ ਗੱਲਾਂ ਆਖੀਆਂ ਗਈਆਂ ਕਿ ਮੀਡੀਆ ਗੱਲਾਂ ਐ ਚੱਕਦਾ, ਮੀਡੀਆ ਗੱਲਾਂ ਐ ਚੱਕਦਾ। ਜਦੋਂ ਗੱਲ ਹੁੰਦੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ, ਉਦੋਂ ਤਾਂ ਸਟੂਡੈਂਟਸ ਭੱਜ ਕੇ ਕਹਿੰਦੇ ਆ ਵੀ ਸਿਰਫ 5% ਸਟੂਡੈਂਟ ਪਿੱਛੇ ਤੁਸੀਂ ਪੂਰੀ ਕਮਿਊਨਿਟੀ ਨੂੰ ਬਦਨਾਮ ਨਹੀਂ ਕਰ ਸਕਦੇ। ਉਵੇਂ ਸਾਰਾ ਮੀਡੀਆ ਸੇਮ ਨਹੀਂ ਹੁੰਦਾ ਹੈਗਾ, ਸਾਰੇ ਮੀਡੀਆ ਨੂੰ ਤੁਸੀਂ ਬਦਨਾਮ ਨਹੀਂ ਕਰ ਸਕਦੇ ਹੈਗੇ। ਕੋਈ ਮੀਡੀਆ ਚੈਨਲਸ ਨੇ ਸਕ੍ਰਿਪਟਡ ਚੀਜ਼ਾਂ ਕਰਦੇ ਆ, ਇਸ ਟਾਈਮ ਮੇਰੇ ਹੱਥ 'ਚ ਕੋਈ ਸਕ੍ਰਿਪਟ ਨਹੀਂ, ਕੋਈ ਮੇਰੇ ਕੋਲ ਕੁਐਸਚਨ ਨਹੀਂ ਲਿਖਿਆ ਹੋਇਆ, ਜੋ ਮੇਰੇ ਮਨ 'ਚ ਆ ਰਿਹਾ ਮੈਂ ਤੁਹਾਨੂੰ ਪੁੱਛ ਰਹੀ ਹਾਂ। ਕੋਈ ਆਪਣੀ ਕੋਈ ਇਹ ਸਕ੍ਰਿਪਟਡ ਇੰਟਰਵਿਊ ਨਹੀਂ ਹੋਈ ਹੈਗੀ ਕਿ ਅਸੀਂ ਕੁਝ ਪਹਿਲਾਂ ਪਲਾਨ ਕੀਤਾ ਹੋਵੇ ਐਂਡ ਆਲ ਦੈਟ, ਰਾਈਟ? ਮੈਂ ਦੱਸ ਦਵਾਂ ਕਿ ਆਯੁਸ਼ ਨੇ ਮੈਨੂੰ ਇੰਸਟਾ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਕੰਟੈਕਟ ਕੀਤਾ ਸੀ, ਜਿਸ ਤੋਂ ਬਾਅਦ ਆਪਣੀ ਇੰਟਰਵਿਊ ਦੇ ਬਾਰੇ ਗੱਲਬਾਤ ਹੋਈ ਹੈ, ਰਾਈਟ? ਸੋ ਕੀ ਕਹਿਣਾ ਚਾਹੋਗੇ ਇਸ ਵਕਤ ਜਿਹੜੇ ਫੇਕ ਮੀਡੀਆ ਵਾਲੇ ਖਾਸ ਤੌਰ ਤੇ ਇਮੇਜ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਆ? ਮੈਂ ਪਹਿਲੀ ਗੱਲ ਤੇ ਇਹ ਕਰੂੰਗਾ ਵੀ ਇੱਕ YouTube ਦਾ ਫ੍ਰੀ ਆਫ ਕੋਸਟ ਚੈਨਲ ਕ੍ਰੀਏਟ ਕਰਦਾ, ਤੇ ਇੱਕ YouTube ਤੇ ਚੈਨਲ ਬਣਾ ਕੇ ਗੈਰਾਜ ਦੇ ਵਿੱਚ ਸਟੂਡੀਓ ਲਾ ਕੇ, ਤੇ ਅਸੀਂ ਇੱਕ ਪੂਰੀ ਸਟੂਡੈਂਟ ਕਮਿਊਨਿਟੀ ਨੂੰ ਬਦਨਾਮ ਨਹੀਂ ਕਰ ਸਕਦੇ। ਕਿਸੇ ਕੋਲ ਇਹ ਚੀਜ਼ ਦਾ ਰਾਈਟ ਨਹੀਂ ਹੈਗਾ, ਠੀਕ ਹੈ? ਜੇ ਤੁਸੀਂ ਕਿਸੇ ਨੂੰ ਦੇਖਿਆ ਵਾ, ਮੈਂ ਹੁਣ ਗੱਲ ਕਰੂੰਗਾ, ਜੇ ਤੁਸੀਂ ਕਹਿ ਦੋ ਵੀ ਹਾਂ ਕੁੜੀਆਂ ਦੇ ਪਿੱਛੇ ਗੱਡੀਆਂ ਲੈ ਕੇ ਜਾ ਰਹੇ ਸੀ, ਠੀਕ ਹੈ, ਉਹਨਾਂ ਦੇ ਮੱਥੇ ਤੇ ਲਿਖਿਆ ਸੀ ਵੀ ਸਟੂਡੈਂਟ। ਇੱਕ ਪੀਕੇ ਮੂਵੀ ਦੇ ਵਿੱਚ ਮੈਂ ਉਦੋਂ ਵੀ ਗੱਲ ਕਰੀ ਸੀ ਵੀ ਇੱਕ ਪੀਕੇ ਮੂਵੀ ਦੇ ਵਿੱਚ ਡਾਇਲੋਗ ਆ ਵੀ ਠੱਪਾ ਦਿਖਾਓ, ਹਨਾ? ਮੁਸਲਿਮ ਕੌਣ ਆ, ਹਿੰਦੂ ਕੌਣ ਆ, ਠੱਪਾ ਦਿਖਾਓ, ਸਿੱਖ ਕੌਣ ਆ, ਠੱਪਾ ਦਿਖਾਓ, ਠੀਕ ਹੈ ਜੀ। ਉਦਾਂ ਹੀ ਮੈਨੂੰ ਸਟੂਡੈਂਟ ਵਾਲਾ ਠੱਪਾ ਦਿਖਾਓ, ਵੀ ਜਾਂ ਇਮੀਗ੍ਰੇਸ਼ਨ ਨੂੰ 에ਅਰਪੋਰਟ ਤੋਂ ਨਿਕਲਣ ਲੱਗੇ ਸਾਡੇ ਮੱਥੇ ਤੇ ਲੈ ਕੇ ਭੇਜਦੇ ਵੀ ਤੁਸੀਂ ਸਟੂਡੈਂਟ ਹੋ। ਉਹ ਇੱਥੋਂ ਦੇ ਬੌਰਨ ਬਰੋਟ ਵੀ ਹੋ ਸਕਦੇ, ਕਾਲੇ ਸ਼ੀਸ਼ੇ ਗੱਡੀਆਂ ਦੇ, ਕੌਣ ਕਹਿ ਸਕਦਾ ਵੀ ਉਹ ਸਟੂਡੈਂਟ ਆ? ਮੈਂ ਵੀ ਆ, ਸਾਡੇ ਕੋਲ ਵੀ ਗੱਡੀਆਂ ਨੇ, ਅਸੀਂ ਕਦੀ ਪਲਾਜ਼ੇ 'ਚ ਨਹੀਂ ਖਲੋਤੇ, ਅਸੀਂ ਕਦੀ ਕੁੜੀਆਂ ਦੇ ਪਿੱਛੇ ਨਹੀਂ ਗਏ, ਸਾਡਾ 35-40 ਜਣਿਆਂ ਦਾ ਗਰੁੱਪ ਸੀ, ਸਾਰੇ ਹੁਣ ਅੱਡੋ ਅੱਡ ਹੋ ਗਏ। ਹੱਲੇ ਵੀ ਮੈਂ ਕਹਿ ਸਕਦਾ ਵਾਂ ਵੀ ਜੇ ਮੇਰੀ ਗੱਡੀ ਕਦੀ ਵੀ ਕੈਮਰੇ ਦੇ ਵਿੱਚ ਆਈ ਹੋਵੇ ਸ਼ੈਡਨ ਪਲਾਜ਼ੇ ਜਾਂ ਕਿਸੇ ਹੋਰ ਪਲਾਜ਼ੇ ਦੇ ਵਿੱਚ, ਮੈਂ ਅੱਜ ਆਪਣੀ ਡੈਪੂਟੇਸ਼ਨ ਦੇ ਸਟੈਂਪ ਲਵਾਉਣ ਨੂੰ ਰੈਡੀ ਹਾਂ। ਮੈਨੂੰ ਤੁਸੀਂ ਅੱਜ ਇੰਡੀਆ ਭੇਜ ਦਿਓ, ਜੇ ਮੈਨੂੰ ਕਦੀ ਕਿਸੇ ਕੁੜੀ ਨੇ ਕਿਹਾ ਹੋਵੇ ਵੀ ਮੇਰੇ ਪਿੱਛੇ ਆਉਂਦਾ ਜਾਂ ਕੁਝ। ਸਾਡੇ ਗਰੁੱਪ 'ਚ ਕੋਈ ਵੀ ਐਸਾ ਬੰਦਾ ਨਹੀਂ ਹੈਗਾ। ਮੋਰਓਵਰ ਸਟੂਡੈਂਟਸ ਨਹੀਂ ਹੁੰਦੇ ਹਰ ਇੱਕ ਜਗ੍ਹਾ ਤੇ। ਜਿੱਦਾਂ ਆਪਾਂ ਗੱਲ ਕਰੀਏ, ਕੁਝ ਇੱਥੋਂ ਦੇ PR ਵੀ ਹੋ ਸਕਦੇ ਨੇ, ਕਈ ਵੋਟੀਆਂ ਦੇ ਸਿਰਾਂ ਤੇ ਆਉਂਦੇ ਨੇ ਸਪਾਊਸ ਵੀਜ਼ੇ ਲੈ ਕੇ, ਉਹ ਵੀ ਕਰ ਸਕਦੇ ਨੇ, ਕਿਤੇ ਮੱਥੇ ਤੇ ਲਿਖਿਆ ਨਹੀਂ। ਗੱਲ ਤਾਂ ਇਹ ਹੈ ਨਾ ਕਿ ਬੈਕਗ੍ਰਾਉਂਡ ਆਪਣਾ ਪੰਜਾਬੀ ਆ, ਇੱਕ ਦੂਜੇ ਨੂੰ ਜ਼ਿਆਦਾ ਭੰਡਦੇ ਆ ਆਪਾਂ। ਮੈਮ ਗੁਜਰਾਤੀ ਵੀ ਹੋ ਸਕਦੇ ਨੇ, ਜ਼ਰੂਰੀ ਨਹੀਂ ਆ ਆਪਾਂ ਪਾਰਟਿਕੂਲਰ ਕਮਿਊਨਿਟੀ ਦਾ ਨਾਮ ਨਹੀਂ ਲਵਾਂਗੇ, ਬਟ ਫਿਰ ਵੀ ਬਹੁਤ ਜਣੇ ਨੇ। ਮੈਮ ਇੱਥੋਂ ਤੱਕ ਬੰਦੇ ਦੇਖੇ ਆ ਜਿੱਦਾਂ ਕਿ ਜਿਵੇਂ ਬਲੈਕ ਕਮਿਊਨਿਟੀ ਹੁੰਦੀ ਹੈ, ਰਾਈਟ? ਉਹ ਵੀ ਬਹੁਤ ਕੁਝ ਕਰਦੇ ਨੇ, ਠੀਕ ਹੈ ਜੀ। ਉਹ ਸਾਡੇ ਨਾਲੋਂ ਵੱਧ ਕਰਦੇ ਆ। ਉਹਨਾਂ ਨੇ ਇੱਕ ਸਾਡਾ ਭਰਾ, ਸਾਡਾ ਸਟੂਡੈਂਟ, ਠੀਕ ਹੈ ਜੀ, ਉਹ ਵਿਚਾਰਾ ਪਤਾ ਨਹੀਂ ਕਿੰਨੇ ਲੱਖਾਂ ਸੁਪਨੇ ਲੈ ਕੇ ਉਹਨਾਂ ਦੇ ਮੰਮੀ ਡੈਡੀ ਨੇ ਖਿਲਾਇਆ ਹੋਊਗਾ, ਹਨਾ? 20-25 ਲੱਖ ਲਾ ਕੇ ਸੀ ਹੁੰਨੇ ਆ, ਪਤਾ ਨਹੀਂ ਕਿੱਥੋਂ ਆ ਰਿਹਾ ਸੀ, ਸ਼ਿਫਟ ਤੋਂ ਆ ਰਿਹਾ ਸੀ, ਗੁਰੂ ਘਰੋਂ ਆ ਰਿਹਾ ਸੀ, ਕਿੱਥੋਂ ਆ ਰਿਹਾ ਸੀ, ਗੋਲੀ ਮਾਰਤੀ, ਬਿਲਕੁਲ ਚਾਕੂ ਮਾਰਿਆ, ਅਸੀਂ ਮਾਰਿਆ ਉਹਨੂੰ ਨਹੀਂ ਨਾ ਮਾਰਿਆ, ਪੰਜਾਬੀ ਕਮਿਊਨਿਟੀ ਨਹੀਂ ਮਾਰਿਆ। ਅਸੀਂ ਕਿਉਂ ਇੱਕ ਦੂਜੇ ਨੂੰ ਬਦਨਾਮ ਕਰਨ ਤੇ ਲੱਗੇ? ਇਹ ਸਾਰੇ ਜੋ ਬਦਨਾਮ ਕਰਨੇ, ਇਹ ਉਹ ਨੇ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਹੈਗਾ,
ਪਾ ਕੇ YouTube ਤੇ ਆਪਣਾ ਚੈਨਲ ਬਣਾ ਕੇ ਸਟੂਡੀਓ 'ਚ ਗਰਾਜ ਰੱਖ ਕੇ ਤੇ ਸਾਰਿਆਂ ਨੂੰ ਭੰਡੀ ਜਾ ਰਹੇ। ਬਿਲਕੁਲ ਇਹ ਵੀ ਕੀਤੀ ਆ, ਜੇ ਤੁਸੀਂ ਹੁਣ ਸਟੂਡੀਓ ਦੀ ਗੱਲ ਕਰ ਲਈ ਕਿ ਗਰਾਜ ਵਿੱਚ ਸਟੂਡੀਓ ਬਣਾ ਕੇ YouTube ਦੇ ਜੇ ਕੁਝ ਬਹੁਤ ਫੇਮਸ ਵੀ ਹੋਏ ਆ ਕੁਝ ਐਵੇਂ ਦੇ ਬਿਆਨਬਾਜ਼ੀਆਂ ਜਿਹਦੇ ਵਿੱਚ ਜਦੋਂ ਡੈਡ ਬੋਡੀਜ਼ ਭੇਜਣ ਦੀ ਗੱਲ ਆਖੀ ਜਾਂਦੀ ਆ, ਰਾਈਟ? ਤੁਸੀਂ ਇੱਕ ਚੀਜ਼ ਨੂੰ ਜਦੋਂ ਹਾਈਲਾਈਟ ਕਰਦੇ ਹੋ ਇਟਸ ਅ ਡਿਫਰੈਂਟ ਸਟੋਰੀ, ਪਰ ਇੱਕ ਤਰਾਸਦੀ ਨੂੰ ਤੁਸੀਂ ਸਟੂਡੈਂਟਸ ਦੇ ਨਾਲ ਜੋੜਨਾ ਦੈਟਸ ਅ ਡਿਫਰੈਂਟ ਸਟੋਰੀ। ਉਹਨੇ ਹਰ ਕਿਸੇ ਦਾ ਦਿਲ ਬਹੁਤ ਦੁਖਾਇਆ ਉਸ ਵਰਡਿੰਗ ਨੇ। ਮੈਮ ਉਹਦੀ ਤਾਂ ਬੇਸਿਕਲੀ ਮੈਂ ਇੱਕ ਗੱਲ ਸਟਾਰਟ ਕਰੂੰਗਾ ਵੀ ਫਸਟ ਆਫ ਆਲ ਜੇ ਉਹਦਾ ਬੱਚਾ ਹੁੰਦਾ, ਠੀਕ ਆ, ਆਪਾਂ ਨਹੀਂ ਕਹਿੰਦੇ ਚਲੋ ਕਿਸੇ ਹੋਰ ਦਾ ਮਾੜਾ ਹੋਵੇ, ਇਦਾਂ ਦੀ ਚੀਜ਼ ਦੁਬਾਰਾ ਸਾਨੂੰ ਦੇਖਣ ਨੂੰ ਨਾ ਮਿਲੇ, ਬਟ ਜੇ ਉਹਦਾ ਬੱਚਾ ਹੁੰਦਾ, ਉਹਦੇ ਫੈਮਿਲੀ ਰਿਲੇਟਿਵਸ 'ਚ ਕੋਈ ਬੱਚਾ ਹੁੰਦਾ, ਰਾਈਟ, ਫਿਰ ਜੇ ਆਪਾਂ ਇੰਨੀ ਗੱਲ ਕਰਦੇ ਵਧੀਆ ਲੱਗਦੇ। ਇੱਕ ਜੇ ਕੋਈ ਬੰਦਾ, ਇਹ ਪਹਿਲੀ ਗੱਲ ਤਾਂ ਲਾਸ਼ ਕਹਿਣ ਦਾ ਮਤਲਬ ਨਹੀਂ ਬਣਦਾ, ਰਾਈਟ? ਉਹ ਸਟੂਡੈਂਟ ਸੀ, ਉਹਦੀ ਏਜ ਕੁਝ ਵੀ ਨਹੀਂ ਸੀ, 22-23 ਸਾਲ ਦਾ ਇੱਕ ਬੱਚਾ ਸੀ, ਰਾਈਟ? ਉਹਦੇ ਮੰਮੀ ਡੈਡੀ ਦੀ ਜੋ ਹਾਲਤ ਹੈ ਨਾ, ਉਹ ਇਸ ਟਾਈਮ ਕੋਈ ਨਹੀਂ ਸਮਝ ਸਕਦਾ। ਇਹ ਹੁਣ ਬਥੇਰੇ ਵਿਦਵਾਨ ਜਿਹੜੇ ਬੈਠੇ ਫੇਸਬੁੱਕਾਂ ਦੇ ਪੇਜ ਬਣਾ ਕੇ ਜਾਂ YouTube ਤੇ ਚਲਾ ਰਹੇ ਨੇ ਜਾਂ ਕੋਈ ਨਾ ਕੋਈ ਕੰਟੈਂਟ ਚਲਾ ਰਹੇ ਨੇ, ਹਨਾ, ਗਰਾਜ 'ਚ ਬੈਠੇ, ਉਹ ਬਥੇਰਾ ਕੁਝ ਕਹਿਣਗੇ, ਲਾਸ਼ਾਂ ਭੇਜਣ ਦੀ ਗੱਲ ਕਰਨਗੇ, ਇਦਾਂ ਉਦਾਂ। ਮੈਨੂੰ ਇੱਕ ਚੀਜ਼ ਦੱਸਣ, ਜੇ ਉਹਨਾਂ ਦਾ ਭੈਣ ਭਾਈ, ਉਹਨਾਂ ਦਾ ਰਿਸ਼ਤੇਦਾਰ, ਉਹਨਾਂ ਦਾ ਕੋਈ ਕਜ਼ਨ ਹੁੰਦਾ ਜਾਂ ਉਹਨਾਂ ਦਾ ਹੀ ਕੋਈ ਆਪਦਾ ਬੱਚਾ ਹੁੰਦਾ ਤੇ ਜੇ ਉਹਨਾਂ ਨਾਲ ਸੇਮ ਘਟਨਾ ਵਾਪਰਦੀ ਤਾਂ ਫਿਰ ਉਹ ਇੰਨਾ ਬਿਆਨ ਕਰਦੇ। ਉਹਨਾਂ ਦਾ ਕਹਿਣ ਦਾ ਮਤਲਬ ਆ ਵੀ ਤੁਸੀਂ ਜਦੋਂ ਡੈਡ ਬੋਡੀਜ਼ ਭੇਜਣ ਦੀ ਗੱਲ ਹੁੰਦੀ ਆ ਉਦੋਂ ਫੰਡ ਇਕੱਠਾ ਨਹੀਂ ਹੋ ਪਾਉਂਦਾ, ਉਦੋਂ ਸਿਟੀਜ਼ਨਸ ਜਾਂ ਪੀਆਰਸ ਨੂੰ ਹੁਣ ਅਪਰੋਚ ਕਰਦੇ, ਕਮਿਊਨਿਟੀ ਨੂੰ ਅਪਰੋਚ ਕਰਦੇ ਆ, ਪਰ ਜਦੋਂ ਮਹਿੰਗੀਆਂ ਗੱਡੀਆਂ ਲੈਣੀਆਂ ਹੁੰਦੀਆਂ ਉਦੋਂ ਤੁਹਾਡੇ ਕੋਲ ਪੈਸੇ ਆ ਜਾਂਦੇ ਆ। ਮੈਮ ਮਹਿੰਗੀਆਂ ਗੱਡੀਆਂ ਤਾਂ ਹਰ ਕੋਈ, ਅਸੀਂ ਰੇਂਜ ਰੋਵਰ ਵੀ ਲੈ ਸਕਦੇ ਹਾਂ, ਜੀ ਵੈਗਨ ਵੀ ਲੈ ਸਕਦੇ ਹਾਂ। ਮੈਮ ਕੁਛ ਵੀ ਨਹੀਂ ਉੱਤੇ ਜਾਂਦਾ, ਬਾਈ ਵੀਕਲੀ ਕਿਸ਼ਤ ਜਾਂਦੀ। ਇਫ ਯੂ ਆਰ ਵਰਕਿੰਗ ਯੂ ਕੈਨ ਪੇ ਦਾ ਲਾਈਕ ਇੰਸਟਾਲਮੈਂਟ ਐਂਡ ਆਲ। ਮੈਮ ਇੱਕ ਲਾਸ਼ ਭੇਜਣ ਲਈ ਇੱਕ ਉਹ ਕੱਲਾ ਬੱਚਾ, ਉਹਦੇ ਅੱਗੇ ਪਿੱਛੇ ਜੇ ਇੱਥੇ ਕੋਈ ਨਾ ਹੋਵੇ, ਉਹਦੀ ਬਾਂਹ ਕੌਣ ਫੜੂਗਾ, ਰਾਈਟ? ਜਿਉਂਦੇ ਜੀ ਤਾਂ ਆਪਾਂ ਉਹਨਾਂ ਨੂੰ ਕੁਝ ਦਿੱਤਾ ਨਹੀਂ, ਹਨਾ? $8 ਕੈਸ਼ ਤੇ ਕੰਮ ਤੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਉਹਨੂੰ ਬੇਇੱਜ਼ਤੀ ਦਿੱਤੀ, ਬਦਨਾਮੀ ਇੰਟਰਨੈਸ਼ਨਲ ਸਟੂਡੈਂਟ ਦੀ, ਠੀਕ ਹੈ? ਉਹ ਜੇ ਹੁਣ ਅੱਜ ਉਹਦੇ ਨਾਲ ਕੋਈ ਪ੍ਰੋਬਲਮ ਹੋਈ ਗਈ ਹੈ, ਲਾਈਕ ਇਫ ਹੀ ਇਜ਼ ਰਾਈਟ, ਠੀਕ ਹੈ, ਤੇ ਆਪਾਂ ਨੂੰ ਨਹੀਂ ਚਾਹੀਦਾ ਵੀ ਉਹਦੇ ਬਾਰੇ ਮਾੜਾ ਚੰਗਾ ਬੋਲੀਏ, ਰਾਈਟ? ਉਹਨੇ ਲਾਸ਼ ਭੇਜਣ ਦੀ ਗੱਲ ਕੀਤੀ ਜਾਂ ਤੇ ਤੂੰ ਉਹਦੇ ਪੈਸੇ ਨਾਲ ਥੋੜਾ ਨਾ ਭੇਜ ਰਿਹਾ, ਰਾਈਟ? ਹੋਰ ਬੰਦੇ ਨੇ ਇੱਥੇ, ਕਈ ਜਣੇ NGO ਚਲਾ ਰਹੇ ਨੇ, ਕੋਈ ਸੇਵਾ ਸਮਾਜ ਸੇਵਾ ਕਰਦੇ ਨੇ, ਕਈ ਆਪਣੇ ਵੀਰ ਭਰਾ NRI ਜਿਹੜੇ ਇੰਨਾ ਜਿਹਨਾਂ ਕੋਲ ਪੈਸਾ ਉਹ ਪੇ ਕਰਦੇ ਨੇ, ਸਾਰਾ ਕੁਝ ਕਰਦੇ ਨੇ। ਈਵਨ ਐਲੀ ਮੰਗਟ ਕੈਂਡਲ ਮਾਰਚ ਤੇ ਆਇਆ ਸੀ, ਉਹਨੇ ਉੱਥੇ ਕੋਈ ਬਿਆਨਬਾਜ਼ੀ ਨਹੀਂ ਕੀਤੀ। ਬਾਅਦ ਦੇ ਵਿੱਚ ਉਹਦੀ ਮੈਂ ਸਨੈਪਚੈਟ ਦੇਖੀ ਆ, ਉਹਨੇ ਕਿਹਾ ਵੀ ਉਹਦੇ ਜੇ ਕੋਈ ਰਿਸ਼ਤੇਦਾਰ ਜਾਂ ਭੈਣ ਭਾਈ ਕੋਈ ਵੀ ਇੱਥੇ ਹੈਗਾ ਜਾਂ ਸਾਨੂੰ ਕੰਟੈਕਟ ਕਰ ਸਕਦੇ ਆ, ਠੀਕ ਹੈ ਜੀ, ਤੇ ਐਲੀ ਮੰਗੜ ਜੀ ਨੂੰ ਕਰੋ, ਮਤਲਬ ਕੰਟੈਕਟ ਕਰੋ, ਉਹ ਹੈਲਪ ਕਰਨਗੇ। ਜਿੰਨੀ ਵੀ ਕਹਿੰਦੇ ਮੈਨੂੰ ਫੰਡ ਰੇਜ਼ਰ ਨਹੀਂ ਚਾਹੀਦੇ, ਮੈਂ ਕੋਈ ਕਿਸੇ ਤੋਂ ਪੈਸਾ ਨਹੀਂ ਮੰਗੂਗਾ, ਜਿੰਨਾ ਮੈਂ ਹੋਊਗਾ ਮੈਂ ਆਪਣੇ ਪੱਲੇ ਕਰੂੰਗਾ, ਠੀਕ ਹੈ ਮੈਮ? ਇਦਾਂ ਦੇ ਵੀ ਬੰਦੇ ਹੈਗੇ। ਆਪਾਂ ਐਗਜ਼ਾਮਪਲਸ ਕਿਉਂ ਦਿੰਨੇ ਆ ਉਹੋ ਜਿਹੇ ਚੈਨਲ ਵਾਲੇ ਲੋਕਾਂ ਦੀਆਂ? ਅਸੀਂ ਐਗਜ਼ਾਮਪਲ ਦੇ ਸਕਦੇ ਆ ਐਲੀ ਮੰਗੜ ਜੀ ਦੀਆਂ। ਐਲੀ ਮੰਗੜ ਨੇ, ਤੁਸੀਂ ਮੰਨ ਲਓ ਵੀ ਅੱਜ ਤੋਂ ਕਾਫੀ ਟਾਈਮ ਪਹਿਲਾਂ ਦੀ ਗੱਲ ਆ, ਇੱਕ ਸਟੂਡੈਂਟ ਸੀ, ਉਹਨਾਂ ਨੂੰ ਕਿਤੇ ਮਿਲਿਆ ਵਿਚਾਰਾ, ਹਨਾ, ਕਹਿੰਦਾ ਮੈਂ 2-3 ਤੋਂ ਲਗਾਤਾਰ ਸ਼ਿਫਟਾਂ ਲਾ ਰਿਹਾ, ਰਾਈਟ? ਉਹ ਡਿੱਗਣ ਦਿਆ ਸੀ ਉਹਨਾਂ ਦੇ ਟੇਬਲ ਲਾਗੇ, ਮਤਲਬ ਥੋੜਾ ਜਿਹਾ ਇਦਾਂ ਨੀਚੇ, ਤੇ ਬਾਈ ਨੇ ਪੁੱਛਿਆ ਵੀ ਹਨਾ ਕੀ ਮਤਲਬ ਕੀ ਇਸ਼ੂ ਆ, ਤਾਂ ਉਹਨੇ ਦੱਸਿਆ ਵੀ ਮੈਂ ਫੀਸ ਭਰਨੀ ਆ। ਇਹ ਸੁਣਨ ਚ ਆਈ ਸੀ ਗੱਲ ਤੇ ਇਹ ਰਾਈਟ ਵੀ ਆ, ਤੇ ਐਲੀ ਮੰਗੜ ਬਾਈ ਨੇ ਉਹਦੀ ਫੀਸ ਭਰੀ ਤੇ ਇੱਕ ਨਹੀਂ, ਮੇਰੇ ਹਿਸਾਬ ਨਾਲ ਉਹਨਾਂ ਨੇ ਕਈ ਸਟੂਡੈਂਟਸ ਦੀਆਂ ਫੀਸਾਂ ਭਰੀਆਂ ਨੇ, ਉਹਨਾਂ ਦੀ ਹੈਲਪ ਕਰਦੇ ਨੇ। ਈਵਨ ਐਲੀ ਮੰਗੜ ਆਪਦੀ ਇੰਡਸਟਰੀ 'ਚ ਵੇਖਿਆ ਜਾਵੇ ਤੇ ਕਈ ਬੰਦੇ ਨੂੰ ਅੱਗੇ ਲੈ ਕੇ ਆ। ਤੁਸੀਂ ਜਿਵੇਂ ਗੱਲ ਕੀਤੀ ਆ ਹੁਣੀ, ਸਟੂਡੈਂਟਸ ਫੀਸਾਂ ਭਰਦੇ ਨੇ, ਹਨਾ, ਇੱਥੇ ਮਿਹਨਤਾਂ ਕਰਦੇ ਨੇ, ਇੱਥੇ ਜਿਵੇਂ ਦਾ ਕੰਮ ਮਿਲਦਾ ਸ਼ਿਫਟਾਂ ਲਗਾਉਂਦੇ ਨੇ। ਇਹ ਵੀ ਗੱਲ ਬੜੀ ਉੱਠਦੀ ਆ, ਲੋਕੀ ਕਹਿੰਦੇ ਨੇ ਕਿ ਜਦ ਤੁਹਾਨੂੰ ਪਤਾ ਤੁਸੀਂ ਇਹਨਾਂ ਮੁਲਕਾਂ 'ਚ ਆਏ ਹੋ, ਆਪਦਾ ਬੈਕਅਪ ਲੈ ਕੇ ਆਵੋ। ਇਹ ਮੁਲਕ ਨੇ ਤੁਹਾਡੇ ਨਾਲ ਗਿਆ, ਤੁਹਾਨੂੰ 20 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਆ। ਇਟ ਡਸਨਟ ਮੀਨ ਕਿ ਤੁਸੀਂ ਕੈਸ਼ ਦੇ ਉੱਤੇ ਕੰਮ ਕਰਦੇ ਹੋ। ਤੁਹਾਡੇ ਕਰਕੇ ਜਿਹੜਾ ਆ ਪ੍ਰੋਪਰ ਜਿਹੜੀ ਇੱਕ ਵੇਜ ਦਾ ਸਿਸਟਮ ਆ, $14 ਹਰ ਕਿਸੇ ਨੂੰ ਮਿਲਦੇ ਆ, ਤੁਹਾਡੇ ਕਰਕੇ ਉਹ ਡਾਊਨ ਜਾ ਰਹੀ ਆ ਵੀ ਤੁਸੀਂ ਕੈਸ਼ ਤੇ ਜਿੰਨੇ ਕੈਸ਼ ਰੁਪਏ ਮਿਲਦੇ ਆ ਉਹਨੇ ਤੇ ਕੰਮ ਕਰਨ ਲਈ ਰੈਡੀ ਹੋ ਜਾਂਦੇ ਹੋ, ਜਸਟ ਬਿਕੋਜ਼ ਆਫ ਕਿ ਤੁਸੀਂ ਫੀਸਾਂ ਭਰਨੀਆਂ ਹੁੰਦੀਆਂ। ਤੁਹਾਨੂੰ 20 ਘੰਟੇ ਕੰਮ ਕਰਨ ਦੀ ਇਜਾਜ਼ਤ ਆ, 20 ਘੰਟੇ ਕੰਮ ਕਰੋ। ਕਿਸ਼ਤਾਂ ਦਾ ਆਪਦਾ ਤੁਸੀਂ ਪਹਿਲਾਂ ਬੈਕਅਪ ਲੈ ਕੇ ਆਵੋ ਕਿ ਜੇ ਤੁਹਾਨੂੰ ਕੰਮ ਨਹੀਂ ਮਿਲਦਾ ਤਾਂ ਤੁਸੀਂ ਕਿਵੇਂ ਸਰਵਾਈਵ ਕਰਨਾ ਆ। ਮੈਮ ਉਹਨਾਂ ਨੂੰ ਕੋਈ ਪੁੱਛੇ, ਜਦੋਂ ਤੁਸੀਂ ਆਏ ਸੀ ਉਦੋਂ ਤਾਂ ਤੁਸੀਂ 5-5000 ਰੁਪਏ 'ਚ ਵੀ ਆਏ ਜੀ ਇੰਡੀਆ ਦੇ, ਤੁਸੀਂ ਬਹਿ ਕੇ ਸ਼ਿਪਾਂ ਦੇ ਵਿੱਚ ਵੀ ਆਏ ਜੀ, ਤੁਸੀਂ ਆਪਣੀਆਂ ਵੋਟੀਆਂ ਦੇ ਸਿਰ ਤੇ ਆਏ ਜੀ। ਅਸੀਂ ਸਟੂਡੈਂਟਸ ਆ, ਸਾਡੇ ਵੀ ਕੁਝ ਡ੍ਰੀਮ ਨੇ। ਸਾਨੂੰ ਜੇ ਇੰਡੀਆ 'ਚ ਪ੍ਰੋਪਰ ਜੌਬ ਨਹੀਂ ਮਿਲਦੀ, ਸਾਨੂੰ ਵਧੀਆ ਫਿਊਚਰ ਨਹੀਂ ਮਿਲਦਾ, ਤਾਂ ਅਸੀਂ ਕੀ ਉੱਥੇ 15-15000 ਦੀ ਜੌਬ ਦੇ ਵਿੱਚ ਅਸੀਂ ਭੁੱਖੇ ਮਰੀਏ, ਰਾਈਟ? ਸਾਡਾ ਵੀ ਕੋਈ ਹੈਗਾ ਵਾ ਡ੍ਰੀਮ ਹੈ, ਅਸੀਂ ਜਾਣਾ ਵਾ, ਸਾਡੀ ਇੱਛਾ ਸੀ, ਅਸੀਂ ਬਾਹਰ ਆਏ ਆ, ਅਸੀਂ ਮਿਹਨਤ ਕਰ ਰਹੇ ਆ। ਪ੍ਰੋਪਰ ਜਿਹੜਾ ਇੱਕ ਮਿਨੀਮਮ ਵੇਜ ਆ, ਘੱਟ ਵੀ ਤਾਂ ਇਹਨਾਂ ਨੇ ਕੀਤਾ, ਪੰਜਾਬੀਆਂ ਨੇ ਕੀਤਾ, ਆਪਣੇ ਬੰਦਿਆਂ ਨੇ ਕੀਤਾ, ਇੰਡੀਅਨਸ ਨੇ ਕੀਤਾ। ਜੇ ਅਸੀਂ ਰੈਸਟੋਰੈਂਟ 'ਚ ਕੰਮ ਮੰਗਣ ਜਾਂਦੇ ਆ ਜਾਂ ਕਿਸੇ ਅਸੀਂ ਜਗ੍ਹਾ ਤੇ ਕੰਮ ਮੰਗਣ ਜਾਂਦੇ ਜਿੱਥੇ ਜਿਨ੍ਹਾਂ ਦਾ ਉਹਨਾਂ ਦਾ ਦੇਸੀਆਂ ਦਾ ਹੁੰਦਾ ਵਾ ਆਪਣਾ ਬਿਜ਼ਨਸ, ਰਾਈਟ? ਤੇ ਉੱਥੇ ਜੇ ਚਾਹਣ ਤੇ $14 ਵੀ ਦੇ ਸਕਦੇ ਆ,
ਜੇ ਤੁਹਾਨੂੰ ਇੰਨਾ ਹੀ ਆਪਣੀ ਕਮਿਊਨਿਟੀ ਨਾਲ ਪਿਆਰ ਆ ਤੇ ਤੁਸੀਂ $14 ਤੇ ਕੰਮ ਦੇ ਦਿਓ, ਤੁਸੀਂ ਕਿਉਂ ਘੱਟਦੇ? ਉਦੋਂ ਤਾਂ ਤੁਸੀਂ ਹੱਸ ਕੇ ਕਹਿ ਦਿੰਦੇ ਨਹੀਂ ਆਪਾਂ 7 ਜਾਂ 8 ਦੇਣੇ ਆ, ਕੰਮ ਤੁਸੀਂ ਸਾਡੇ ਕੋਲੋਂ $21 ਤੋਂ ਵੀ ਵੱਧ ਕਰਾਉਂਦੇ ਜੀ, ਰਾਈਟ? ਤੇ ਫਿਰ ਉਹ ਇਹ ਗੱਲਾਂ ਤੋਂ ਵੀ ਨਾ ਗਲਤ ਫਾਕ ਬਾਅਦ ਚ ਤੁਸੀਂ ਕਿੱਦਾਂ ਕਹਿ ਦਿੰਦੇ ਬੈਕਅਪ ਲੈ ਕੇ ਆਈਏ। ਆਈਓ ਸਟੂਡੈਂਟਸ ਤੇ ਪੇਰੈਂਟਸ ਦੀਆਂ ਵੀ ਗੱਲਾਂ ਬਹੁਤ ਹੁੰਦੀਆਂ ਨੇ ਕਿ ਜਦੋਂ ਉਹਨਾਂ ਦੇ ਪੇਰੈਂਟਸ ਆਉਂਦੇ ਆ ਇੱਥੇ ਹਨਾ, ਤੁਸੀਂ ਆਪਦੀ ਕਨਵੋਕੇਸ਼ਨ ਤੇ ਬੁਲਾਉਂਦੇ ਹੋ ਜਾਂ ਉਹ 'ਚ ਸਭ ਦਾ ਸੁਪਨਾ ਹੁੰਦਾ ਕਿ ਆਪਣੇ ਪੇਰੈਂਟਸ ਨੂੰ ਆ ਮੁਲਕ ਵਿਖਾਈਏ। ਜਦੋਂ ਤੁਹਾਡੇ ਪੇਰੈਂਟਸ ਇੱਥੇ ਆਉਂਦੇ ਆ, ਅਸੀਂ ਕਹਿੰਦੇ ਆ ਸਟੂਡੈਂਟਸ ਦੇ ਪੇਰੈਂਟਸ ਇੱਥੇ ਆਉਂਦੇ ਆ, ਇੱਥੇ ਆ ਕੇ ਉਹ ਫੈਕਟਰੀਜ਼ ਦੇ ਵਿੱਚ ਕੰਮ ਕਰਨ ਲੱਗ ਜਾਂਦੇ ਆ। ਉਹ ਵੀ ਆਫ ਕੋਰਸ ਇੱਕ ਤਰ੍ਹਾਂ ਨਾਲ ਕਿ ਇੱਥੋਂ ਦੇ ਲੋਕਾਂ ਦੀ ਤੁਸੀਂ ਜੌਬ ਖੋ ਰਹੇ ਹੋ ਕਹਿੰਦੇ, ਤੇ ਦੂਜਾ ਹੈਗਾ ਕਿ 5-5 6-6 ਦੇ ਉੱਤੇ ਸ਼ਿਫਟਾਂ ਲਗਾਉਂਦੇ ਹੋ, ਤਾਂ ਮਤਲਬ ਇੰਨਾ ਸਟੈਂਡਰਡ ਗਿਰ ਜਾਂਦਾ ਆ। ਮੈਨੂੰ ਇੱਕ ਚੀਜ਼ ਦਾ ਜਵਾਬ ਦਿੱਤਾ ਜਾਵੇ ਵੀ ਜਦੋਂ ਫੈਕਟਰੀਜ਼ ਦੇ ਵਿੱਚੋਂ ਕਿ ਮਤਲਬ ਕੋਈ ਨਿਕਲਦੇ ਨੇ, ਠੀਕ ਆ, ਤੇ ਉਹਨਾਂ ਦੇ ਮੱਥੇ ਤੇ ਲਿਖਿਆ ਹੁੰਦਾ ਵੀ ਇਹਨਾਂ ਦਾ ਬੇਟਾ ਇੱਥੇ ਸਟੂਡੈਂਟ ਹੈ ਜਾਂ ਕੁਝ, ਜਾਂ ਆਪਾਂ ਉਹਨਾਂ ਨੂੰ ਜਾ ਕੇ ਪੁੱਛਿਆ ਜਾਂ ਆਪਾਂ ਕੁਝ ਹੋ ਸਕਦਾ ਉਹ PR ਹੋਣ, ਸਿਟੀਜ਼ਨ ਹੋਣ, ਜਾਂ ਕੀ ਪਤਾ ਇੱਥੋਂ ਦੇ ਜਿਹੜੇ ਕਾਫੀ ਚਿਰ ਪਹਿਲਾਂ ਲੋਕ ਆਏ ਨੇ ਉਹਨਾਂ ਨੇ ਆਪਣੇ ਰਿਸ਼ਤੇਦਾਰ ਸੱਦੇ ਹੋਣ, ਕਿਸੇ ਦੇ ਵੀ ਮੈਮ ਮੱਥੇ ਤੇ ਨਹੀਂ ਲਿਖਿਆ ਵੀ ਹਾਂ ਉਹ ਸਟੂਡੈਂਟ ਦਾ ਪਰਿਵਾਰ ਹੈ, ਜਾਂ ਉਹਨਾਂ ਨੇ ਆਪਣੀ ਟਿਕਟ ਦੇ ਜਿਹੜਾ ਬੱਚਾ ਆਪਣੇ ਮੰਮੀ ਪਾਪਾ ਨੂੰ ਇੱਥੇ ਬੁਲਾ ਸਕਦਾ ਵਾ, ਉਹਨਾਂ ਨੂੰ ਸਪਾਂਸਰ ਕਰਕੇ ਇੱਥੇ ਸੱਦ ਸਕਦਾ, ਘੁਮਾ ਫਿਰਾ ਸਕਦਾ, ਕਿ ਇੱਕ ਉਹ ਟਿਕਟ ਦੇ ਪੈਸੇ ਨਹੀਂ ਖਰਚ ਸਕਦੇ। ਸੈਟਲ ਹੋਣ ਤੋਂ ਬਾਅਦ ਹੀ ਬੱਚੇ ਸਾਦੇ ਆ। ਮੈਂ ਬਹੁਤ 2.5 ਸਾਲਾਂ ਦੇ ਵਿੱਚ ਬਹੁਤ ਕੇਸਿਸ ਦੇਖੇ ਆ, 2-2.5 ਸਾਲ ਆਲਮੋਸਟ ਹੋ ਗਏ ਆ। ਮੈਂ ਆਲਵੇਜ਼ ਇਹੀ ਵੇਖਿਆ ਵੀ ਉਹ PR ਜਾਂ ਸਿਟੀਜ਼ਨ ਹੁੰਦੇ ਨੇ ਜਾਂ ਉਹਨਾਂ ਦੇ ਰਿਲੇਟਿਵਸ ਵਗੈਰਾ ਹੁੰਦੇ ਜਿਹੜੇ ਰਿਫਿਊਜੀ ਕੇਸਿਸ ਤੇ ਆਏ ਹੁੰਦੇ, ਤੇ ਏਜ ਉਹਨਾਂ ਦੀ 60 ਤੋਂ ਪਲੱਸ ਹੁੰਦੀ ਆ। ਈਵਨ ਅਸੀਂ ਜਦੋਂ ਸਟਾਰਟਿੰਗ ਟਾਈਮ ਤੇ ਕਦੀ ਫੈਕਟਰੀ 'ਚ ਕੰਮ ਕੀਤਾ ਸੀ ਇੱਕ ਟਾਈਮ 'ਚ, ਤੇ ਅਸੀਂ ਵੀ ਉੱਥੇ ਦੇਖਿਆ ਸੀ ਹੁੰਦੇ ਸੀ। ਤੇ ਉਹ ਰੋਬ ਜਿੱਦਾਂ ਪੰਜਾਬ ਦੇ ਵਿੱਚ ਅਸੀਂ ਇੱਕ ਢਾਬੇ ਦੇ ਕੰਮ ਕਰਦੇ ਆ ਨਾ, ਉਹਦੇ ਤੋਂ ਵੀ ਗੰਦਾ ਰੋਬ ਸਾਡੇ ਤੇ ਮਾਰਿਆ ਜਾਂਦਾ ਸੀ। ਕਿਉਂ? ਅਸੀਂ ਇਲੀਗਲ ਆ ਜਾਂ ਉਹ ਇਲੀਗਲ ਨੇ? ਇਹ ਚੀਜ਼ਾਂ ਉਹ ਉਲਟਾ ਸਾਡੇ ਤੇ ਚੜ੍ਹਦੇ ਨੇ ਵੀ ਹਾਂ ਤੁਸੀਂ ਇਦਾਂ, ਤੁਸੀਂ ਉਦਾਂ। ਜੇ ਅਸੀਂ ਕੰਮ ਨਹੀਂ ਠੀਕ ਕਰਦੇ, ਆਪ ਉਹਨਾਂ ਨੂੰ ਪ੍ਰੋਪਰ ਇੱਕ ਫੈਸਿਲਿਟੀ ਦਿੱਤੀ ਜਾਂਦੀ ਬੈਠਣ ਦੀ। ਅਸੀਂ ਵੀ ਸਟੂਡੈਂਟ ਆ, ਅਸੀਂ ਵੀ ਕਿਸੇ ਦੇ ਬੱਚੇ ਆ, ਅਸੀਂ ਕੰਮ ਕਰ ਰਹੇ ਨਹੀਂ ਛੋਟੀਆਂ ਉਮਰਾਂ 'ਚ, ਉਹ ਇਲੀਗਲ ਹੋ ਕੇ ਕੰਮ ਕਰ ਰਹੇ। ਤੁਸੀਂ ਫੈਕਟਰੀ ਦੀ ਗੱਲ ਆਖੀ ਆ, ਮੈਨੂੰ ਯਾਦ ਆ ਕਿ ਮੇਰੀ ਲਾਈਵ ਪ੍ਰੋਗਰਾਮ ਦੇ ਵਿੱਚ ਇੱਕ ਲੇਡੀ ਨੇ ਕਾਲ ਕੀਤੀ ਸੀ, ਬਹੁਤ ਹੀ ਵਾਰੀ ਇਦਾਂ ਹੋਇਆ। ਕਹਿੰਦੇ ਸਟੂਡੈਂਟਸ ਜਦੋਂ ਫੈਕਟਰੀਜ਼ ਜਾਂ ਕਿਤੇ ਵੀ ਕੰਮ ਕਰਦੇ ਆ, ਇੱਕ ਆਉਂਦਾ ਨਾਲ ਦੂਜੇ ਨੂੰ ਲੈ ਕੇ ਆਉਂਦਾ, ਫਿਰ ਤੀਸਰੇ ਨੂੰ ਲੈ ਕੇ ਆਉਂਦਾ, ਆਪਦਾ ਪ੍ਰੋਪਰ ਉੱਥੇ ਗਰੁੱਪ ਬਣਾ ਲੈਂਦੇ ਆ, ਗਰੁੱਪਿਜ਼ਮ ਕਰ ਲੈਂਦੇ ਆ। ਉਸ ਤੋਂ ਬਾਅਦ ਕੰਮ ਉਹਨਾਂ ਨੇ ਕਰਨਾ ਨਹੀਂ ਹੁੰਦਾ। ਕਹਿੰਦੇ ਕਦੇ ਵਾਸ਼ਰੂਮ 'ਚ ਚਲੇ ਗਏ, ਘੰਟਾ ਉੱਥੋਂ ਨਹੀਂ ਨਿਕਲਣਾ ਹੈਗਾ, ਉਸ ਲੈਵਲ ਦਾ ਕੰਮ ਨਹੀਂ ਕਰਦੇ ਹੈਗੇ। ਬਾਕੀ ਜਿਹੜੇ ਉੱਥੇ ਜਿਨ੍ਹਾਂ ਨੇ ਉਹਨਾਂ ਨੂੰ ਜੌਬ ਦਵਾਈ ਹੁੰਦੀ, ਮੁੜ ਕੇ ਉਹਨਾਂ ਦੀ ਪੈਰ ਪੱਟਣ ਤੇ ਜਾਂਦੇ ਆ। ਉਹ ਜਿਹੜੀ ਲੇਡੀ ਨੇ ਤੁਹਾਨੂੰ ਕਾਲ ਕੀਤੀ ਆ, ਉਹ ਸੁਪਰਵਾਈਜ਼ਰ ਸੀ, ਮੈਨੇਜਰ ਸੀ, ਓਨਰ ਸੀ? ਨਹੀਂ, ਆਈ ਡੋਨਟ ਥਿੰਕ ਸੋ। ਕਹਿੰਦੀ ਕਿ ਮੇਰਾ ਸਟੂਡੈਂਟਸ ਨਹੀਂ, ਜਿਨ੍ਹਾਂ ਨੂੰ ਮੈਂ ਕੰਮ ਦਵਾਇਆ ਉਹਨਾਂ ਨੇ ਮੇਰੀ ਜੌਬ ਗਵਾਤੀ। ਤੁਸੀਂ ਕੰਮ ਨਹੀਂ ਸਹੀ ਕਰੋਗੇ, ਸੁਪਰਵਾਈਜ਼ਰ ਜਾਂ ਮੈਨੇਜਰ ਰੈਂਕ ਦਾ ਉੱਥੇ ਪੋਜੀਸ਼ਨ ਦਾ ਇੱਕ ਬੰਦਾ ਬੈਠਾ ਵਾ, ਉਹ ਆਈ ਡੋਨਟ ਥਿੰਕ ਕਿ ਉਹ ਪਾਗਲ ਆ ਵੀ ਜਿਹੜਾ ਇੱਕ ਕੋਈ ਨਵੇਂ ਬੱਚੇ ਆਉਂਦੇ ਜਾਂ ਪੁਰਾਣਾ ਤੁਹਾਨੂੰ ਹਨਾ। ਇੱਕ ਮੈਡਮ ਯੂਥ ਹੈ ਜਿਹੜੀ ਉਹ ਤੇਜ਼ ਕੰਮ ਕਰਦੀ, ਪੁਰਾਣੇ ਲੋਕਾਂ ਤੋਂ ਨਹੀਂ ਹੁੰਦਾ। ਤੇ ਮੇਬੀ ਉਹ ਵੀ ਰੀਜ਼ਨ ਹੋ ਸਕਦਾ ਵਾ। ਅਸੀਂ ਜੇ ਆਪਣੇ ਫਰੈਂਡ ਨਾਲ ਉੱਥੇ ਕੰਮ ਤੇ ਲਗਾਉਂਦੇ ਆ ਜਾਂ ਆਪਾਂ ਕਿਸੇ ਨੂੰ ਭਾਈਚਾਰੇ ਨੂੰ ਆਪਣੇ ਲਗਾਉਂਦੇ ਆ, ਤਾਂ ਅਸੀਂ ਇੱਕ ਦੂਜੇ ਦੀ ਬਾਹ ਫੜਨ ਵਾਲੇ ਆ। ਕਮਿਊਨਿਟੀ ਸਾਡੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉਹ ਇੱਕ ਦੂਜੇ ਦਾ ਹੈਲਪ ਕਰਦੇ ਆ ਵੀ ਜੇ ਤੇਰੇ ਕੋਲ ਕੰਮ ਨਹੀਂ ਹੈਗਾ ਆ ਜਾ, ਮੈਂ ਤੈਨੂੰ ਕੰਮ ਤੇ ਲਵਾ ਦਿੰਦਾ, ਰਾਈਟ? ਇਹਦਾ ਮੀਨ ਇਹ ਨਹੀਂ ਆ ਵੀ ਆਪਾਂ ਉੱਥੇ ਕੰਮ ਤੇ ਜਾ ਕੇ ਗਰੁੱਪਿਜ਼ਮ ਕਰਦੇ ਆ ਜਾਂ ਅਸੀਂ ਕੰਮ। ਮੈਂ ਲਾਸਟ ਈਅਰ 2018 'ਚ ਆਇਆ ਸੀ, ਤੇ ਮੈਨੂੰ ਆਲਮੋਸਟ 2 ਸਾਲ ਰੀਸੈਂਟਲੀ ਕੰਪਲੀਟ ਹੋਏ ਆ। ਤੇ ਜਿੱਥੋਂ ਤੱਕ ਮੈਂ ਮਿੱਟੀ ਪੁੱਟਣ ਤੋਂ ਲੈ ਕੇ ਡਿਸ਼ਵਾਸ਼ਰ ਤੇ ਸਿਕਿਉਰਿਟੀ ਗਾਰਡ ਤੋਂ ਲੈ ਕੇ ਡਰਾਈਵਰੀ ਹਰ ਇੱਕ ਕੰਮ ਕੀਤਾ। ਤੇ ਮੈਡਮ ਮੈਂ ਆਪਦੇ ਫਰੈਂਡਸ ਨੂੰ ਵੀ ਹੱਥ ਫੜ ਕੇ ਅੱਗੇ ਲਵਾਇਆ ਵਾ, ਬਟ ਸਾਡਾ ਕੋਈ ਗਰੁੱਪਿਜ਼ਮ ਨਹੀਂ ਸੀ। ਮੈਂ ਅੱਜ ਤੱਕ ਇਹ ਚੀਜ਼ ਨਹੀਂ ਦੇਖੀ। ਜੇ ਫਰੈਂਡਸ ਇਕੱਠੇ ਜਾਂਦੇ ਆ ਤਾਂ ਕੰਮ ਵਧੀਆ ਵੀ ਕਰਦੇ ਆ ਸਾਰਾ, ਤਾਂ ਹੀ ਤਾਂ ਅਗਲੇ ਕੰਮ ਇੰਨੀ ਚਿਰ ਤੋਂ ਟਿਕੇ ਆ। ਤੁਸੀਂ ਕੋਈ ਫੈਕਟਰੀ ਵੇਖ ਲਓ, ਸਟੂਡੈਂਟ 2-2 ਸਾਲ ਲੱਗੇ ਆ ਹੋ ਗਏ ਤੇ ਹਜੇ ਤੱਕ ਉੱਥੇ ਹੀ ਨੇ। ਜੇ ਐਡੀ ਗੱਲ ਹੋਵੇ, ਗਰੁੱਪਿਜ਼ਮ ਹੋਵੇ, ਕੰਮ ਨਹੀਂ ਕਰਦੇ, ਵਾਸ਼ਰੂਮ ਜਾਂਦੇ 1-1 ਘੰਟਾ ਬੈਠੇ ਰਹਿੰਦੇ ਆ, ਤਾਂ ਸੁਪਰਵਾਈਜ਼ਰ ਜਾਂ ਮੈਨੇਜਰ ਉਹ ਕਾਹਦੇ ਪੈਸੇ ਲੈ ਰਹੇ? ਕੱਢਦੇ। ਇਹ ਬਸ ਇੱਕ ਐਲੀਗੇਸ਼ਨ ਆ ਵੀ ਉਹਨਾਂ ਦਾ ਕੰਮ ਨਿਕਲ ਗਿਆ ਹਨਾ, ਉਹਨਾਂ ਨੂੰ ਕੰਮ ਤੋਂ ਕੱਢਤਾ ਜਸਟ ਬਿਕੋਜ਼ ਵੀ ਯੂਥ ਤੇਜ਼ ਕੰਮ ਕਰਦੀ, ਉਹਨਾਂ ਨੂੰ ਬੰਦੇ ਹੋਰ ਲੱਭ ਕੇ ਵਧੀਆ ਕੰਮ ਕਰਨ ਵਾਲੇ ਉਹਨਾਂ ਨੇ ਕੱਢਤਾ, ਐਲੀਗੇਸ਼ਨ ਲਾਤਾ ਜੀ। ਹਾਂਜੀ ਸਟੂਡੈਂਟ। ਇੱਕ ਹੋਰ ਗੱਲ ਹੈ ਜੀ ਡਰੈਸਿੰਗ ਸੈਂਸ ਨੂੰ ਲੈ ਕੇ ਵੀ, ਖਾਸ ਤੌਰ ਤੇ ਜਿਹੜੇ ਸਟੂਡੈਂਟਸ ਨੇ ਤੇ ਚੱਪਲਾਂ ਪਾ ਕੇ ਆਉਂਦੇ ਨੇ। ਕੁੜੀਆਂ ਜਿਹੜੀਆਂ ਨੇ ਜਦੋਂ ਪੰਜਾਬ 'ਚ ਹੁੰਦੀਆਂ ਨੇ ਸਿਰ ਤੇ ਚੁੰਨੀਆਂ ਤੱਕ ਹੁੰਦੀਆਂ ਨੇ, ਤੇ ਜਦੋਂ ਇੱਥੇ ਆ ਜਾਂਦੀਆਂ ਨੇ ਸ਼ਾਰਟ ਡਰੈਸਸ ਪਾਉਂਦੀਆਂ ਨੇ ਐਂਡ ਆਲ ਦੈਟ। ਸੋ ਡਰੈਸਿੰਗ ਦੇ ਬਾਰੇ ਕੀ ਕਹੋਗੇ ਵੀ ਭਾਈ ਸਰਦੀ ਦੇ ਮੌਸਮ 'ਚ ਵੀ ਚੱਪਲਾਂ ਪਾਈਆਂ ਹੁੰਦੀਆਂ ਨੇ, ਕਿਉਂ? ਮੈਮ ਜਦੋਂ ਆਪਾਂ ਵੀਜ਼ਾ ਲੈਂਦੇ ਆ ਤੇ ਉੱਥੇ ਇਮੀਗ੍ਰੇਸ਼ਨ ਵਾਲਿਆਂ ਦਾ ਨਾ ਇੱਕ ਸ਼ਰਤਾਂ ਹੁੰਦੀਆਂ ਕੁਝ ਜਿਹਦੇ ਮਤਲਬ ਸਾਨੂੰ ਅੰਡਰ ਵੀਜ਼ਾ ਮਿਲਦਾ। ਉੱਥੇ ਕਿਤੇ ਵੀ ਉਹਨਾਂ ਨੇ ਮੈਂਸ਼ਨ ਨਹੀਂ ਕੀਤਾ ਵੀ ਤੁਸੀਂ ਸਨੋ 'ਚ ਚੱਪਲਾਂ ਪਾ ਕੇ ਨਹੀਂ ਘੁੰਮ ਸਕਦੇ ਜਾਂ ਤੁਸੀਂ ਛੋਟੇ ਕੱਪੜੇ ਨਹੀਂ ਪਾ ਸਕਦੇ, ਫਾਟੀਆਂ ਜੀਨਾਂ ਨਹੀਂ ਪਾ ਸਕਦੇ। ਉਹ ਕਹਿੰਦੇ ਵੀ ਸਾਨੂੰ ਫਿਕਰ ਹੁੰਦੀ ਆ ਵੀ ਬੱਚੇ ਸਾਡੀ ਕਮਿਊਨਿਟੀ ਦੇ ਹੀ ਨੇ, ਵੀ ਠੰਡ 'ਚ ਤੁਸੀਂ ਐਂ ਤੁਰੇ ਫਿਰਦੇ ਹੋ, ਕੋਈ ਫਰੋਸਟ ਬਾਈਟ ਹੋ ਗਈ ਜਾਂ ਕੁਝ ਸਮਥਿੰਗ ਲਾਈਕ ਦੈਟ, ਹੈ ਨਾ? ਮੈਂ ਮੋਸਟਲੀ ਅੱਜ ਤੱਕ ਸਨੋ ਟਾਈਮ ਦੇ ਵਿੱਚ ਚੱਪਲਾਂ ਪਾ ਕੇ ਮੈਂ ਗੱਡੀਆਂ ਵਾਲਿਆਂ ਨੂੰ ਦੇਖਿਆ, ਤੇ ਆਈ ਡੋਨਟ ਥਿੰਕ ਸੋ ਵੀ ਮੇਰੇ ਕੋ ਵੀ ਫਰੋਮ ਲਾਸਟ 1 year ਅਰਾਊਂਡ ਕਾਰ ਹੈਗੀ ਆ,
ਤੇ ਈਵਨ ਮੈਂ ਵੀ ਜਦੋਂ ਸਰਦੀਆਂ 'ਚ ਹੁੰਦਾ ਸੀ ਚੱਪਲਾਂ ਮੋਸਟਲੀ ਪਾ ਕੇ ਰੱਖਦੇ ਸੀ। ਇਹ ਮੈਡਮ ਆਪਣੀ ਚੋਇਸ ਆ, ਇਹਦੇ ਵਿੱਚ ਆਪਾਂ ਕਿਸੇ ਨੂੰ ਜੱਜ ਕਰਕੇ, ਹੁਣ ਤੁਸੀਂ ਇੱਕ ਛੋਟੇ ਕੱਪੜਿਆਂ ਦੀ ਵੀ ਇੱਕ ਗੱਲ ਕੀਤੀ ਸੀ, ਮੈਂ ਰੀਸੈਂਟ ਇੰਟਰਵਿਊ 'ਚ ਦੇਖਿਆ ਮੈਂ ਵੀ ਹਾਂ ਬਿਲਕੁਲ ਜਿਹੜਾ ਚੁੱਕਦੀ ਰਹਿੰਦੀ ਆ ਮੈਂ ਹਨਾ ਜੀ। ਤੇ ਮੈਂ ਉਹਦੀ ਇਹੀ ਗੱਲ ਕਰੂੰਗਾ ਵੀ ਜੇ ਆਪਾਂ ਵੈਸਟਰਨ ਕਲਚਰ 'ਚ ਆ ਗਏ, ਆਪਾਂ ਗੋਰਿਆਂ ਦਾ ਕਲਚਰ ਨਹੀਂ ਦੇਖਣਾ। ਜੇ ਅਸੀਂ ਤੁਸੀਂ ਕੌਣ ਹੁੰਦੇ ਹੋ ਕਹਿਣ ਵਾਲੇ, ਤੁਸੀਂ ਆਪਦੇ ਬੱਚੇ ਸੰਭਾਲੋ। ਤੁਹਾਡੇ ਬੱਚੇ ਓਵਰ ਸਪੀਡਿੰਗ ਕਰਦੇ ਇੱਥੇ, ਠੀਕ ਹੈ ਜੀ। ਮੈਂ ਕਈ ਵੇਖਿਆ ਛੋਟੀਆਂ ਉਮਰਾਂ ਹੁੰਦੀਆਂ ਹਨਾ, ਆਈ ਡੋਂਟ ਥਿੰਕ ਸੋ ਵੀ ਉਹਨਾਂ ਦਾ ਲਾਇਸੈਂਸ ਵੀ ਹੋਣਗੇ, ਰਾਈਟ, ਐਂਡ ਦੇ ਡਰਾਈਵ ਲਾਈਕ ਐ ਆਉਣਗੇ, ਕੱਟ ਮਾਰ ਕੇ ਲੰਘ ਜਾਣਗੇ, ਠੀਕ ਹੈ ਜੀ। ਤੁਸੀਂ ਉਹਨਾਂ ਨੂੰ ਸੰਭਾਲੋ, ਉਹਨਾਂ ਦੇ ਡਰੈਸਿੰਗ ਸੈਂਸ ਦੇਖੋ। ਜਿਹੜੀਆਂ ਇੱਥੇ ਦੀਆਂ ਬੌਰਨ ਬ੍ਰੌਟ ਅਪ ਕੁੜੀਆਂ ਨੇ, ਇੱਥੋਂ ਦੇ ਬੌਰਨ ਬ੍ਰੌਟ ਅਪ ਮੁੰਡੇ ਨੇ, ਉਹਨਾਂ ਦਾ ਡਰੈਸਿੰਗ ਸੈਂਸ ਵੇਖੋ। ਤੁਸੀਂ ਸਾਡੇ ਵੱਲ ਕਿਉਂ ਜਾਂਦੇ ਹੋ? ਇੰਟਰਨੈਸ਼ਨਲ ਜੇ ਕੋਈ ਕੁੜੀ ਕੱਪੜੇ ਪਾ ਕੇ ਜਾ ਰਹੀ ਆ, ਛੋਟੇ ਉਹਦੇ ਕੱਪੜੇ ਨਹੀਂ ਆ, ਛੋਟੀ ਤੁਹਾਡੀ ਸੋਚ ਹੈ। ਜੇ ਤੁਸੀਂ ਵੈਸਟਰਨ ਕੰਟਰੀਜ਼ ਦੇ ਵਿੱਚ ਆ ਗਏ, ਉਹ ਕੁੜੀ ਨੇ ਇੰਡੀਆ ਨਹੀਂ ਜਾਣਾ ਨਾ ਪੰਜਾਬ 'ਚ। ਪੰਜਾਬ 'ਚ ਸਾਡੇ ਪੇਰੈਂਟਸ ਇਸ ਲਈ ਸਾਨੂੰ ਕੱਪੜੇ ਨਹੀਂ ਪਾਉਣ ਦਿੰਦੇ, ਮਤਲਬ ਕੁੜੀਆਂ ਨੂੰ ਇਸ ਲਈ ਛੋਟੇ ਕੱਪੜੇ ਨਹੀਂ ਪਾ ਕੇ ਦਿੰਦੇ ਕਿਉਂਕਿ ਉੱਥੇ ਮਾਹੌਲ ਨਹੀਂ ਸਹੀ ਹੈ, ਰਾਈਟ। ਉੱਥੇ ਜੇ ਤੁਸੀਂ ਕੋਈ ਕੁੜੀ ਬਾਹਰ ਰਾਤੀ 11 ਵਜੇ ਤੋਂ ਬਾਅਦ, ਮੇਰੇ ਹਿਸਾਬ ਨਾਲ 9-10 ਵਜੇ ਤੋਂ ਬਾਅਦ ਕੁੜੀ ਉੱਥੇ ਤੁਹਾਨੂੰ ਬਾਹਰ ਨਹੀਂ ਦਿਖੇਗੀ। ਬਹੁਤ ਮਤਲਬ ਹੁਣ ਜਿਹੜੀਆਂ ਮਲਟੀ ਸਿਟੀਜ਼ ਨੇ ਉੱਥੇ ਆਫ ਕੋਰਸ ਕੁੜੀਆਂ ਕੰਮ ਕਰਦੀਆਂ ਨੇ, ਉੱਥੇ ਵੀ ਬਹੁਤ ਆਜ਼ਾਦੀ ਹੋ ਗਈ ਹੈ, ਪਰ ਸੋਚ ਦੀ ਆਜ਼ਾਦੀ ਨਹੀਂ ਹੈਗੀ। ਚਾਹੇ ਜਿੰਨਾ ਮਰਜ਼ੀ ਇਸ ਵਕਤ ਮੈਨੂੰ ਨੀਚੇ ਕਮੈਂਟਸ ਆ ਰਹੇ ਹੋਣ ਵੀ ਕੁੜੀਆਂ ਕੰਮ ਕਰਦੀਆਂ, ਰਾਤ ਦੀਆਂ ਸ਼ਿਫਟਾਂ ਵੀ ਲਗਾਉਂਦੀਆਂ, ਪਰ ਰਾਤ ਨੂੰ ਸੋਚ ਦੀ ਆਜ਼ਾਦੀ ਨਹੀਂ ਹੈਗੀ। ਤੇ ਮੱਲੇ ਵਾਲੇ ਕੀ ਕਹਿੰਦੇ ਹੋਣਗੇ ਉਹ ਤੁਹਾਨੂੰ ਵੀ ਜ਼ਿਆਦਾ ਬੈਟਰ ਪਤਾ ਹੋਏਗਾ ਜੀ। ਮੈਮ ਇੱਥੇ ਮੈਂ ਹਿਸਾਬ ਲਾਇਆ ਵਾ ਵੀ ਜਿਹੜੇ ਇੱਥੋਂ ਦੇ ਬੌਰਨ ਬ੍ਰੌਟ ਅਪ ਬੌਰਨ ਬ੍ਰੌਟ ਅਪ ਬੱਚੇ ਆ ਨਾ, ਕੁੜੀਆਂ ਮੁੰਡੇ, ਮੇਰੇ ਵੀ ਕੁਝ ਫਰੈਂਡਸ ਹੈਗੇ ਨੇ ਇੱਧਰ ਦੇ ਬੌਰਨ ਬ੍ਰੌਟ ਅਪ ਨੇ, ਤੇ ਉਹਨਾਂ ਦੇ ਪੇਰੈਂਟਸ ਦੀ ਸੋਚ ਜਿਹੜੀ ਆ ਨਾ, ਉਹ ਕਿਤੇ ਵਧੀਆ ਸਾਡੇ ਇੰਡੀਆ ਦੇ ਬੰਦਿਆਂ ਨਾਲੋਂ, ਰਾਈਟ, ਜਾਂ ਇੱਥੋਂ ਦੇ ਜਿਹੜੇ ਇੰਡੀਅਨਸ ਨੇ ਉਹਨਾਂ ਨਾਲੋਂ ਕਿਤੇ ਬੈਟਰ ਨੇ। ਉਹਨਾਂ ਨੂੰ 20-25 ਸਾਲ ਹੋ ਗਏ, ਮੇਰੇ ਫੈਮਿਲੀ ਫਰੈਂਡਸ ਨੇ, ਪਾਪਾ ਦੇ ਨੌਨ ਨੇ, ਰਾਈਟ, ਐਂਡ ਉਹਨਾਂ ਦੇ ਬੱਚੇ ਵੀ ਆ, ਬਟ ਮੈਂ ਇਹਨਾਂ ਦੀ ਕਦੀ ਮੈਂਟੈਲਿਟੀ ਨਹੀਂ। ਇਹ ਜਿਹੜੇ ਕੁਝ ਕੁ ਲੋਕ ਨੇ, ਲਾਈਕ ਆਪਾਂ ਕਹਿ ਲਈਏ ਇੱਕੀ ਦੁੱਕੀ ਲੋਕ ਨੇ, ਇਹੋ ਜਿਹੀਆਂ ਗੱਲਾਂ ਕਰਦੇ ਨੇ ਵੀ ਹਾਂਜੀ ਇਹ ਏਦਾਂ ਵਾ ਜੀ, ਇਹ ਉਦਾਂ ਵਾ। ਹੁਣ ਮੈਂ ਤੁਹਾਨੂੰ ਦੱਸਦਾ, ਇੱਥੋਂ ਦੇ ਬੱਚਿਆਂ ਨਾਲੋਂ ਜ਼ਿਆਦਾ ਮਿਹਨਤ, ਸਾਡੇ ਨਾਲੋਂ ਜ਼ਿਆਦਾ ਮਿਹਨਤ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਮੁੰਡੇ ਆ ਨਾ, ਉਹਨਾਂ ਨਾਲੋਂ ਵੀ ਜ਼ਿਆਦਾ ਮਿਹਨਤਾਂ ਕੁੜੀਆਂ ਕਰਦੀਆਂ ਨੇ। ਅਸੀਂ ਤਾਂ ਫਿਰ 8 ਘੰਟੇ ਸ਼ਿਫਟ ਲਾ ਕੇ ਕਹੀਦਾ ਜੀ ਬੱਸ ਹੋ ਗਈ ਆ। ਉਹਨਾਂ ਨੇ ਜੀ 8 ਘੰਟੇ ਸ਼ਿਫਟਾਂ, 8 ਦੀ ਵੀ 16 ਘੰਟੇ ਲਾ ਲੈਂਦੀਆਂ, ਤੇ ਡਬਲ ਸ਼ਿਫਟ ਲਾ ਕੇ ਨਾ ਘਰੇ ਆ ਕੇ ਰੋਟੀ ਵੀ ਲਾਉਣੀ ਆ ਵਿਚਾਰੀਆਂ। ਦੋ ਮਾਈ ਲੈਂਗੁਏਜ ਸ਼ਾਇਦ ਮੇਰੀ ਹੁਣ ਐਪਰੋਪਰੀਏਟ ਨਾ ਹੋਵੇ, ਬਟ ਇਹ ਵੀ ਕਿਹਾ ਜਾਂਦਾ ਵੀ ਕੁੜੀਆਂ ਇੱਥੇ ਆ ਕੇ ਜਿਹੜੀਆਂ ਨੇ ਖਾਸ ਤੌਰ ਤੇ ਗਲਤ ਕੰਮਾਂ 'ਚ ਪੈ ਜਾਂਦੀਆਂ ਨੇ, ਸ਼ਾਰਟਕਟ ਯੂਜ਼ ਕਰਦੀਆਂ ਨੇ ਪੈਸੇ ਕਮਾਉਣ ਦੇ ਲਈ। ਐਵੇਂ ਦੇ ਕਮੈਂਟਸ ਵਿੱਚ ਵੀ ਬਹੁਤ ਵਾਰ ਮੈਂ ਵੇਖਣ ਨੂੰ ਮਿਲਿਆ ਐਵੇਂ ਦੇ। ਖੁਦ ਇੱਕ ਜੇ ਆਪਾਂ ਗੱਲ ਕਰੀਏ, ਇੱਕ ਰੇਡੀਓ ਦੇ ਉੱਤੇ ਵੀ ਇਹ ਜੀ ਗੱਲ ਜਿਹੜੀ ਹੈ ਸੁਣਨ ਨੂੰ ਮਿਲੀ ਸੀਗੀ ਕਿ ਕੁੜੀਆਂ ਜਿਹੜੀਆਂ ਨੇ ਇੱਥੇ ਗਲਤ ਕੰਮਾਂ 'ਚ ਪੈ ਗਈਆਂ ਨੇ, ਸ਼ਾਰਟਕਟ ਦੇ ਜ਼ਰੀਏ ਪੈਸੇ ਕਮਾਉਂਦੀਆਂ ਨੇ। ਮੈਡਮ ਮੈਂ ਫਿਰ ਇੱਕ ਉਹੀ ਡਾਇਲੌਗ ਦਾ ਯੂਜ਼ ਕਰਾਂਗਾ ਵੀ ਠੱਪਾ ਦਿਖਾਓ, ਵੀ ਜਿਹੜੀ ਕੁੜੀ ਗਲਤ ਕੰਮ ਕਰ ਰਹੀ ਆ ਮੈਨੂੰ ਠੱਪਾ ਦਿਖਾਓ ਵੀ ਉਹ ਇੰਟਰਨੈਸ਼ਨਲ ਸਟੂਡੈਂਟ ਆ ਤੇ ਉਹ ਸ਼ਾਰਟਕਟ ਯੂਜ਼ ਕਰ ਰਹੀ ਆ। ਉਹ ਇੱਥੋਂ ਦੀ ਬੌਰਨ ਬ੍ਰੌਟ ਅਪ ਵੀ ਹੋ ਸਕਦੀ ਆ, ਉਹ ਕਿਸੇ ਹੋਰ ਕੰਟਰੀ ਦੀ ਵੀ ਹੋ ਸਕਦੀ ਹੈ। ਏਸ਼ੀਆ ਦੇ ਵਿੱਚ ਇੰਡੀਅਨਸ ਵਰਗੇ ਅਫਗਾਨਿਸਤਾਨ ਤੋਂ ਵੀ ਆਉਂਦੇ ਨੇ, ਪਾਕਿਸਤਾਨ ਤੋਂ ਵੀ ਆਉਂਦੇ ਨੇ, ਬੰਗਲਾਦੇਸ਼ ਤੋਂ ਵੀ ਆਉਂਦੇ ਨੇ। ਕਿੱਥੇ ਕਹਿ ਸਕਦੇ ਵੀ ਉਹ ਇੰਟਰਨੈਸ਼ਨਲ ਸਟੂਡੈਂਟਸ ਪੰਜਾਬੀ ਨੇ ਜਾਂ ਸਾਡੀ ਕਮਿਊਨਿਟੀ ਦੇ ਨਾਲ। ਇੱਧਰ ਦੇ ਬੌਰਨ ਬ੍ਰੌਟ ਅਪ ਵੀ ਹੋ ਸਕਦੇ ਨੇ, ਪੁਰਾਣੇ ਪੀਆਰ ਵੀ ਹੋ ਸਕਦੇ। ਬਟ ਤੁਹਾਡੇ ਨਾਲ ਹੈਗੀਆਂ, ਤੁਹਾਡੇ ਨਾਲ ਗਰਲਸ ਵੀ ਕੰਮ ਕਰਦੀਆਂ ਰਹੀਆਂ ਹੋਣੀਆਂ, ਤੁਸੀਂ ਆਪਦੇ ਆਲੇ ਦੁਆਲੇ ਕੋਈ ਵੇਖਿਆ ਕੋਈ ਇਦਾਂ ਦੀ ਐਗਜ਼ਾਮਪਲਸ ਕਿ ਬਾਕੀ ਕੁੜੀਆਂ ਇਦਾਂ ਕਰਦੀਆਂ ਨੇ? ਨਹੀਂ ਮੈਮ, ਸਾਡਾ ਕਾਲਜ ਦੇ ਵਿੱਚ ਗਰੁੱਪ ਕਾਫੀ ਵੱਡਾ ਸੀ ਤੇ ਮੈਂ ਅੱਜ ਤੱਕ ਇਦਾਂ ਦੀ ਚੀਜ਼ ਨਹੀਂ ਮੈਂ ਸੁਣੀ ਵੀ ਨਹੀਂ ਤੇ ਦੇਖੀ ਵੀ ਨਹੀਂ। ਹਾਂਜੀ ਇੰਨਾ ਸਾਨੂੰ ਪਤਾ ਇੱਥੇ ਆ ਚੀਜ਼ਾਂ ਦਾ ਵੀ ਲੋਕੀ ਰੌਲਾ ਪਾਉਂਦੇ ਆ, ਬਟ ਕਿਸੇ ਕੋਲ ਵੀ ਫੈਕਟ ਨਹੀਂ ਹੈਗਾ। ਕਿਸੇ ਨੂੰ ਰੰਗੇ ਹੱਥ ਸਟੂਡੈਂਟ ਨੂੰ ਫੜਿਆ ਹੋਵੇ ਵੀ ਕੁੜੀ ਸਟੂਡੈਂਟ ਹੋਵੇ ਤੇ ਉਹਨੂੰ ਡਿਪੋਰਟ ਕਰੋ, ਫੜਿਆ ਤਾਂ ਹੈ ਨਹੀਂ ਕਿਸੇ ਨੂੰ। ਅੱਜ ਤੱਕ ਮੈਂ ਕੋਈ ਨਿਊਜ਼ ਨਹੀਂ ਸੁਣੀ, ਅੱਜ ਤੱਕ ਕੋਈ ਮੈਂ ਵੀਡੀਓ ਨਹੀਂ ਦੇਖੀ। ਮੈਂ ਉਹ ਜਿਹੜੇ ਰੇਡੀਓ ਵਾਲੇ ਨੇ ਗੱਲ ਵੀ ਕੀਤੀ ਹੋਊਗੀ, ਉਹ ਇੱਥੇ ਆਵੇ ਮੇਰੇ ਸਾਹਮਣੇ ਮੈਨੂੰ ਦੱਸੇ ਵੀ ਹਾਂ ਕਿਹੜੀ ਕੁੜੀ ਆ ਜਿਹਨੇ ਆਹ ਕੰਮ ਸ਼ਾਰਟਕਟ ਯੂਜ਼ ਕੀਤੇ ਆ ਜਾਂ ਐਂਡ ਆਲ ਰਾਈਟ। ਇਹ ਪੀਆਰ ਵੀ ਹੋ ਸਕਦੇ ਨੇ, ਇਹ ਇੱਧਰ ਦੇ ਬੌਰਨ ਬ੍ਰੌਟ ਅਪ ਵੀ ਹੋ ਸਕਦੇ ਨੇ, ਇਹ ਕੁਝ ਹਸਬੈਂਡਸ ਦੇ ਸਿਰ ਤੇ ਵੀ ਆਉਂਦੀਆਂ ਨੇ ਜਾਂ ਕੁਝ ਵੀ। ਮੈਡਮ ਇੱਕ ਰਲੇ ਮਿਲੇ ਬੱਚੇ, ਇੱਕ ਇੰਟਰਨੈਸ਼ਨਲ ਸਟੂਡੈਂਟ ਡਿਫਰੈਂਟ ਨੇ, ਸਪਾਊਸ ਵੀਜ਼ੇ ਵਾਲੇ ਜਿਹੜੇ ਨੇ ਉਹ ਡਿਫਰੈਂਟ ਨੇ। ਆਪਾਂ ਇਹਨਾਂ ਨੂੰ ਮਿਕਸ ਨਹੀਂ ਕਰ ਸਕਦੇ, ਭਾਵੇਂ ਸਟਰਗਲ ਉਹ ਸਾਡੇ ਤੋਂ ਵੱਧ ਕਰਦੇ ਆ, ਬਰਾਬਰ ਕਰਦੇ, ਘੱਟ ਕਰਦੇ ਆ। ਇੰਟਰਨੈਸ਼ਨਲ ਸਟੂਡੈਂਟ ਇਜ਼ ਲਾਈਕ ਸਾਨੂੰ ਸਿਰਫ 20 ਆਵਰਸ ਅਲਾਉਡ ਹੁੰਦੇ ਆ, ਸਾਨੂੰ ਘਰ ਨਹੀਂ ਲੱਭਦੇ, ਸਾਨੂੰ ਬੇਸਮੈਂਟਾਂ ਨਹੀਂ ਲੱਭਦੀਆਂ, ਅਸੀਂ ਮਾਰ ਕੇ ਕੰਮ ਕਰਦੇ ਆ। ਕਾਲਜ ਅਸੀਂ ਲਾਉਣੇ, ਰਾਤ ਸ਼ਿਫਟਾਂ ਅਸੀਂ ਲਾਉਣੇ, ਬੱਸਾਂ ਦੇ ਸਟੈਂਡਾਂ ਤੇ ਅਸੀਂ ਖਲੋਤੇ ਹੁੰਦੇ ਆ। ਅਸੀਂ ਕੋਈ ਵਰਕ ਪਰਮਿਟਾਂ ਦੇ ਨਹੀਂ ਆਏ ਵੀ ਸਾਨੂੰ ਈਜ਼ੀਲੀ ਕੰਮ ਮਿਲ ਜੂ। ਸਾਨੂੰ ਇੱਕ ਕੰਮ ਲੈਣ ਲਈ 17 ਤੋਂ 18 ਏਜੰਸੀਆਂ ਗਾਉਣੀਆਂ ਪੈਂਦੀਆਂ, ਰਾਈਟ। 3-3 ਮਹੀਨੇ, ਕਈ ਬੰਦੇ 8-8 ਮਹੀਨੇ ਵਿਹਲੇ ਬੈਠੇ ਆ। ਮੈਂ ਜਦੋਂ ਮੈਂ ਨਵਾਂ ਆਇਆ ਸੀ, ਮੈਂ ਸ਼ੁਰੂ ਤੋਂ, ਮੇਰਾ ਕਾਲਜ ਬੈਰੀ ਚ ਜਾਰਜੀਅਨ ਚ ਪੜ੍ਹਦਾ ਮੈਂ, ਬੈਰੀ ਚ, ਰਾਈਟ। ਐਂਡ ਮੈਂ ਸ਼ੁਰੂ ਤੋਂ ਇੱਥੇ ਆਪਣੇ ਫਰੈਂਡਸ ਐਂਡ ਕਜ਼ਨਸ ਕੋ ਰਿਹਾ ਵਾਂ, ਹੈ ਨਾ। ਮੇਰੇ ਰਿਲੇਟਿਵਸ ਨੇ, ਫੈਮਿਲੀ ਫਰੈਂਡਸ ਨੇ, ਹੈ ਨਾ, ਉਹਨਾਂ ਦੇ ਪਾਪਾ ਨੇ ਇੱਥੇ ਭੇਜਿਆ, ਰਾਈਟ। ਮੈਂ ਉਹਨਾਂ ਕੋ ਰਿਹਾ ਤਾਂ ਮੈਨੂੰ ਤਾਂ ਈਜ਼ੀਲੀ ਕੰਮ ਮਿਲ ਰਿਹਾ ਸੀ। ਬਟ ਮੈਂ ਕਈ ਬੰਦੇ ਜਿਹੜੇ ਬੈਰੀ ਤੋਂ ਬੁਲਾ ਕੇ ਇੱਥੇ ਹਾਂਜੀ ਨਾਲ ਜੌਬ ਤੇ ਲਗਵਾਏ ਨੇ,
ਰਾਈਟ 8-8 ਮਹੀਨੇ ਵੀ ਬੰਦੇ ਵਿਹਲੇ ਬੈਠੇ ਨੇ। ਸੋ ਆਪਾਂ ਇਹ ਗੱਲ ਸਾਨੂੰ ਵਧੀਆ ਨਹੀਂ ਲੱਗਦੀ ਵੀ ਇੱਕ ਸਟੂਡੈਂਟ ਦਾ ਸਟਰਗਲ, ਜੇ ਮੈਂ ਮੋਰਲ ਪੂਰਾ ਕੱਢਾਂ, ਇੱਕ ਸਟੂਡੈਂਟ ਦਾ ਜਦੋਂ ਤੁਸੀਂ ਇੰਡੀਆ 'ਚ ਸੋਚਦੇ ਹੋ ਵੀ +2 ਕਰ ਲਿਆ ਜੀ, ਹੁਣ ਤਾਂ ਆਪਾਂ ਜਾ ਕੇ ਕੈਨੇਡਾ ਜਾਣਾ, ਉੱਥੇ ਪੜ੍ਹਨਾ, ਮਿਹਨਤਾਂ ਕਰਨੀਆਂ, PR ਲੈਣੀ, ਸੈੱਟ ਹੋਣਾ, ਪੇਰੈਂਟਸ ਨੂੰ ਬੁਲਾਉਣਾ, ਰਾਈਟ, ਉੱਥੋਂ ਜੋ ਸੋਚ ਕੇ ਆਉਂਦੇ ਹੋ ਇੱਥੋਂ ਦੀ ਰਿਐਲਿਟੀ ਕਿੰਨੀ ਕੁ ਡਿਫਰੈਂਟ ਆ? ਟੋਟਲੀ ਡਿਫਰੈਂਟ। ਟੋਟਲੀ। ਉੱਥੇ ਆਪਾਂ ਸਿਰਫ ਇਮੇਜਿਨ ਕਰ ਸਕਦੇ ਹਾਂ, ਇੱਥੇ ਸਾਨੂੰ ਇੱਕ ਤਾਂ ਮੈਮ ਜੇ ਇੱਥੇ ਆਪਣੀ ਕਮਿਊਨਿਟੀ ਚੰਗੀ ਹੋਵੇ, ਸਾਨੂੰ ਕੁਝ ਵੀ ਇਦਾਂ ਦਾ ਫੇਸ ਨਾ ਕਰਨਾ ਪਵੇ। ਤੁਹਾਨੂੰ ਅਨਸਾਰ ਜਿਵੇਂ ਤੁਸੀਂ ਆਪਾਂ ਕਹਿੰਦੇ ਇਹਨਾਂ ਨੂੰ ਸੜਕਾਂ ਪਾਰ ਨਹੀਂ ਕਰਨੀਆਂ ਆਉਂਦੀਆਂ ਜਾਂ ਕੁਝ, ਕਦੇ ਕਿਸੇ ਕਮਿਊਨਿਟੀ ਵਾਲੇ ਨੇ ਮਿਲ ਕੇ ਤੁਹਾਨੂੰ ਕੁਝ ਸਮਝਾਇਆ ਵੀ ਕਾਕਾ ਆ ਚੀਜ਼ ਐਦਾਂ ਨਹੀਂ ਐਦਾਂ ਕਰਨੀ ਆ, ਜਾਂ ਆਹ ਚੀਜ਼ ਚੰਗੀ ਨਹੀਂ ਲੱਗਦੀ ਹੈਗੀ, ਜਾਂ ਕੋਈ ਐਵੇਂ ਦੇ ਗਰੁੱਪਸ ਹੋਣ ਜਿਨ੍ਹਾਂ ਨੇ ਤੁਹਾਨੂੰ ਆ ਕੇ ਥੋੜੀ ਬਹੁਤ ਗਾਈਡੈਂਸ ਦਿੱਤੀ ਹੋਵੇ? ਨਹੀਂ, ਜਿਨ੍ਹਾਂ ਕੋਲ ਅਸੀਂ ਆਉਂਦੇ ਆ ਆਪਣੇ ਫਰੈਂਡਸ ਜਾਂ ਜਿਹੜੇ ਸਾਨੂੰ 에ਅਰਪੋਰਟ ਤੋਂ ਪਿਕ ਕਰਦੇ ਨੇ, ਮੋਸਟਲੀ ਉਹੀ ਸਾਨੂੰ ਸਾਰੀਆਂ ਚੀਜ਼ਾਂ ਸਮਝਾਉਂਦੇ ਨੇ। ਈਵਨ ਅਸੀਂ ਜੇ ਕੋਈ ਚੀਜ਼ ਕਰਦੇ ਵੀ ਆ ਨਾ ਤਾਂ ਸਾਨੂੰ ਸਾਡੀ ਕਮਿਊਨਿਟੀ ਵਾਲੇ ਲਾਗੋਂ ਲੰਘ ਜਾਂਦੇ। ਲਾਈਕ ਮੈਂ ਆਪਣੀ ਗੱਲ ਦੱਸਾਂਗਾ, ਮੈਂ ਨਵਾਂ ਆਇਆ ਸੀ, ਮੈਨੂੰ ਆਪਣੀ ਕਮਿਊਨਿਟੀ ਵਾਲੇ ਬੰਦੇ ਦੇਖ ਕੇ ਬੜਾ ਚਾਅ ਜਿਹਾ ਚੜਦਾ ਸੀ ਵੀ ਬਰੈਂਪਟਨ 'ਚ ਰਹਿ ਰਹੇ ਆ, ਜਿਹੜਾ ਸ਼ਹਿਰ ਇੰਡੀਆ 'ਚ ਰਹਿ ਕੇ ਸੌਂਦੇ ਸੀ, ਅੱਜ ਆਪਾਂ ਉੱਥੇ ਰਹਿ ਰਹੇ ਆ, ਅਸੀਂ ਆਪਣੇ ਡ੍ਰੀਮਸ ਪੂਰੇ ਕਰ ਰਹੇ ਆ। ਮੈਂ ਕਈ ਵਾਰ ਕੰਮ ਤੋਂ ਆਉਂਦੇ ਰਾਤ ਸਵੇਰ ਸਾਨੂੰ ਜੇ ਕੋਈ ਅੰਕਲ ਆਂਟੀ ਜਿਵੇਂ ਲਾਈਕ ਸੈਰ ਕਰਦੇ ਨੇ ਹਨਾ ਫੁੱਟਪਾਥ ਤੇ, ਤਾਂ ਕਾਫੀ ਏਜ ਦੇ ਹੁਣ ਸਾਡੇ ਫਾਦਰ ਸਾਹਿਬ ਨੇ ਤੇ ਸਾਨੂੰ ਇਹੀ ਸਿਖਾਇਆ ਵੀ ਜੇ ਤੁਹਾਡੇ ਤੋਂ ਕੋਈ ਵੱਡਾ ਮਿਲੇ, ਛੋਟਾ ਮਿਲੇ, ਯਾਰ ਤੁਹਾਨੂੰ ਜਾਣਦਾ ਹੋਵੇ ਨਾ ਜਾਣਦਾ ਹੋਵੇ, ਤੁਸੀਂ ਉਹਨੂੰ ਫਤਿਹ ਬੁਲਾਉਣੀ ਆ ਤੇ ਜਾਂ ਜੀ ਉਹਦੇ ਪੈਰੀ ਹੱਥ ਲੱਗ ਜਾਣਾ, ਰਾਈਟ ਜੀ। ਮੈਂ ਸਤਿ ਸ੍ਰੀ ਅਕਾਲ ਬੁਲਾ ਦਿੰਦਾ ਹੁੰਦਾ ਸੀ ਐਂਡ 60% ਲੋਕਾਂ ਨੇ ਅੱਜ ਤੱਕ ਮੇਰੀ ਸਤਿ ਸ੍ਰੀ ਅਕਾਲ ਦਾ ਰਿਪਲਾਈ ਨਹੀਂ ਕੀਤਾ ਕਿਤੇ, ਜਸਟ ਬਿਕੋਜ਼ ਮੈਂ ਸੇਫਟੀ ਸ਼ੂ ਪਾਈ ਸੀ ਤੇ ਮੋਢਿਆਂ ਤੇ ਬੈਗ ਟੰਗਿਆ ਸੀ, ਤੇ ਮੇਬੀ ਇਹੀ ਪਛਾਣ ਆ ਸਾਡੀ ਇੰਟਰਨੈਸ਼ਨਲ ਸਟੂਡੈਂਟਸ ਦੀ, ਦੈਟਸ ਵਾਈ ਉਹਨਾਂ ਨੇ ਸਾਡਾ ਰਿਪਲਾਈ ਨਹੀਂ ਕੀਤਾ। ਹੁਣ ਤਾਂ ਜੀ ਚਲੋ ਅਸੀਂ ਇਹ ਕੰਮ ਛੱਡ ਹੀ ਦਿੱਤਾ। ਜਦੋਂ ਤੁਸੀਂ ਅੱਗੋਂ ਵਧੀਆ ਟਰੀਟ ਕਰੋਗੇ ਨਾ, ਹੁਣ ਜੇ ਮੈਂ ਤੁਹਾਡੇ ਕੋਲ ਆਇਆ, ਮੈਂ ਤੁਹਾਨੂੰ ਵਧੀਆ ਬੁਲਾ ਰਿਹਾ ਹਾਂ, ਤਾਂ ਤੁਸੀਂ ਉਹਨਾਂ ਜਿਹੜੀ ਮੈਨੂੰ ਵਧੀਆ ਬੁਲਾਓਗੇ। ਜਦੋਂ ਮੈਂ ਤੁਹਾਨੂੰ ਗਲਤ ਬੋਲਾਂਗਾ ਜਾਂ ਕੁਝ ਕਰਾਂਗਾ ਜਾਂ ਗਲਤ ਟਰੀਟ ਕਰਾਂਗਾ ਨਾ, ਤਾਂ ਤੁਸੀਂ ਉਸੇ ਵੇਲੇ ਮੇਰੇ ਐਂਟੀ ਹੋ ਜਾਣਾ। ਸੇਮ ਚੀਜ਼ ਮੈਮ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਲੈ ਕੇ ਆਉਂਦੀ, ਜੇ ਤੁਸੀਂ ਉਹਨਾਂ ਨਾਲ ਵਧੀਆ ਟਰੀਟ ਕਰੋ, ਉਹਨਾਂ ਨੂੰ ਚੰਗਾ ਕੰਮ ਦਿਓ, ਜੇ ਕੰਮ ਤੇ ਜਾਂ ਘਰ 'ਚ ਰੱਖਦੇ, ਜੇ ਉਹਨਾਂ ਨੂੰ ਆਪਣੇ ਬੱਚਿਆਂ ਵਾਂਗੂ ਰੱਖੋ ਜਿੱਦਾਂ ਪੰਜਾਬ 'ਚ ਰੱਖਦੇ, ਠੀਕ ਹੈ ਜੀ, ਤੇ ਉਹ ਸਾਰਾ ਕੁਝ ਹੋ ਸਕਦਾ। ਕਹਿੰਦੇ ਬੇਸਮੈਂਟ 'ਚ ਵੀ ਬਹੁਤ ਖਲਾਰਾ ਪਾਉਂਦੇ ਆ, ਬੇਸਮੈਂਟਾਂ ਸਾਫ਼ ਨਹੀਂ ਰੱਖਦੇ ਹੈਗੇ, ਇੱਕ ਬੇਸਮੈਂਟ 'ਚ ਕਿੰਨੇ ਸਟੂਡੈਂਟਸ ਰਹਿੰਦੇ ਆ। ਮੈਡਮ ਇੱਥੋਂ 5 ਮਿੰਟ ਦੀ ਡਰਾਈਵ ਤੇ ਮੇਰਾ ਘਰ ਆ। ਜੇ ਤੁਸੀਂ ਘਰ ਵੇਖੋਗੇ ਨਾ, ਕਿਸੇ ਸਿਟੀਜ਼ਨ ਬੰਦੇ ਨਾਲੋਂ ਵੀ ਸੋਹਣਾ ਘਰ ਹੋਊ। ਅਸੀਂ ਤਾਂ ਨਹੀਂ ਪਾਇਆ, ਅਸੀਂ 2 ਸਾਲ ਰਹੇ ਆ ਪੁਰਾਣੇ ਘਰ 'ਚ, ਇੱਥੇ ਰੀਸੈਂਟਲੀ ਅਸੀਂ ਮੂਵ ਹੋਏ ਆ ਹਨਾ। ਸਾਡਾ ਉਹ ਵੀ ਘਰ ਸਾਫ਼ ਸੀ, ਆ ਵੀ ਘਰ ਸਾਫ਼ ਆ। ਇਹ ਮੈਮ ਡਿਪੈਂਡ ਕਰਦਾ ਵਾ ਵੀ ਅਸੀਂ ਕਿੱਦਾਂ, ਸਾਡਾ ਓਨਰ ਕਿੱਦਾਂ ਦਾ। ਹੁਣ ਜਦੋਂ ਓਨਰ ਨੇ ਆ ਕੇ ਰੌਲਾ ਪਾਈ ਜਾਣਾ ਸਾਫ਼ ਕਰੋ, ਤੇ ਖਲਾਰਾ ਭਾਵੇਂ ਆਪਦਾ ਹੀ ਹੋਵੇ, ਰਾਈਟ। ਆਪਾਂ ਕਹਿ ਸਕਦੇ ਹਾਂ ਜਿਹੜੇ ਬੇਸਮੈਂਟ 'ਚ ਰਹਿ ਰਹੇ ਨੇ ਉਹ ਕੋਈ ਹੋਰ ਵੀ ਹੋ ਸਕਦੇ ਨੇ। ਹੁਣ ਕਈ PR ਬੰਦੇ ਨੇ ਜਿਨ੍ਹਾਂ ਕੋਲ ਇੱਥੇ ਛੇਤੀ ਕਿਤੇ ਘਰ ਨਹੀਂ ਲਿੱਤੇ ਜਾਂਦੇ, ਉਹ ਵੀ ਬੰਦੇ ਰਹਿੰਦੇ ਨੇ, ਠੀਕ ਹੈ ਜੀ, ਕੋਈ ਵੀ ਹੋ ਸਕਦਾ। ਆਪਾਂ 1 ਜਾਂ 2 ਬੰਦਿਆਂ ਪਿੱਛੇ ਅਸੀਂ ਪੂਰੀ ਇੰਟਰਨੈਸ਼ਨਲ ਸਟੂਡੈਂਟਸ ਦੀ ਕਮਿਊਨਿਟੀ ਨੂੰ ਬਦਨਾਮ ਨਹੀਂ ਕਰ ਸਕਦੇ। ਇੱਕ ਮੈਮ ਹੋਰ ਚੀਜ਼ ਆ, ਨਿਊਜ਼ੀਲੈਂਡ 'ਚ ਵੀ ਸਟੂਡੈਂਟ ਜਾਂਦੇ ਨੇ, ਅਮਰੀਕਾ 'ਚ ਵੀ ਸਟੂਡੈਂਟ ਜਾਂਦੇ ਨੇ, ਆਸਟ੍ਰੇਲੀਆ ਵੀ ਜਾਂਦੇ ਆ। ਅਸੀਂ ਅੱਜ ਤੱਕ ਇੰਨੀ ਕੰਟਰੋਵਰਸੀ ਨਹੀਂ ਸੁਣੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ। ਮੇਰੇ ਆਸਟ੍ਰੇਲੀਆ 'ਚ ਵੀ ਫਰੈਂਡਸ ਨੇ ਜਿਹੜੇ ਜਦੋਂ ਆਪਾਂ +2 ਕੀਤੀ ਤੇ ਕੁਝ ਆਸਟ੍ਰੇਲੀਆ ਨੂੰ ਚਲੇ ਗਏ, ਕੁਝ ਨਿਊਜ਼ੀਲੈਂਡ ਨੂੰ, ਤੇ ਜਿਹੜੇ ਮੇਰੇ ਵਰਗੇ ਸੀ ਵਿਚਾਰੇ ਉਹ ਕੈਨੇਡਾ ਆ ਗਏ। ਵੀ ਅਸੀਂ ਹੁਣ ਸੋਚਦੇ ਆ ਵੀ ਸਾਡੀ ਕਿਸਮਤ ਮਾੜੀ ਆ, ਅਸੀਂ ਇੱਕ ਜਾ ਰਹੇ ਆ ਨਾ, ਤੇ ਸਾਨੂੰ ਐ ਦੇਖਿਆ ਜਾਂਦਾ ਵੀ ਜਿਵੇਂ ਬੈਗ 'ਚ ਬੰਬ ਪਾਇਆ ਤੇ ਅਸੀਂ ਆਤੰਕਵਾਦੀਆਂ। ਸੋ ਸਾਡੀ ਏਦਾਂ ਦੀ ਦੇਖਣੀ ਹੋ ਗਈ, ਸਾਰੇ ਆਪਣੀ ਕਮਿਊਨਿਟੀ ਵਾਲਿਆਂ ਨੂੰ ਗਲਤ ਦੇਖਦੇ ਆ। ਅਸੀਂ ਨਾ ਚੋਰੀ ਕੀਤੀ, ਨਾ ਡਾਕਾ ਮਾਰਿਆ, ਨਾ ਅਸੀਂ ਸੜਕ ਤੇ ਖਿਲਾਰ ਕੇ ਕਿਸੇ ਬੰਦੇ ਨੂੰ ਲੁੱਟਿਆ। ਇਹ ਸਾਰੇ ਕੰਮ ਕੌਣ ਕਰਦੇ ਨੇ? ਇੱਥੋਂ ਦੇ ਬੌਰਨ ਬ੍ਰੈਡ ਲੋਕ। ਪਾਰਕਿੰਗ ਤੋਂ ਬੈਕ ਕਰਦੇ, ਮੇਬੀ ਤੁਸੀਂ ਗੱਲ ਸੁਣੀ ਹੋਵੇ, ਪਿੱਛੇ ਰੀਸੈਂਟ ਜੇ ਨਿਊਜ਼ 'ਚ ਆਇਆ ਸੀ, ਪਾਰਕਿੰਗ ਪਿੱਛੇ ਲੜਾਈ ਹੋਈ, ਉਹਨਾਂ ਨੇ ਗੋਲੀ ਮਾਰਤੀ। ਉਹ ਜਿਹੜੇ ਗੋਲੀ ਮਾਰੀ ਉਹ ਇੰਟਰਨੈਸ਼ਨਲ ਸਟੂਡੈਂਟ ਸੀ। ਫਿਰ ਸਾਨੂੰ ਕਿਉਂ ਹਰ ਇੱਕ ਕੰਟਰੋਵਰਸੀ 'ਚ, ਮੈਂ ਆਸਟ੍ਰੇਲੀਆ ਦੀ ਕੋਈ ਕੰਟਰੋਵਰਸੀ ਨਹੀਂ ਸੁਣੀ ਵੀ ਉੱਥੇ ਬੱਚਿਆਂ ਨੇ ਬੇਸਮੈਂਟ 'ਚ, ਉਹੀ ਬੱਚੇ ਆ, ਅਸੀਂ ਸੇਮ +2 ਕੀਤੀ ਆ, ਅਸੀਂ ਗ੍ਰੈਜੂਏਸ਼ਨਾਂ ਕੀਤੀਆਂ, ਅਸੀਂ ਕੈਨੇਡਾ 'ਚ ਆਏ ਆ, ਤੇ ਬਸ ਫਰਕ ਇਹ ਹੈ ਵੀ ਅਸੀਂ ਬਰੈਂਟਨ 'ਚ ਆਏ ਆ ਤੇ ਉਹ ਆਸਟ੍ਰੇਲੀਆ ਨਿਊਜ਼ੀਲੈਂਡ 'ਚ ਬੈਠੇ ਨੇ, ਉਹਨਾਂ ਦੇ ਪਿੱਛੇ ਕੋਈ ਨਹੀਂ ਬੋਲਣ ਦਿਆ, ਉਹਨਾਂ ਨੂੰ ਕੋਈ ਕੁਝ ਨਹੀਂ ਕਹਿ ਰਿਹਾ, ਤੇ ਸਾਨੂੰ ਸਾਰਾ ਕੁਝ ਬੋਲ ਰਹੇ ਨੇ। ਇਹ ਇਦਾਂ ਦਾ ਕਿਉਂ? ਮੇਰੇ ਨਾਲ ਕੁਝ ਮੇਰੇ ਆਉਣ ਤੋਂ ਪਤਾ ਨਾ ਇੱਕ ਇਨਸੀਡੈਂਟ ਹੋਇਆ ਸੀ, ਮੈਂ ਉਹ ਦੱਸਾਂਗਾ, ਕਿਉਂਕਿ ਮੇਰਾ ਤਾਂ ਬਹੁਤ ਵਧੀਆ ਸੀ। ਮੇਰੇ ਸੰਜੀਵ ਭਾਈ ਇੱਥੇ ਸੀ ਤੇ ਉਹਨਾਂ ਨੇ ਮਤਲਬ ਮੈਨੂੰ ਰੱਖਿਆ, ਤੇ ਉਹਨਾਂ ਨੇ ਮੇਰੇ ਇੱਥੇ ਥੋੜੀ ਹੈਲਪ ਕੀਤੀ ਸਾਰਾ ਸੈਟਿੰਗ ਕਰਾਉਣ ਦੇ ਵਿੱਚ। ਜਿੱਥੇ ਜੋ ਵੀ ਹੁੰਦਾ ਸੀ ਮੈਂ ਉਹਨਾਂ ਨੂੰ, ਸਟਿਲ ਹੱਲੇ ਵੀ ਮੈਨੂੰ ਕੋਈ ਪ੍ਰੋਬਲਮ ਹੁੰਦੀ ਮੈਂ ਕਾਲ ਕਰਕੇ ਉਹਨਾਂ ਨੂੰ ਪੁੱਛਦਾ ਵੀ ਭਾਜੀ ਕਿੱਦਾਂ। ਸੋ ਮੈਂ ਇੱਕ ਇਨਸੀਡੈਂਟ ਦੇਖਿਆ, ਇੱਕ ਨਾ ਇੱਕ ਨਹੀਂ 2 ਕਈ ਇਨਸੀਡੈਂਟ ਦੇਖੇ ਨੇ, ਬਟ ਆਪਾਂ 2 ਤੁਹਾਨੂੰ ਦੱਸਾਂਗੇ। ਇੱਕ ਰਿਸ਼ਤੇਦਾਰਾਂ ਨਾਲ ਤੇ ਇੱਕ ਦੂਜਾ। ਤੇ ਇੱਕ ਨਾ ਮੈਮ ਕੁੜੀ ਆਈ ਸੀ ਸਾਡੇ ਉਧਰੋਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਸੀ, ਤੇ ਉਹਨੇ ਨਾ ਮੈਮ 에ਅਰਪੋਰਟ ਤੇ ਉਹਦੇ ਕਿਸੇ ਕਜ਼ਨ ਵਗੈਰਾ ਨੇ ਲੈਣ ਆਉਣਾ ਸੀ, ਤੇ ਮੈਮ ਉਹਨੂੰ ਕੋਈ ਲੈਣ ਹੀ ਨਹੀਂ ਆਇਆ 에ਅਰਪੋਰਟ ਤੇ। ਉਹਦੀ ਹਿਸਾਬ ਲਾ ਲਓ ਇੱਕ
19-20 ਸਾਲ ਦੀ ਕੁੜੀ ਜਿਹਨੇ ਹਜੇ ਰੀਸੈਂਟਲੀ ਆਪਣੇ ਇੰਡੀਆ ਤੋਂ ਸਟੱਡੀ ਡਨ ਕੀਤੀ ਆ, ਆਪਾਂ ਕੈਨੇਡਾ ਆ ਗਏ ਆ ਤੇ ਮਾਂ ਪਿਓ ਨੇ ਜਿਹੜੇ ਆਸਰੇ ਭੇਜਿਆ ਵਾ ਕਜ਼ਨ ਜਾਂ ਜਿਹਦੇ ਵੀ ਆਸਰੇ ਰਾਈਟ ਉਹਦੇ ਲੈਣੀ ਆ 에어ਪੋਰਟ ਤੇ। ਐਂਡ ਮੇਰਾ ਇੱਕ ਫਰੈਂਡ ਹੈ ਗਰੁੱਪਮੇਟ ਆ ਸਾਡਾ ਇੰਡੀਆ ਤੋਂ, ਤੇ ਉਹ ਬੰਦਾ ਨਾ 에어ਪੋਰਟ ਤੇ ਕਿਸੇ ਨੂੰ ਕਰਨ ਗਿਆ ਸੀ, ਪਿਕ ਕਰਨ ਗਿਆ ਸੀ। ਉਹਨੇ ਉਹ ਵੇਖਿਆ ਕੁੜੀ ਰੋਈ ਜਾਂਦੀ ਸੀ ਹਨਾ, ਉਹਨੇ ਉਹਨੂੰ ਪਿਕ ਕੀਤਾ, ਉਹਨੂੰ ਲੈ ਆਇਆ, ਉਹਨੂੰ ਪੁੱਛਿਆ ਵੀ ਤੁਸੀਂ ਕਿੱਥੇ, ਕਾਲਜ ਕਿਹੜਾ, ਕਿੱਦਾਂ ਹਨਾ। ਉਹਨੇ ਦੱਸਿਆ ਵੀ ਮੈਂ ਜਾਰਜੀਅਨ ਕਾਲਜ ਬੈਰੀ ਚ ਆਈ ਤੇ ਬੈਰੀ ਦਾ ਸਿਰਫ ਆਪਣੇ ਗਰੁੱਪ ਚ ਮੈਂ ਹੀ ਸੀ ਕਿਉਂਕਿ ਹਨਾ ਮੈਂ ਸਟਿਲ ਹਜੇ ਵੀ ਉੱਥੇ, ਮੈਂ ਕੁਝ ਲੇਟ ਆਇਆ ਸੀ ਇੰਡੀਆ ਤੋਂ ਹੀ। ਤੇ ਉਹਨੇ ਮੈਨੂੰ ਕਾਲ ਕੀਤੀ ਐਂਡ ਕਿਹਾ ਵੀ ਇਹਦਾ ਇੱਦਾਂ ਮੈਮ ਜਿੰਨਾ ਸਾਡੇ ਸਰਦਾ ਸੀ ਅਸੀਂ ਉੱਥੇ ਹੈਲਪ ਕਰਾਈ, ਉੱਥੇ ਉਹਨੂੰ ਸੈਟਲ ਕਰਾਇਆ। ਕੰਮ ਦਾ ਵੀ ਕਾਫੀ ਟਰਾਈ ਕੀਤਾ, ਹੁਣ ਬੈਰੀ ਦੇ ਵਿੱਚ ਕੰਮ ਲਿਮਿਟਿਡ ਆ ਤੇ ਸਟੂਡੈਂਟਸ ਬਹੁਤ ਜ਼ਿਆਦਾ ਹੋ ਗਏ ਆ ਫਰੋਮ 2019 ਉੱਥੇ ਬਹੁਤ ਸਟੂਡੈਂਟਸ ਆ ਗਏ ਆ, ਕੰਮ ਲਿਮਿਟਿਡ ਆ ਬਟ ਜਿੰਨਾ ਹੋ ਸਕਦਾ ਅਸੀਂ ਸਾਰੀ ਉਹਦੀ ਸੈਟਿੰਗ ਕਰਾਈ। ਤੇ ਕੁਝ ਇਦਾਂ ਦੀਆਂ ਵੀ ਪ੍ਰੋਬਲਮ ਫੇਸ ਕਰਨੀਆਂ ਜਦੋਂ ਇੱਕ ਮੇਰਾ ਫਰੈਂਡ ਆ ਭੁਪਿੰਦਰ ਸਿੰਘ, ਮਤਲਬ ਜੂਨੀਅਰ ਆ ਸਾਡਾ ਕਾਲਜ ਦੇ ਵਿੱਚ, ਉਹਨੂੰ ਵੀ ਕੋਈ ਲੈਣ ਨਹੀਂ ਆ। 3 ਦਿਨ ਗੁਰੂ ਘਰ ਰਿਹਾ, ਗੁਰੂ ਘਰ ਚ ਰਹਿ ਕੇ ਉਬਰ ਕਰਾ ਕੇ ਬੈਰੀ ਗਿਆ, ਉੱਥੇ ਆਪਣੀ ਰਿਹਾਇਸ਼ ਲੱਭੀ, ਕਿੱਥੇ ਰਹਿਣਾ ਕਿੱਦਾਂ ਹਨਾ, ਤੇ ਜੀ ਉੱਥੇ ਖੁਦ ਗਿਆ ਵਾ ਆਪਣੇ ਬੇਸਿਸ ਤੇ, ਉਹਨੂੰ ਕੋਈ ਪਿਕਅਪ ਕਰਨ ਨਹੀਂ ਆਇਆ। ਇਹ ਇਦਾਂ ਦੀਆਂ ਪ੍ਰੋਬਲਮਸ ਨੇ ਜਿਹੜੀਆਂ ਆਪਾਂ ਫੇਸ ਕਰਦੇ ਆ ਇੱਥੇ ਆ ਕੇ। ਕੁਝ ਸਾਡੇ ਰਿਸ਼ਤੇਦਾਰਾਂ ਕੋਲ ਹੀ ਰਹਿੰਦੇ ਆ ਤੇ ਉਹ 3-4 ਦਿਨਾਂ ਨੂੰ ਇੱਕ ਜਾਂ ਤੇ ਕੁਝ ਸਾਡੇ ਨਾਲ ਵਧੀਆ ਬਿਹੇਵ ਨਹੀਂ ਕਰਦੇ ਵੀ ਇਹ ਆਪੇ ਅੱਕ ਕੇ ਚਲਾ ਜਾਵੇ। ਤੇ ਜੇ ਅਸੀਂ ਆ ਗਏ ਆ ਤੇ ਤੁਸੀਂ ਸਾਨੂੰ ਥੋੜਾ ਨਹੀਂ ਸਾਹਮਣਾ, ਤੁਸੀਂ ਇੰਡੀਆ ਤੋਂ ਦੱਸੋ, ਅਸੀਂ ਆਪਣਾ ਕੋਈ ਹੋਰ ਪ੍ਰਬੰਧ ਕਰਕੇ ਆਈਏ। ਇੱਥੇ ਬੁਲਾ ਲੈਂਦੇ ਆ ਜਾਂ ਲੈਣ ਨਹੀਂ ਆਉਂਦੇ ਤੇ ਜਾਂ ਸਾਡੇ ਨਾਲ ਗਲਤ ਬਿਹੇਵ ਕਰਦੇ ਆ ਵੀ ਯਾਰ ਅਸੀਂ ਵੀ ਕਿਸੇ ਦੇ ਬੱਚੇ ਆ। ਗੁਰੂ ਘਰਾਂ ਦਾ ਤੁਸੀਂ ਗੱਲ ਕੀਤੀ ਆ, ਧਾਰਮਿਕ ਸਥਾਨਾਂ ਦੇ ਉੱਤੇ ਕਿਵੇਂ ਦਾ ਮਤਲਬ ਕਦੇ ਇਦਾਂ ਦੇਖਣ ਨੂੰ ਮਿਲਿਆ ਵੀ ਇੰਟਰਨੈਸ਼ਨਲ ਸਟੂਡੈਂਟ ਦੇ ਕਰਕੇ ਤੁਹਾਨੂੰ ਉੱਥੇ ਗੁਰੂ ਘਰਾਂ 'ਚ ਕਿਸੇ ਨੇ ਕੋਈ ਵਿਤਕਰਾ ਕੀਤਾ ਹੋਵੇ? ਨਹੀਂ ਜੀ, ਗੁਰੂ ਘਰ ਦੇ ਵਿੱਚ ਬਿਲਕੁਲ ਨਹੀਂ। ਅਸੀਂ ਜਾਂਦੇ ਆ, ਵੈਸੇ ਤਾਂ ਸ਼ਿਫਟਾਂ ਕਰਕੇ ਸਾਡਾ ਕਈ ਵਾਰ ਟਾਈਮ ਨਹੀਂ ਲੱਗਦਾ, ਬਹੁਤ ਟਾਈਮ ਨਹੀਂ ਆਪਾਂ ਜਾਂਦੇ। ਕਹਿੰਦੇ ਲੰਗਰ ਖਾਣੀ ਜਾਂਦੇ ਆ ਸਟੂਡੈਂਟਸ? ਨਾ ਇਦਾਂ ਕੁਝ ਨਹੀਂ ਆ। ਮੇਰਾ ਇੱਕ ਫਰੈਂਡ ਹੈ ਸੁਖਰਾਜ ਸਿੰਘ, ਉਹਨੇ 2 ਟਾਈਮ ਜਾਣਾ ਹੁੰਦਾ ਸੀ ਗੁਰਦੁਆਰੇ ਤੇ ਉਹਨੇ ਡਿਕਸੀ ਗੁਰੂ ਘਰ ਹੈਗਾ ਨਾ ਉੱਥੇ ਜਾਂਦਾ, ਉਹਨਾਂ ਦਾ ਲਾਗੇ ਉੱਥੇ ਉਹਦਾ ਕੰਮ ਹੁੰਦਾ ਸੀ। ਉਹਨੇ ਕੰਮ ਤੋਂ ਬਾਅਦ ਜਾਣਾ, ਉਹਨੇ 2-3 ਘੰਟੇ ਤੇ ਸੇਵਾ ਕਰਨੀ, ਉੱਥੋਂ ਲੰਗਰ ਪਾਣੀ ਛਕ ਕੇ ਰਾਤ ਨੂੰ ਫਿਰ ਘਰੇ ਆਉਂਦਾ ਹੁੰਦਾ ਸੀ। ਤੇ ਇਹ ਡੇਲੀ ਦਾ ਨਹੀਂ ਸੀ, ਸੇਵਾ ਉਹਨੇ ਡੇਲੀ ਕਰਨੀ ਆ। ਚਲੋ ਜੇ ਅਸੀਂ ਗੁਰੂ ਘਰ ਲੰਗਰ ਖਾਣ ਵੀ ਜਾਂਦੇ ਆ, ਅਸੀਂ ਇੰਡੀਆ 'ਚ ਨਹੀਂ ਖਾਂਦੇ। ਇਹ ਸੁਣਾਉਣ ਵਾਲੇ ਤੁਸੀਂ ਕੌਣ ਹੈ? ਜਦ ਨਹੀਂ ਤੇ ਗੁਰੂ ਘਰ ਦੇ ਬਾਹਰ ਗੁਰੂ ਪ੍ਰਬੰਧਕ ਜਿਹੜੇ ਹੈਗੇ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਲਾ ਦੇਣ ਵੀ ਸਟੂਡੈਂਟਸ ਅਲਾਉਡ ਨਹੀਂ ਹੈ, ਰਾਈਟ? ਜੇ ਅਸੀਂ ਖਾ ਰਹੇ ਹਾਂ ਤਾਂ ਕਿਸੇ ਦਾ ਨਹੀਂ ਖਾ ਰਹੇ, ਇਹ ਪ੍ਰੋਪਰ ਉਹ ਕਮੇਟੀ ਖਵਾ ਰਹੀ ਹੈ, ਗੁਰੂ ਸਾਹਿਬ ਦਾ ਲੰਗਰ ਹੈ। ਇਹਨੂੰ ਤੁਸੀਂ ਨਹੀਂ ਕਹਿ ਸਕਦੇ ਵੀ ਅਸੀਂ ਲੰਗਰ ਖਾਣ। ਅਸੀਂ ਜਾਂਦੇ ਆ ਤੇ ਅਸੀਂ ਆਪਣਾ ਢਿੱਡ ਭਰਨ ਜਾਂਦੇ ਆ, ਅਸੀਂ ਕਿਤੇ ਕੋ ਜਾਈਏ? ਮੰਮੀਆਂ ਬੈਠੀਆਂ ਸਾਡੀਆਂ। ਇੱਕ ਪੂਰਾ ਸਕੇਜੂਲ ਦੀ ਗੱਲ ਕਰਾਂ ਸਟੂਡੈਂਟ ਦਾ, ਇੱਕ ਇੰਟਰਨੈਸ਼ਨਲ ਸਟੂਡੈਂਟ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਕੀ ਸਕੇਜੂਲ ਹੁੰਦਾ ਆ? 2 ਤੋਂ 3 ਕਲਾਸਾਂ ਹੁੰਦੀਆਂ, 3 ਘੰਟੇ ਦੀਆਂ, ਤੇ ਮੇਰੇ ਖਿਆਲ ਨਾਲ 3 ਤੋਂ 4 ਘੰਟੇ ਤੇ ਸਾਡੇ ਬੱਸਾਂ 'ਚ ਹੀ ਲੰਘ ਜਾਂਦੇ ਆ। ਮਤਲਬ ਜੇ ਆਪਾਂ ਗੱਲ ਕਰੀਏ ਓਵਰਆਲ ਸਾਡੀ 20% ਜ਼ਿੰਦਗੀ ਜੇ ਸਾਡੇ ਕੋਲ ਲਾਇਸੈਂਸ ਨਹੀਂ ਆ ਤੇ ਬੱਸਾਂ ਦੀ ਲੰਘਦੀ ਆ, ਰਾਈਟ? ਹਰ ਰੂਟ ਦੇ ਹਿਸਾਬ ਨਾਲ ਬੱਸ ਲੈਣੀ ਪੈਂਦੀ ਆ। ਫਿਰ ਜੇ 8 ਘੰਟੇ ਦੀ ਸ਼ਿਫਟ ਹੈ ਤੇ ਸਾਨੂੰ ਘੰਟਾ ਪਹਿਲਾਂ ਤੇ ਅੱਧਾ ਘੰਟਾ ਪਹਿਲਾਂ ਪਹੁੰਚਣਾ ਪੈਂਦਾ। ਤੇ 24 ਘੰਟੇ ਜੋ ਮੇਬੀ ਜੇ ਸਟੂਡੈਂਟ ਸ਼ਿਫਟ ਵੀ ਲਾ ਰਿਹਾ ਤੇ ਡੇਲੀ ਕਾਲਜ ਵੀ ਜਾ ਰਿਹਾ ਤਾਂ 18 ਘੰਟੇ ਚੋਂ 24 ਘੰਟੇ ਚੋਂ ਸਿਰਫ 18 ਘੰਟੇ ਉਹਦੇ ਕੰਮ ਤੇ ਕਾਲਜ 'ਚ ਹੀ ਲੰਘਦੇ। ਈਵਨ ਮੈਂ ਜੇ ਆਪਣਾ ਇੱਕ ਕਿੱਸਾ ਸ਼ੇਅਰ ਕਰਾਂ ਤਾਂ ਨਵਾਂ ਆਇਆ ਸੀ, ਬੜਾ ਚਾਅ ਸੀ ਵੀ ਡਾਲਰ ਕਮਾਣੇ ਆ ਤੇ ਕੁਝ ਬਣ ਕੇ ਵਿਖਾਉਣਾ। ਤੇ ਉਦੋਂ ਮੈਂ ਮੈਡਮ ਮੰਡੇ ਨਿਕਲਦਾ ਸੀ ਤੇ ਮੈਂ ਸੈਟਰਡੇ ਘਰੇ ਆਉਂਦਾ ਹੁੰਦਾ ਸੀ। ਮੀਨਸ ਕਿ 6 ਦਿਨ ਮੈਂ ਘਰ ਨਹੀਂ ਸੀ ਦੇਖਦਾ ਆਪਣਾ। ਮੇਰੇ ਮਤਲਬ ਭਾਜੀ ਵੀ ਕਹਿੰਦੇ ਹੁੰਦੇ ਸੀ ਵੀ ਤੇਰਾ ਦਿਮਾਗ ਖਰਾਬ ਹੋ ਜਾਣਾ ਨਾ ਇਹਨਾਂ ਕੰਮ। ਮੈਂ ਬੈਰੀ ਪੜ੍ਹਦਾ ਸੀ, ਮੈਨੂੰ 4 ਘੰਟੇ ਉਦੋਂ ਮੈਨੂੰ ਨਹੀਂ ਸੀ ਪਤਾ, ਗੱਡੀ ਵੀ ਨਹੀਂ ਸੀ ਤੇ ਗੋ ਬੱਸ ਲੈ ਕੇ ਅਸੀਂ ਬੈਰੀ ਜਾਣਾ। 3.5 ਘੰਟੇ ਲੱਗਦੇ ਇੱਕ ਸਾਈਡ ਦੇ ਤੇ ਅਸੀਂ ਜਾਣਾ 3.5 ਘੰਟੇ ਜਾਣ, 3.5 ਘੰਟੇ ਆਉਣ। ਰਾਤ ਨੂੰ ਮੇਰੀ ਸ਼ਿਫਟ ਹੁੰਦੀ ਸੀ, ਮੇਰਾ 5 ਦਿਨ ਕਾਲਜ ਹੁੰਦਾ ਸੀ। ਮੈਂ 5 ਦਿਨ ਕਾਲਜ ਵੀ ਜਾਣਾ, ਮੈਂ ਜੀ ਸ਼ਿਫਟਾਂ ਵੀ ਲਾਉਣੀਆਂ ਤੇ ਸੈਟਰਡੇ ਸੰਡੇ ਮੇਰਾ ਰੈਸਟੋਰੈਂਟ ਵੀ ਹੁੰਦਾ ਸੀ ਤੇ ਮੈਂ ਉਹ ਵੀ ਕਰਨਾ। ਰੈਸਟੋਰੈਂਟ ਤਾਂ ਚਲੋ ਮੇਰੀ 6 ਘੰਟੇ ਦੀ ਸ਼ਿਫਟ ਹੁੰਦੀ ਸੀ ਤੇ ਉਹ ਵੀ ਪੰਜਾਬੀ ਨਹੀਂ, ਉਹ ਵੀ ਪੰਜਾਬੀ ਸੀ, ਉਹ ਪਾਕਿਸਤਾਨ ਵਾਲੇ ਪੰਜਾਬੀ ਸੀ, ਬਟ ਮੈਨੂੰ ਪੇ ਰੇਟ ਫੁੱਲ ਮਿਲਦਾ ਸੀ, 14 ਮਿਲਦਾ ਸੀ। ਉਹ ਸਿੰਤੇ ਸੀ ਕੰਮ। ਸੌਂਦੇ ਕਿਹੜੇ ਵੇਲੇ ਸੀ? ਬੱਸਾਂ 'ਚ। ਇਹ ਸਟਰਗਲ ਹੈ ਸਾਡੀ। ਅਸੀਂ 6 ਦਿਨ ਹੈ ਨਾ, ਜਿਵੇਂ ਮੈਂ ਬੇਗਲ ਤੇ ਫ੍ਰੈਂਚ ਵਨੀਲਾ ਤੇ ਟਿਕਦਾ ਹੁੰਦਾ ਸੀ, ਠੀਕ ਹੈ ਜੀ। ਤੇ ਜੇ ਸੌਣਾ ਤੇ ਕੁਝ ਟੇਮੋਟਨ ਦੇ ਸੋਣਾ, ਕੁਝ ਬੱਸਾਂ 'ਚ ਸੋਣਾ। ਤੇ ਕਈ ਵਾਰ ਤਾਂ ਮੈਨੂੰ ਇਦਾਂ ਆਇਆ ਵੀ ਉਤਰਨਾ ਯਾਰਕਡੇਲ ਹੁੰਦਾ ਸੀ, ਚੱਲ ਜੇ ਮੈਂ ਯੂਨੀਅਨ ਸਟੇਸ਼ਨ ਤੇ ਜਾਂਦਾ ਸੀ ਤੇ ਸ਼ਿਫਟਾਂ ਵੀ ਮਿਸ ਹੋਈਆਂ। ਕਈ ਵਾਰੀ ਅਸੀਂ ਉਬਰਾਂ ਕਰਾ ਕੇ ਵੀ ਆਉਂਦੇ ਰਹੇ ਆ। ਕਈ ਵਾਰਾਂ ਤਾਂ ਜੀ ਬੱਸਾਂ ਦੇ ਵਿੱਚ ਸੇਫਟੀ ਸ਼ੂ ਭੁੱਲ ਗਏ, ਉੱਤਰ ਭੱਜ ਕਾਲੀ ਜਦੋਂ ਇੱਕਦਮ ਨੀਂਦ ਖੁੱਲੇ ਭੱਜ ਕੇ ਜੀ ਅਸੀਂ ਸੇਫਟੀ ਸ਼ੂ ਵੀ ਭੁੱਲ ਗਏ। ਸੋ ਆਪਾਂ ਉਹ ਨਹੀਂ ਆ ਜਿਹੜਾ ਸਾਨੂੰ ਦੱਸਿਆ ਜਾਂਦਾ, ਅਸੀਂ ਆ ਜਿਹੜੇ ਅਸੀਂ ਬਿਨਾਂ ਖਾਦੇ ਪੀਤੇ ਅਸੀਂ ਸ਼ਿਫਟਾਂ ਲਾਉਂਦੇ ਆ। ਕੋਵਿਡ ਦੇ ਵਿੱਚ ਜਦੋਂ ਸਾਰੇ ਸਿਟੀਜ਼ਨਸ ਘਰੇ ਬੈਠੇ ਸੀ, ਸਾਰਾ ਕੁਝ ਜਿੱਦਾਂ ਕਿ ਮੈਂ ਆਪਣੀਆਂ ਕੁਝ ਲਾਈਨਾਂ ਪੇਸ਼ ਕੀਤੀਆਂ ਸੀ ਸਟਾਰਟਿੰਗ ਦੇ ਵਿੱਚ, ਤੇ ਉਹਦੇ ਵਿੱਚ ਦੱਸਿਆ ਸੀ ਜਦੋਂ ਕੋਵਿਡ ਦੇ ਵਿੱਚ ਸਾਰੇ ਜਣੇ ਘਰੇ ਵੜ ਕੇ ਬਹਿ ਗਏ ਸੀ ਨਾ, ਉਦੋਂ ਸਟੂਡੈਂਟ ਸੀ ਜਿਨ੍ਹਾਂ ਨੇ ਇਕਨੋਮੀ ਨੂੰ ਪਿਲਰ ਬਣ ਕੇ
ਸਟੇਬਲ ਰੱਖਿਆ ਜੀ ਬਿਲਕੁਲ ਰਾਈਟ। ਟਿਮ ਹਾਰਟਨ ਤੋਂ ਲੈ ਕੇ ਜਿਹੜੇ ਹਸਪੀਟਲ ਦੇ ਕੇਅਰ ਸੈਂਟਰ ਵਗੈਰਾ ਹੁੰਦੇ ਆ ਸਾਰਿਆਂ ਦੇ ਵਿੱਚ ਸਟੂਡੈਂਟਸ ਲੱਗੇ, ਕਈ ਆਪਣੀਆਂ ਇੰਟਰਨਸ਼ਿਪਾਂ ਕਰਨ ਦੇ ਸੀ, ਕਈ ਕੁਛ ਕਰਨ ਦੇ ਸੀ ਰਾਈਟ। ਉਹਨਾਂ ਨੂੰ ਉਦੋਂ ਸਰਕਾਰ ਨੇ 40 ਇਅਰਸ ਤੋਂ ਵੱਧ ਅਲਾਉਡ ਕਰਤਾ ਕਿ ਉਦੋਂ ਤੁਹਾਡੇ ਸਿਟੀਜ਼ਨਸ ਅੱਗੇ ਨਹੀਂ ਆਏ ਜਿਹੜੇ ਸਾਨੂੰ ਮਾੜਾ ਚੰਗਾ ਬੋਲਦੇ, ਉਦੋਂ PR ਲੋਕ ਅੱਗੇ ਨਹੀਂ ਆਏ, ਉਦੋਂ ਉਹ ਅੱਗੇ ਹੋ ਜਾਂਦੇ ਰਾਈਟ। ਆਪਾਂ ਉਦੋਂ ਪਿਲਰ ਬਣ ਕੇ ਅਸੀਂ ਟਿਮ ਹਾਰਟਨ, ਮੈਕਡੋਨਲਡ, ਜਿੱਥੇ ਵੇਖੋ ਸਟੂਡੈਂਟ ਡਰਾਈਵਰੀਆਂ ਕਰਦੇ ਆ, ਉਦੋਂ ਸਾਰਾ ਕੁਝ ਸਟੂਡੈਂਟ ਕਰ ਰਹੇ ਆ। ਅਸੀਂ ਇਕਨੋਮੀ ਨੂੰ ਸਟੇਬਲ ਕੀਤਾ ਨਹੀਂ ਕੀਤਾ ਡਿਫਰੈਂਟ ਮੈਟਰ, ਬਟ ਅਸੀਂ ਅੱਗੇ ਹੋ ਕੇ ਸਾਰਿਆਂ ਦੀ ਹੈਲਪ ਕੀਤੀ ਆ, ਅਸੀਂ ਵਿੱਚ ਆਏ ਆ। ਅਸੀਂ ਸਾਨੂੰ ਆਪਣੀ ਹੈਲਥ ਦੀ ਨਹੀਂ, ਸਾਡੇ ਵੀ ਪੇਰੈਂਟਸ ਨੇ ਕਿਹਾ ਵੀ ਘਰੇ ਬੈਠ ਜਾਓ, ਪਰ ਅਸੀਂ ਕੰਮਾਂ ਤੇ ਗਏ, ਅਸੀਂ ਸਾਰਾ ਕੁਝ ਕੀਤਾ। ਤੁਸੀਂ ਉਹ ਨਾ ਦੱਸੋ ਜੋ ਅਸੀਂ ਇੱਕ ਦੋ ਬੰਦਿਆਂ ਨੇ ਕੀਤਾ, ਜਾਂ ਜੇ ਪਲਾਜ਼ਿਆਂ 'ਚ ਕੋਈ ਲੜਾਈ ਹੋਈ ਆ ਤੇ ਉਹ ਬੰਦੇ ਕਰਕੇ ਚਲੇ ਗਏ। ਅਸੀਂ ਜੋ ਹੈਗੇ ਆ ਉਹ ਦੱਸੋ, ਜੋ ਅਸੀਂ ਕਰੋਨਾ 'ਚ ਕੀਤਾ ਉਹ ਦੱਸੋ, ਉਹ ਸਾਡਾ ਉਹ ਆ ਚੰਗਾ, ਸਾਡੀਆਂ ਚੰਗੀਆਂ ਚੀਜ਼ਾਂ ਦਿਖਾਓ। ਆਫ ਕੋਰਸ। ਤੇ ਹੁਣ ਸਮਾਂ ਵੀ ਕਾਫੀ ਆਪਣਾ ਹੋ ਗਿਆ, ਤੇ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਜੀ ਮੈਂ ਤੁਹਾਡੇ ਨਾਲ ਕੁਝ ਇੰਟਰਵਿਊਜ਼ ਦੇ ਵਿੱਚ 2-3 ਚੀਜ਼ਾਂ ਦੇਖੀਆਂ ਸੀ ਤੇ ਉਹਦਾ ਮੈਂ ਜਵਾਬ ਵੀ ਦਿੱਤਾ। ਇੱਕ ਡਰਾਈਵਰ ਲਾਇਸੈਂਸ ਨਹੀਂ ਦੇਣੇ ਚਾਹੀਦੇ ਬਿਲਕੁਲ, ਜਿਹੜੇ 18 ਸਾਲ ਦੇ ਹੁੰਦੇ ਆ ਉਹ ਆ ਕੇ ਕਹਿੰਦੇ ਵੀ ਹਾਂ ਵੀ ਸਟੱਡੀ ਦੇ ਦੌਰਾਨ ਤੁਹਾਨੂੰ ਨਹੀਂ ਦੇਣੇ ਚਾਹੀਦੇ ਹੈਗੇ ਡਰਾਈਵਿੰਗ ਲਾਇਸੈਂਸ, ਹਰਿਆਣਾ ਨੇ ਕਿਹਾ ਸਾਨੂੰ। ਹਾਂਜੀ, ਤੇ ਮੈਮ ਗੱਲ ਬਸ ਇਹੀ ਆ ਵੀ ਕਿਸੇ ਦੀ ਵੀ ਡਰਾਈਵਿੰਗ ਸਕਿੱਲ ਜਾਂ ਉਹਦੀ ਲਰਨਿੰਗ ਐਬਿਲਿਟੀ ਆਪਾਂ ਇਹ ਤੇ ਡਿਸਾਈਡ ਨਹੀਂ ਕਰ ਸਕਦੇ ਵੀ ਉਹਦੀ ਏਜ ਕਿੰਨੀ ਆ ਰਾਈਟ। ਤੇ ਕਈ ਬੰਦੇ ਆ ਜਿਹੜੇ ਸਕਿਪ ਜਾਂ ਉਬਰ ਤੇ ਹੀ ਪਾਲਦੇ ਨੇ, ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਤਾਂ ਫਿਰ ਉਹ 2-2000 ਦੀਆਂ ਕੈਸ਼ ਗੱਡੀਆਂ ਚੱਕ ਕੇ ਲਾਈਕ ਛੋਟੀਆਂ ਤੇ ਉਹਦੇ ਤੇ ਕੰਮ ਕਰਦੇ ਨੇ। ਸੋ ਵੀ ਸ਼ੁੱਡ ਨਾਟ ਲਾਈਕ ਸੇ ਡੈਟ ਵੀ ਹਾਂ ਸਾਰੇ ਸਟੂਡੈਂਟਸ ਹੀ ਜਾਂ ਐਕਸੀਡੈਂਟਸ ਵੀ ਸਟੂਡੈਂਟ ਕਰਦੇ ਨੇ, ਜਾਂ ਉਹ PR ਮੇਰੇ ਤਾਂ 2 ਐਕਸੀਡੈਂਟ ਹੋਏ, ਦੋਨੋਂ ਵਾਰੀ ਮੇਰੇ 'ਚ ਕੋਈ ਹੋਰ ਗੱਡੀ ਮਾਰ ਕੇ, ਉਹ ਇੱਥੋਂ ਦੇ ਸਿਟੀਜ਼ਨ ਨਹੀਂ, ਮੈਂ ਕਿਸੇ ਨੂੰ ਕੀ ਕਿਹਾ ਵਾ ਜਾਂ ਮੇਰਾ ਕਿਸੇ ਸਟੂਡੈਂਟ। ਸੋ ਆਪਾਂ ਨੂੰ ਇਹ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ। ਤੇ ਇੱਕ ਆਪਾਂ ਬਚਪਨ 'ਚ ਸਟੋਰੀ ਸੁਣੀ ਹੋਊਗੀ ਕਿ ਉਹ ਇੱਕ ਪਿਓ ਆਪਣੇ 4 ਬੱਚਿਆਂ ਨੂੰ ਬੁਲਾ ਕੇ ਕਹਿੰਦਾ ਵੀ ਆ ਲੱਕੜ ਤੋੜ, ਤੇ ਉਹ ਸਿੰਗਲ ਲੱਕੜ ਨੂੰ ਈਜ਼ੀਲੀ ਤੋੜ ਦਿੰਦੇ ਆ, ਤੇ ਜਿਹੜੇ ਜਿਹਦਾ ਬੰਡਲ ਹੁੰਦਾ ਉਹ ਛੇਤੀ ਨਹੀਂ ਟੁੱਟਦਾ। ਸੋ ਸਾਰਿਆਂ ਨੂੰ ਇਹੀ ਬੇਨਤੀ ਆ ਮੇਰੀ ਕਿ ਹਾਂਜੀ ਅਸੀਂ ਹੁਣ ਸਾਡੇ ਦੇ ਬਹੁਤ ਸਾਰੇ ਐਲੀਗੇਸ਼ਨਸ ਲੱਗ ਰਹੇ ਆ ਤੇ ਸਾਨੂੰ ਅੱਗੇ ਹੋ ਕੇ ਇਹਦਾ ਲਾਈਕ ਡਿਫੈਂਡ ਕਰਨਾ ਚਾਹੀਦਾ ਵਾ, ਤੇ ਸਾਨੂੰ ਇਦਾਂ ਦੇ ਰਿਪੋਰਟਰਸ ਨੂੰ ਜਾਂ ਵਧੀਆ ਚੈਨਲਸ ਤੇ ਆ ਕੇ ਆਪਣਾ ਪੱਖ ਰੱਖਣਾ ਚਾਹੀਦਾ ਕਿ ਇੱਕ ਸਟਿੱਕ ਨੂੰ ਜਾਂ ਇੱਕ ਲੱਕੜੀ ਨੂੰ ਈਜ਼ੀਲੀ ਤੋੜ ਸਕਦੇ ਆ, ਬਟ ਬੰਡਲ ਨੂੰ ਆਪਾਂ ਈਜ਼ੀਲੀ ਨਹੀਂ ਤੋੜ ਸਕਦੇ। ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ, ਯੂਨਿਟੀ ਬਣਾਉਣੀ ਚਾਹੀਦੀ ਆ, ਤੇ ਵਧੀਆ ਤਰੀਕੇ ਦੇ ਨਾਲ ਆਪਾਂ ਨੂੰ ਰਹਿਣਾ ਸਹਿਣਾ ਚਾਹੀਦਾ, ਤੇ ਆਪਾਂ ਆਪਣਾ ਪੱਖ ਰੱਖ ਕੇ ਡਿਫੈਂਡ ਕਰੀਏ ਤਾਂ ਕਿ ਜੋ ਸਾਡੇ ਦੇ ਲੋਕ ਐਲੀਗੇਸ਼ਨਸ ਨਾ ਲਾਉਣ ਤੇ ਨਿਊ ਕਮਰਸ ਨੂੰ ਸਾਰੇ ਜਣੇ ਵਧੀਆ ਤਰੀਕੇ ਨਾਲ ਦੇਖਣ। ਸਰੋਤਿਆਂ ਨੂੰ ਤੇ ਤੁਹਾਨੂੰ ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਦਸਤਾਰ ਬੜੀ ਸੋਹਣੀ ਸਜਾਈ ਹੋਈ ਆ। ਥੈਂਕ ਯੂ ਜੀ। ਇਹ ਸਾਡੀ, ਮੈਂ ਆਪਦੇ ਆਪ ਲਈ ਸ਼ਾਨ ਸਮਝਦਾ ਜਿਹੜੀ ਤੁਸੀਂ ਇੱਕ ਕਮੈਂਟ ਕੀਤਾ। ਮੈਂ ਦਸਤਾਰ ਦੀ ਗੱਲ ਇਸ ਲਈ ਸ਼ੁਰੂਆਤ ਇੱਥੋਂ ਕੀਤੀ ਹੈ ਕਿਉਂਕਿ ਇੱਕ ਤੁਸੀਂ ਸਿੱਖ ਸਟੂਡੈਂਟ ਹੈਗੇ ਹੋ, ਤੁਸੀਂ ਕਿਹਾ ਦਸਤਾਰ ਮੇਰੀ ਸ਼ਾਨ ਹੈ। ਇਹ ਕਿਹਾ ਜਾਂਦਾ ਖਾਸ ਤੌਰ ਤੇ ਕਿਉਂਕਿ ਅੱਜ ਮੈਂ ਸਾਰੀਆਂ ਜਿਹੜੀਆਂ ਸਟੂਡੈਂਟਸ ਨੂੰ ਲੈ ਕੇ ਇਸ ਵਕਤ ਜੋ ਗੱਲਾਂ ਹੁੰਦੀਆਂ ਨੇ ਨਾ, ਉਹ ਇੱਕ ਸਟੂਡੈਂਟ ਹੀ ਜ਼ਿਆਦਾ ਵਧੀਆ ਵੇ ਨਾਲ ਦੱਸ ਸਕਦਾ। ਸੋ ਦੈਟਸ ਵਾਈ ਆਪਣੀ ਅੱਜ ਮੁਲਾਕਾਤ ਹੋਈ ਵੀ ਇਹ ਗੱਲਾਂ ਜਿਹੜੀਆਂ ਨੇ ਅਸੀਂ ਆਡੀਅנס ਤੱਕ ਪਹੁੰਚਾ ਸਕੀਏ। ਸੋ ਪਹਿਰਾਵੇ ਦੀ ਜਦੋਂ ਗੱਲ ਮੈਂ ਕੀਤੀ ਸੀ ਆਯੁਸ਼ ਦੇ ਨਾਲ, ਤਾਂ ਉਹਨਾਂ ਨੇ ਆਪਦੇ ਪੁਆਇੰਟ ਆਫ ਵਿਊ ਰੱਖਿਆ। ਜੁੱਤੀਆਂ ਦੀ, ਚੱਪਲਾਂ ਦੀ ਗੱਲ ਹੋ ਗਈ। ਦਸਤਾਰਾਂ ਨੂੰ ਲੈ ਕੇ ਵੀ ਹੁੰਦਾ ਹੈ ਕਿ ਇਹ ਪਰਨੇ ਜਾਂ ਚੁੰਨੀਆਂ ਲਪੇਟ ਕੇ ਆ ਜਾਂਦੇ ਨੇ ਬੱਸਾਂ ਦੇ ਵਿੱਚ, ਇਹਨਾਂ ਨੂੰ ਇਹ ਨਹੀਂ ਪਤਾ ਕਿ ਦਸਤਾਰ ਸਾਡੀ ਸ਼ਾਨ ਹੁੰਦੀ ਆ। ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦਸਤਾਰ ਇੱਕ ਇਹੋ ਜਿਹੀ ਚੀਜ਼ ਹੈ ਜੋ ਅਸੀਂ ਫਸਟਲੀ ਮੈਂ ਇਹਨੂੰ ਤੁਹਾਨੂੰ ਡਿਟੇਲ 'ਚ ਤਾਂ ਨਹੀਂ ਦੱਸ ਸਕਦਾ। ਦਸਤਾਰ ਬਹੁਤ ਤਰ੍ਹਾਂ ਦੀ ਹੁੰਦੀ ਹੈ। ਇੱਕ ਪੱਗ ਕਹਿ ਲਓ, ਇੱਕ ਦਮਾਲਾ ਕਹਿ ਲਓ, ਜਾਂ ਇੱਕ ਪਰਨਾ ਕਹਿ ਲਓ। ਠੀਕ ਹੈ, ਅਸੀਂ ਹਰੇਕ ਥਾਂ ਤੇ ਪੱਗ ਬੰਨ ਕੇ ਨਹੀਂ ਜਾ ਸਕਦੇ। ਪੱਗ ਤੇ ਪਰਨੇ 'ਚ ਫਰਕ ਇਹ ਆ ਵੀ ਉਹ 7.5 ਮੀਟਰ ਦੀ ਹੁੰਦੀ ਹੈ ਤੇ ਉਹ 2 ਜਾਂ 3 ਮੀਟਰ ਦਾ ਹੁੰਦਾ। ਜੇ ਮੈਂ ਕੰਮ ਤੇ ਜਾ ਰਿਹਾ, ਮੈਂ ਫੈਕਟਰੀ ਜਾ ਰਿਹਾ, ਮੈਂ ਉੱਥੇ ਗਰੀਸ ਨਾਲ ਕੰਮ ਕਰਨਾ ਤੇ ਮੈਂ ਉੱਥੇ ਪੱਗ ਬੰਨ ਕੇ ਜਾਊਂਗਾ ਤਾਂ ਮੇਰੀ ਮੂਰਖਤਾ। ਬਿਕਾਜ਼ ਅਸੀਂ ਇਹਨੂੰ ਦਸਤਾਰ ਨਹੀਂ, ਅਸੀਂ ਇਹਨੂੰ ਇੱਕ ਤਾਜ ਕਹਿੰਦੇ ਆ। ਜੇ ਅਸੀਂ ਮਸ਼ੀਨਾਂ 'ਚ ਤਾਜ ਲੈ ਕੇ ਵੜਾਂਗੇ ਫਿਰ ਅਸੀਂ ਕਾਹਦੇ ਕਿੰਗ ਰਹਿ ਗਏ। ਦੂਸਰੀ ਗੱਲ ਤੁਹਾਡੀ ਇਸੇ ਗੱਲ 'ਚੋਂ ਮੈਨੂੰ ਇੱਕ ਗੱਲ ਯਾਦ ਆਈ ਹੈ ਕਿ ਇੱਕ ਕੋਈ ਰੇਡੀਓ ਚੈਨਲ ਹੈ, ਉਹਦੇ ਤੇ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਉਸ ਬੰਦੇ ਦਾ, ਉਹਨੇ ਵੀ ਸਾਡੀ ਦਸਤਾਰ ਨੂੰ ਲੀਰ ਕਿਹਾ। ਦਸਤਾਰ ਇੱਕ ਅਜਿਹੀ ਚੀਜ਼ ਹੈ ਜਿਹਦੇ ਨਾਲ ਜੇ ਤੁਸੀਂ ਇੱਕ ਵਾਰੀ ਬੰਨੋਗੇ, ਅੱਜ ਦੇ ਟਾਈਮ ਤੇ ਲੜਕੀਆਂ ਵੀ ਬੰਨਦੀਆਂ ਨੇ, ਬਿਲਕੁਲ ਸਜਾਉਂਦੀਆਂ ਨੇ, ਇੱਕ ਅਲੱਗ ਰੁਤਬਾ ਤੁਹਾਨੂੰ ਮਹਿਸੂਸ ਹੁੰਦਾ। ਜਿਹੜਾ ਬੰਦਾ ਇਸ ਨੂੰ ਲੀਰ ਕਹਿ ਰਿਹਾ ਹੈ, ਮੈਂ ਉਹਨੂੰ ਕਹੂੰਗਾ ਕਿ ਸਾਡੇ ਨਾਲ ਬੈਠ, ਸਾਡੇ ਨਾਲ ਗੱਲ ਕਰੋ, ਅਸੀਂ ਤੁਹਾਨੂੰ ਦੱਸਾਂਗੇ ਕਿ ਪੱਗ ਕੀ ਹੈ। ਪੱਗ ਲਈ ਏਦਾਂ ਹਰੇਕ ਬੰਦਾ ਨਹੀਂ ਬੋਲ ਸਕਦਾ। ਜਿਹੜੇ ਨੇ ਕਦੇ ਪੱਗ ਨਹੀਂ ਬੰਨੀ, ਜਿਹਨੂੰ ਪੱਗ ਦੀ ਮਹੱਤਤਾ ਦਾ ਨਹੀਂ ਪਤਾ, ਜਿਹਨੂੰ ਪੱਗ ਦੀ ਹਿਸਟਰੀ ਦਾ ਨਹੀਂ ਪਤਾ, ਤੇ ਉਹ ਬੰਦਾ
ਇੱਕ ਪੱਗ ਲਈ ਬੋਲ ਰਿਹਾ ਤੇ ਨਾਲ ਦੇ ਨਾਲ ਸਟੂਡੈਂਟਸ ਲਈ ਬੋਲ ਰਿਹਾ। ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਆ ਹਨਾ ਕਿ ਤੁਸੀਂ ਕੰਮ ਤੇ ਜਦੋਂ ਜਾਂਦੇ ਹੋ ਉਸ ਟਾਈਮ ਤੁਸੀਂ ਦਸਤਾਰ ਸਜਾਉਣ ਨਾਲੋਂ ਵੈਸੇ ਵੀ ਟਾਈਮ ਉਸ ਅਕੋਰਡਿੰਗ ਘੱਟ ਹੁੰਦਾ ਹੈ, ਤੁਸੀਂ ਪਰਨੇ ਬੰਨ੍ਹਦੇ ਹੋ ਤੇ ਤੁਸੀਂ ਜਾਂਦੇ ਹੋ। ਇਸ ਗੱਲ ਨੂੰ ਵੀ ਬਹੁਤ ਹਾਈਲਾਈਟ ਕੀਤਾ ਜਾਂਦਾ ਕਿ ਸਟੂਡੈਂਟਸ ਕੀ ਪਾਉਂਦੇ ਨੇ ਕੀ ਨਹੀਂ ਪਾਉਂਦੇ ਹੈਗੇ। ਇਹ ਤੋਂ ਇਲਾਵਾ ਜਿਹੜਾ ਤੁਹਾਡਾ ਪ੍ਰੋਪਰ ਕਹਿੰਦੇ ਆ ਕਿ ਆਪਣੇ ਆਪ ਨੂੰ ਤੁਸੀਂ ਮੇਨਟੇਨ ਕਰਕੇ ਰੱਖੋ, ਤੁਸੀਂ ਇੱਥੇ ਸੋਹਣੇ ਮੁਲਕਾਂ ਚ ਆਏ ਹੋ, ਸੋਹਣੇ ਸੋਹਣੇ ਕੱਪੜੇ ਪਾ ਕੇ ਰੱਖੋ। ਪਜਾਮਿਆਂ ਚ ਹੁੰਦੇ ਆ, ਚੱਪਲਾਂ ਚ ਹੁੰਦੇ ਆ, ਉਵੇਂ ਅਸੀਂ ਦੇਖਦੇ ਆ ਟਿਮ ਹਾਰਟਨ ਖੜੇ ਹੁੰਦੇ ਆ, ਉਵੇਂ ਅਸੀਂ ਦੇਖਦੇ ਆ ਪਲਾਜ਼ਿਆਂ ਚ ਖੜੇ ਹੁੰਦੇ ਆ। ਜਿਹੜੀ ਇਹ ਗੱਲ ਹੈ ਕਿ ਜਿਹੜੇ ਲੋਕ ਕਹਿੰਦੇ ਕਿ ਚੱਪਲਾਂ 'ਚ ਹੁੰਦੇ ਆ, ਸਮਰ ਹੈ, ਸਮਰ ਦੇ ਵਿੱਚ ਜੇ ਅਸੀਂ ਸ਼ਿਫਟਾਂ ਲਾਉਂਦੇ ਅਸੀਂ 8 ਘੰਟਿਆਂ ਦੀਆਂ 12 ਘੰਟਿਆਂ ਦੀਆਂ ਫੈਕਟਰੀਆਂ ਦੇ ਵਿੱਚ, ਤੇ ਸਾਡੇ ਪੈਰਾਂ ਦੇ ਵਿੱਚ ਸੇਫਟੀ ਸ਼ੂ ਹੁੰਦੇ ਆ, ਅਸੀਂ ਉੱਥੋਂ ਵਾਪਸ ਆਉਂਦੇ ਆ ਤਾਂ ਅਸੀਂ ਸ਼ੂ ਪਾ ਲੈਂਦੇ ਆ। ਜੇ ਸਾਡੇ ਕੋਲੇ ਉਹਦੇ 'ਚ ਅਸੀਂ 4 ਘੰਟੇ ਜਾਂ 5 ਘੰਟੇ ਸੌਂਦੇ, ਸਾਡੇ ਕੋਲ 2 ਘੰਟੇ ਆ, ਜੇ ਅਸੀਂ ਆਪਣੇ ਪੈਰਾਂ 'ਚ ਚੱਪਲਾਂ ਨਹੀਂ ਪਾਵਾਂਗੇ ਜਾਂ ਪੈਰਾਂ ਨੂੰ ਖੁੱਲੇ ਨਹੀਂ ਕਰਾਂਗੇ ਤਾਂ ਇਹਦਾ ਮਤਲਬ ਸਾਡੇ ਤਾਂ ਪੈਰ ਹੀ ਨਹੀਂ ਰਹਿਣੇ। ਇਹ ਤਾਂ ਇੱਕ ਤਰ੍ਹਾਂ ਦਾ ਕੋਈ ਗਿੱਲਾ ਕੱਪੜਾ ਬਣ ਜਾਣਾ ਹੈ। ਅਸੀਂ ਆਲਰੇਡੀ 16 ਘੰਟੇ ਸ਼ੂ ਪਾ ਰਹੇ ਹਾਂ, ਠੀਕ ਹੈ ਜੀ, ਤੇ ਉਸ ਤੋਂ ਬਾਅਦ ਪੈਰਾਂ ਨੂੰ ਹਵਾ ਲਵਾਉਣੀ ਵੀ ਜ਼ਰੂਰੀ ਆ। ਦੂਸਰੀ ਗੱਲ ਇਸੇ ਚੱਪਲਾਂ ਦਿੱਤੀ, ਮੈਂ ਇੱਕ ਇੰਟਰਵਿਊ ਦੇ ਵਿੱਚ ਦੇਖਿਆ, ਮੈਨੂੰ ਨਹੀਂ ਪਤਾ ਕੌਣ ਸੀ, ਉਹਨਾਂ ਨੇ ਕਿਹਾ ਕਿ ਸਰਦੀਆਂ ਦੇ ਵਿੱਚ ਪਾ ਕੇ ਫਿਰਦੇ ਆ। ਅੱਜ ਤੱਕ ਮੈਂ ਬੈਰੀ ਦੇ ਵਿੱਚ ਰਹਿਣਾ, ਮੇਰਾ ਕਾਲਜ ਵੀ ਉੱਥੇ ਆ, ਸਾਰਿਆਂ ਨਾਲੋਂ ਸਾਡੇ ਜਿਹੜਾ ਏਰੀਏ ਦਾ ਸਭ ਤੋਂ ਵੱਡਾ ਹਸਪੀਟਲ ਜਾਂ ਕਦੀਏ ਸੰਸਥਾ ਉੱਥੇ ਹੀ ਆ। ਕਦੇ ਉਹਨਾਂ ਨੂੰ ਇਹ ਪੁੱਛਿਓ ਜਾ ਕੇ ਵੀ ਅੱਜ ਜੇ ਮੈਂ ਚੱਪਲਾਂ ਪਾ ਕੇ ਸਨੋ ਦੇ ਵਿੱਚ ਜਾਊਂ, ਨਾਰਮਲ ਜੀ ਗੱਲ ਆ, ਮੇਰੇ ਪੈਰ ਫ੍ਰੀਜ਼ ਹੋ ਜਾਣੇ। ਬਿਲਕੁਲ। ਤੇ ਅੱਜ ਤੱਕ ਕਿਹੜੇ ਸਟੂਡੈਂਟ ਦਾ ਕੇਸ ਉਹਨਾਂ ਕੋਲੇ ਫ੍ਰੀਜ਼ਿੰਗ ਲਈ ਆਇਆ? ਫਰਸਟਲੀ, ਤੇ ਸੈਕੰਡਲੀ ਜੇ ਮੈਂ ਚੱਪਲਾਂ ਪਾ ਰਿਹਾ, ਫੋਰ ਐਗਜ਼ਾਮਪਲ ਮੈਂ ਚੱਪਲ ਪਾਉਣਾ ਸਰਦੀਆਂ ਦੇ ਵਿੱਚ ਜਦੋਂ ਮੈਂ ਗੱਡੀ ਚਲਾਉਣੀ ਹੁੰਦੀ ਤੇ ਮੈਂ ਜਦੋਂ ਉਤਰਦਾ ਤਾਂ ਮੇਰੇ ਕੋਲ ਮੇਰੇ ਸਨੋ ਸ਼ੂ ਜਾਂ ਮੇਰੇ ਸ਼ੂ ਹੁੰਦੇ ਆ ਤੇ ਮੈਂ ਉਤਰਨ ਲੱਗਿਆ ਪਾ ਕੇ ਹੀ ਉਤਰਦਾ। ਵੀ ਆਰ ਨਾਟ ਮੈਡ ਦੈਟ ਵੀ ਆਰ ਵੇਅਰਿੰਗ ਦੀ ਸੈਂਡਲਸ ਇਨ ਦੀ ਸਨੋ, ਆਫ ਕੋਰਸ। ਇਹ ਇਕੱਲਾ ਇਹ ਨਹੀਂ ਹੁੰਦਾ ਜੇ ਚੱਪਲਾਂ ਪਾਈਆਂ ਤੁਸੀਂ ਹੋ, ਸੌਰੀ ਇਹ ਗੱਲ ਨਹੀਂ ਤੁਸੀਂ ਲੈ ਸਕਦੇ ਹੋ, ਮੇਰੀ ਐਗਜ਼ਾਮਪਲ ਲੈ ਸਕਦੇ ਹੋ। ਬਿਲਕੁਲ, ਜੇ ਤੁਸੀਂ ਵੀ ਗੱਡੀ ਚੋਂ ਉਤਰੇ, ਮੈਂ ਵੀ ਗੱਡੀ ਚੋਂ, ਜਿਵੇਂ ਆਯੂਸ਼ ਨੇ ਕਿਹਾ, ਸਾਡੇ ਕੋਈ ਠੱਪਾ ਤਾਂ ਨਹੀਂ ਲੱਗਿਆ ਵੀ ਅਸੀਂ ਸਟੂਡੈਂਟ ਹੀ ਆ। ਤੁਸੀਂ ਤੁਹਾਡੇ ਇਹ ਤਾਂ ਨਹੀਂ ਲਿਖਿਆ ਵੀ ਤੁਸੀਂ ਇੱਥੇ, ਨਹੀਂ ਮੈਂ ਵੀ ਜੀ ਸਟਰਗਲ ਕਰਕੇ ਇੱਥੇ ਤੱਕ ਪਹੁੰਚੀ ਹਾਂ। ਬਿਲਕੁਲ, ਤੁਸੀਂ ਤਾਂ ਸਾਡੀਆਂ ਗੱਲਾਂ ਅੱਗੇ ਰੱਖ ਰਹੇ ਹੋ ਬਿਕਾਜ਼ ਤੁਸੀਂ ਆਬਸਟੈਕਲਸ ਦੇਖਿਆ। ਬਿਲਕੁਲ, ਠੀਕ ਹੈ ਜੀ। ਹੁਣ ਜਿਹੜੇ ਬੰਦੇ ਸਾਡੇ ਤੇ ਕਮੈਂਟਿੰਗ ਕਰ ਰਹੇ ਨੇ, ਉਹਨਾਂ ਨੇ 2 ਨੰਬਰ 'ਚ ਆ ਕੇ ਇੱਥੇ ਜਾਂ ਕਹਿ ਲਓ ਲੁਕ ਛਿਪ ਕੇ ਆ ਗਏ, ਜਾਂ ਉਹਨਾਂ ਸਮਿਆਂ 'ਚ ਆ ਕੇ ਲੋਕਾਂ ਦਾ ਨਾਮ ਵੀ ਹਾਂਜੀ ਸਾਨੂੰ ਉੱਥੇ ਖਤਰਾ ਹੈ, ਬਟ ਉਹਨਾਂ ਨੂੰ ਕੋਈ ਪ੍ਰੋਬਲਮ ਤੱਕ ਨਹੀਂ ਸੀ, ਸਿਰਫ ਇੱਕ ਪੈਸੇ ਲਈ ਇੱਥੇ ਆ ਕੇ ਬੈਠ ਗਏ। ਤੇ ਹੁਣ ਅੱਜ ਇੱਕ ਪੈਸੇ ਲਈ ਹੀ ਕਿ ਸਾਡੀ TRP ਜਾਂ ਕੁਝ ਵੀ ਹੋਵੇ, ਉਹ ਸਾਨੂੰ ਬਦਨਾਮ ਕਰ ਰਹੇ ਨੇ। ਅਸੀਂ ਵੀ ਕਮਿਊਨਿਟੀ ਦਾ ਪਾਰਟ ਆ। ਜਿਹੜਾ ਇਸ ਚੋਂ ਮੈਨੂੰ ਉਸੇ ਇਨਸਾਨ ਦੀ ਗੱਲ ਯਾਦ ਆ ਰਹੀ ਹੈ, ਉਹ ਕਹਿ ਰਿਹਾ ਹੈ ਕਿ ਅਸੀਂ ਤੁਹਾਡੀ ਬੋਡੀਜ਼ ਲਈ ਪੈਸੇ ਦੇ ਰਹੇ ਹਾਂ, ਲਾਸ਼ਾਂ ਲਈ। ਬਿਲਕੁਲ, ਵਰਡਿੰਗ ਐਗਜ਼ੈਕਟ ਇਹ ਸੀ ਜਿਹੜੀ ਕਿ ਕਾਫੀ ਜ਼ਿਆਦਾ ਜਿੱਤੇ ਡਾਊਟ ਹੋਇਆ, ਬਹੁਤ ਰੌਲਾ ਪਿਆ। ਹਾਂਜੀ, ਲਾਸ਼ ਅਸੀਂ ਵੀ ਬਣਨਾ, ਲਾਸ਼ ਹੋ ਸਕਦਾ ਹੈ ਉਹਨਾਂ ਦਾ ਜਾਂ ਉਹ ਆਪ ਜਾਂ ਕੋਈ ਵੀ ਬਣੇ। ਪੰਜਾਬੀ ਕਮਿਊਨਿਟੀ ਹਮੇਸ਼ਾ ਇਕੱਠੀ ਤੁਰੀ ਆ, ਠੀਕ ਹੈ ਜੀ। ਜੇ ਅੱਜ ਦੇ ਟਾਈਮ ਤੇ ਰਵੀ ਸਿੰਘ ਜੀ ਹੋਰਾਂ ਨੂੰ ਲਈਏ, ਵਰਲਡ ਦੇ ਵਿੱਚ ਸੇਵਾ ਕਰ ਰਹੇ ਨੇ, ਹੀ ਇਜ਼ ਆਲਸੋ ਪੰਜਾਬੀ। ਜੇ ਪੰਜਾਬੀ ਇੱਕ ਤਾਂ ਵਰਲਡ ਲੈਵਲ ਤੇ ਕੰਮ ਕਰ ਰਿਹਾ ਹੈ ਤੇ ਦੂਸਰਾ ਪੰਜਾਬੀ ਕਹਿ ਰਿਹਾ ਵੀ ਮੈਂ ਤੇਰੀਆਂ ਲਾਸ਼ਾਂ ਭੇਜ ਰਿਹਾ, ਅਸੀਂ ਜੀ ਉਹਨਾਂ ਬੰਦਿਆਂ ਤੋਂ ਨਾ ਅੱਜ ਤੱਕ ਮੰਗੇ ਨੇ, ਨਾ ਅਸੀਂ ਅੱਗੇ ਮੰਗੀਏ। ਜੇ ਤੁਸੀਂ ਸਾਨੂੰ ਪੈਸੇ ਦੇ ਰਹੇ ਹੋ ਪਲੀਜ਼ ਨਾ ਦਿਓ, ਅਸੀਂ ਸਾਡੀਆਂ ਲਾਸ਼ਾਂ ਇੱਥੇ ਸੜ ਜਾਣ, ਕੋਈ ਸਾਨੂੰ ਪ੍ਰੋਬਲਮ ਨਹੀਂ, ਸਭ ਨੇ ਮਰਨਾ ਹੈ। ਪਰ ਇਹ ਚੀਜ਼ਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਪੈਸੇ ਦੇ ਕੇ ਤੁਹਾਨੂੰ ਤੁਹਾਡੀਆਂ ਲਾਸ਼ਾਂ ਭੇਜ ਰਹੇ ਹਾਂ, ਅਸੀਂ ਇਹ ਚੀਜ਼ਾਂ ਨਹੀਂ ਚਾਹੁੰਦੇ। ਤੇ ਅਸੀਂ ਤੁਹਾਨੂੰ ਇਹ ਵੀ ਕਹਿੰਦੇ ਆ ਵੀ ਜੇ ਕੱਲ ਨੂੰ ਕਿਤੇ ਤੁਹਾਨੂੰ ਸਾਡੀ ਲੋੜ ਪੈਂਦੀ ਆ, ਅਸੀਂ ਤੁਹਾਡੇ ਨਾਲ ਮੋਢਾ ਲਾ ਕੇ ਖੜਾਂਗੇ। ਜੇ ਸੂਰਜਦੀਪ ਸਿੰਘ ਦੀ ਗੱਲ ਤੋਂ ਤੁਸੀਂ ਇਹ ਗੱਲ ਬਣਾਈ ਹੈ, ਉਹ ਸਾਡਾ ਭਰਾ ਸੀ, ਅਸੀਂ ਹੁਣ ਵੀ ਉਹਦੇ ਨਾਲ ਖੜੇ ਹਾਂ। ਜੇ ਅੱਗੇ ਕੋਈ ਸੰਘਰਸ਼ ਹੋਊਗਾ ਅਸੀਂ ਉੱਥੇ ਵੀ ਅਸੀਂ ਉਹਦੇ ਨਾਲ ਖੜਾਂਗੇ। ਪ੍ਰਭ, ਜਿਵੇਂ ਤੁਸੀਂ ਗੱਲ ਕੀਤੀ ਹੈ ਨਾ, ਸਾਰਾ ਸਿਨੈਰੀਓ ਆਪਾਂ ਆਯੂਸ਼ ਨਾਲ ਵੀ ਗੱਲ ਕੀਤੀ, ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਪੰਜਾਬੀ ਸਟੂਡੈਂਟਸ ਗਏ ਆ। ਇਹ ਕਿਉਂ ਕਿਹਾ ਜਾਂਦਾ ਵੀ ਕੈਨੇਡਾ ਆ ਕੇ ਇੰਨੀ ਅੱਤ ਕਿਉਂ ਮਚਾਈ ਆ? ਇਹ ਸਿਰਫ ਇੱਕ ਚਿੜ ਸਮਝਦੇ ਹੋ, ਇੱਕ ਚਿੜ ਕਹਿ ਸਕਦੇ ਹੋ। ਜਿਵੇਂ ਆਯੂਸ਼ ਨਾਲ ਤੁਸੀਂ ਗੱਲ ਕੀਤੀ, ਇੱਕ ਲੇਡੀ ਜਿਹੜੀ ਤੁਸੀਂ ਦੱਸ ਰਹੇ ਸੀ ਵੀ ਉਹਨਾਂ ਨੇ ਨਿਕਲ ਗਏ। ਜੇ ਤੁਸੀਂ ਕਿਸੇ ਵੀ ਕੰਮ ਨੂੰ ਔਨ ਕਰਦੇ ਹੋ, ਤੁਸੀਂ ਬੈਸਟ ਨੂੰ ਰੱਖੋਗੇ। ਜੇ ਮੈਂ ਪਿਛਲੇ 3 ਸਾਲਾਂ ਤੋਂ ਟਿਮ ਹਾਰਟਨਸ ਤੇ ਮੈਕਡੋਨਲਡਸ ਕੰਮ ਕਰ ਰਿਹਾ, ਠੀਕ ਹੈ ਜੀ, ਪਰ ਮੈਂ ਉੱਥੋਂ ਨਿਕਲਿਆ ਨਹੀਂ ਅੱਜ ਤੱਕ, ਠੀਕ ਹੈ।
ਕਿਉਂਕਿ ਮੈਂ ਉਹਨਾਂ ਨੂੰ ਕੰਮ ਦੇ ਦੇ ਰਿਹਾ। ਰਿਹਾ, ਜੇ ਉਹਨਾਂ ਨੇ ਬਹੁਤ ਜਾਣੇ ਕੱਢੇ ਵੀ, ਪਹਿਲੇ 3 ਮਹੀਨਿਆਂ ਦੇ ਵਿੱਚੋਂ ਕੱਢ ਦਿੰਦੇ ਆ ਜਿਹੜਾ ਬੰਦਾ ਨਹੀਂ ਸਹੀ ਕੰਮ ਕਰਦਾ। ਕਹਿੰਦੇ ਵੀ ਇਹੀ ਆ ਨਾ ਕਿ ਚਲੋ ਹੁਣ ਤਾਂ ਲੀਗਲ ਵੇ ਨਾਲ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਕਿ ਤੁਸੀਂ ਕੰਮ ਕਰ ਸਕਦੇ ਸੀ, ਲੀਗਲ ਵੇ ਨਾਲ ਕੀਤਾ। ਇਲੀਗਲ ਵੇ ਨਾਲ $14 ਦੀ ਜਗ੍ਹਾ $7 ਤੱਕ ਵੀ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਆ, ਇਹ ਕਿਉਂ? ਫਸਟਲੀ ਅਸੀਂ ਮੈਂ ਪੰਜਾਬ ਤੋਂ ਬਿਲੋਂਗ ਕਰਦਾ। ਬਹੁਤ ਸਟੂਡੈਂਟਸ ਨੇ ਜਿਹੜੇ ਅਲੱਗ-ਅਲੱਗ ਖਿੱਤਿਆਂ ਤੋਂ ਬਿਲੋਂਗ ਕਰਦੇ ਆ। ਅਸੀਂ ਸਿਰਫ ਇੱਥੇ ਤਾਂ ਆਏ ਆ ਕਿਉਂਕਿ ਸਾਡੇ ਕੋਲ ਵਰਕ ਅਪਰਚੂਨਿਟੀਜ਼ ਨਹੀਂ ਹੈਗੀਆਂ। ਮੇਰੇ ਘਰੇ ਇੱਕ PhD, ਇੱਕ PGDCA, ਇੱਕ MCA, ਤਿੰਨੋਂ ਬੇਰੁਜ਼ਗਾਰ, ਤੇ ਹੁਣ ਉਹਨਾਂ ਨੂੰ ਜੌਬ ਮਿਲੀ ਆ ਸਿਰਫ 20,000 ਰੁਪਏ ਤੇ, ਉਹ ਵੀ ਇੱਕ ਬੈਂਕ ਦੇ ਵਿੱਚ, ਜਦੋਂ ਕਿ ਉਹਨਾਂ ਦਾ ਫੀਲਡ ਨਹੀਂ ਸੀ ਹੈਗਾ। ਤੇ ਜੇ ਮੈਂ 12ਵੀਂ ਕਰਕੇ +2 ਕਰਕੇ ਇੱਥੇ ਆਉਣਾ, ਸਾਡੇ 60% ਜਿਹੜੇ ਪੰਜਾਬ ਦੇ ਸਟੂਡੈਂਟਸ ਨੇ, ਮੈਂ ਪੰਜਾਬ ਦੀ ਗੱਲ ਕਰੂੰਗਾ ਕਿਉਂਕਿ ਮੈਨੂੰ ਸਾਰੇ ਕਾਸੇ ਦਾ ਨਹੀਂ ਪਤਾ, 60% ਸਟੂਡੈਂਟਸ ਸਿਰਫ ਆਪਦੇ ਘਰ ਦੇ ਹਾਲਾਤ ਠੀਕ ਕਰਨ ਲਈ ਜਾਂ ਆਪਦੇ ਹਾਲਾਤ ਠੀਕ ਕਰਨ ਲਈ, ਆਪਦੇ ਬੈਟਰ ਫਿਊਚਰ ਲਈ ਇੱਥੇ ਆਉਂਦੇ ਆ। ਬਿਲਕੁਲ ਠੀਕ ਹੈ ਜੀ। ਹੁਣ ਜਿਹੜਾ ਕਹਿੰਦੇ ਨੇ ਕੈਸ਼ ਤੇ ਕੰਮ ਕਰਦੇ ਆ, ਮੇਰੇ ਨਾਲ ਕੁਝ ਡੋਮੈਸਟਿਕ ਸਟੂਡੈਂਟਸ ਨੇ, ਉਹਨਾਂ ਦੀ ਫੀ ਹੈਗੀ ਆ $3,000, ਅਸੀਂ ਭਰਨਾ ਹੁੰਦਾ $8,500 $9,000। ਇਹ ਤਾਂ ਪਹਿਲਾਂ ਹੀ ਪਤਾ ਹੁੰਦਾ ਕਿ ਆਲਰੇਡੀ ਇੰਟਰਨੈਸ਼ਨਲ ਸਟੂਡੈਂਟਸ ਦੀ ਤਿੱਗਣੀਆਂ ਫੀਸਾਂ ਹੁੰਦੀਆਂ ਨੇ। ਤਿੱਗਣੀਆਂ ਹੁੰਦੀਆਂ ਜ਼ਰੂਰ ਨੇ। ਅਸੀਂ ਉਹ ਫੀਸ ਕੱਢਣ ਲਈ ਅਸੀਂ ਇੱਕ ਤਾਂ ਕੰਮ ਵੀ ਜਿਹੜੇ ਮੈਂ ਨਹੀਂ ਕੀਤਾ ਕਦੇ ਵੀ ਕੈਸ਼ ਤੇ ਕੰਮ ਹਾਲੇ ਤੱਕ, ਹੋ ਸਕਦਾ ਮੈਨੂੰ ਵੀ ਕਰਨਾ ਪਵੇ, ਕਿ ਹਾਲੇ ਤੱਕ ਨਹੀਂ ਕੀਤਾ। ਪਰ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਦਾ ਹੈਗਾ ਤੇ ਡੋਮੈਸਟਿਕ ਸਟੂਡੈਂਟ ਦਾ, ਮੈਂ ਤੁਹਾਨੂੰ ਫਰਕ ਦੱਸਣ ਲੱਗਿਆ ਸੀ। ਜਿਹੜਾ 3,000 ਉਹਨਾਂ ਨੇ ਭਰਿਆ, ਉਹਦੇ ਚੋਂ 80% ਫੀ ਉਹਨਾਂ ਨੂੰ ਵਾਪਸ ਮਿਲ ਜਾਂਦੀ। ਤੇ ਸਾਨੂੰ ਜੇ ਗੱਲ ਕਰਾਂ, ਅਸੀਂ 85-8600 ਭਰ ਵੀ ਦਿੱਤਾ, ਅਸੀਂ ਪਿੱਛੋਂ ਮੰਗਾ ਕੇ ਵੀ ਭਰ ਸਕਦੇ। ਜੇ ਅਸੀਂ ਇੱਥੇ ਆ ਸਕਦੇ ਆ, ਅਸੀਂ ਮੰਗਾ ਕੇ ਭਰ ਵੀ ਸਕਦੇ ਆ। ਪਰ ਇਹ ਸਾਡੇ ਜਿਹੜਾ ਇੱਕ ਪੰਜਾਬੀਆਂ ਦਾ ਕਹਿ ਲਓ ਜਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਗੱਟਸ ਆ ਜਾਂਦੇ ਆ। ਉਹ ਕਹਿੰਦੇ ਵੀ ਅਸੀਂ ਘਰੋਂ ਨਹੀਂ ਮੰਗਾਉਣੇ, ਅਸੀਂ ਘਰਦਿਆਂ ਨੂੰ ਨਹੀਂ ਤੰਗ ਕਰਨਾ। ਤੇ ਸੈਕਿੰਡ ਥਿੰਗ ਜਿਹੜਾ ਤੁਸੀਂ ਕਹਿ ਰਹੇ ਹੋ ਕੈਸ਼ ਅਸੀਂ ਕਰਦੇ ਆ ਤਾਂ ਕਰਦੇ ਆ ਜੇ ਸਾਨੂੰ ਕੰਮ ਦੇ ਰਿਹਾ ਕੋਈ, ਤੇ ਉਹ ਜਿਹੜੇ ਦੇਣ ਵਾਲੇ ਆ ਉਹ ਵੀ ਕੋਈ ਹੋਰ ਨਹੀਂ, ਉਹ ਵੀ ਸਾਡੇ ਵਾਲੇ ਨੇ। ਉਹ ਤਾਂ ਦਿੰਦੇ ਨੇ ਕਿ ਸਾਨੂੰ ਘੱਟ ਪੈਸਿਆਂ 'ਚ ਕੰਮ, ਅਸੀਂ ਜੇ ਜਿਵੇਂ ਆਯੂਸ਼ ਨੇ ਵੀ ਇਹੀ ਗੱਲ ਕਹੀ, ਮੈਂ ਵੀ ਇਹੀ ਗੱਲ ਕਹਿਣਾ, ਲੈਨੇ ਅਸੀਂ $7। ਮੈਂ ਕੀਤਾ ਸੀ ਕੰਮ ਇੱਕ ਢਾਬੇ ਤੇ ਮੈਨੂੰ ਉਹਨਾਂ ਨੇ $9 ਦਿੱਤੇ ਘੰਟੇ ਦੇ। ਸਵੇਰ ਤੋਂ ਸ਼ਾਮ ਤੱਕ ਮੈਂ ਭਾਂਡੇ ਮਾਂਜਦਾ, ਸਵੇਰ ਤੋਂ ਸ਼ਾਮ ਤੱਕ, ਸਿਰਫ ਇੱਕ ਦਿਨ ਲਈ ਗਿਆ ਮੈਂ। ਤੇ ਮੇਰਾ ਫੀਲਡ ਵੀ ਇਹੀ ਆ। ਮੈਂ ਉਹੀ ਕੰਮ ਜਦੋਂ ਮੈਂ ਡਿਸ਼ਵਾਸ਼ਰ ਦਾ ਕੰਮ ਵੀ ਬਾਹਰ ਕਰੂੰਗਾ ਤਾਂ ਅੰਟਾਰੀਓ ਦੀ ਜਿਹੜੀ ਆ ਮੇਰੇ ਹਿਸਾਬ ਨਾਲ ਸਟਾਰਟਿੰਗ $14 ਡਿਸ਼ਵਾਸ਼ਰ ਦੀ 16 ਹੈ। ਉਹਨਾਂ ਨੇ ਸਿਰਫ ਆਪਣੇ ਮੁਨਾਫੇ ਲਈ ਸਾਨੂੰ $7 ਦੇ ਰੱਖਿਆ। ਸਾਡੀ ਮਜਬੂਰੀ ਆ, ਉਹਨਾਂ ਦੀ ਤਾਂ ਨਹੀਂ ਮਜਬੂਰੀ। ਆਫ ਕੋਰਸ if we are working why they are hiring us, of course ਇਹ ਸਾਡੀ ਪ੍ਰੋਬਲਮ ਹੈ। ਬਟ ਉਹਨਾਂ ਦਾ ਕੋਈ ਉਹ ਆਪਦੇ ਬੈਨੀਫਿਟ ਨੂੰ ਰੱਖ ਰਹੇ ਆ। ਹਾਂ ਬਿਲਕੁਲ ਜੀ। ਤੇ ਮੈਂ ਇੱਕ ਸਟਰਗਲ ਦੀ ਜਿਵੇਂ ਹਰੇਕ ਨੂੰ ਪੁੱਛਦੀ ਹੁੰਦੀ ਆ ਕਿ ਸਟਰਗਲ ਉਰੇ ਕਿੰਨਾ ਕਰਨਾ ਪਿਆ। ਜਦੋਂ ਪਿੱਛੋਂ ਤੁਰੇ ਸੀਗੇ ਉਦੋਂ ਸੋਚਿਆ ਸੀ ਵੀ ਇੰਨਾ ਸਟਰਗਲ ਅਸੀਂ ਕਰਨਾਂਗੇ, ਉਰੇ ਆ ਕੇ ਹੋ ਜਾਊਗਾ, ਕਿਉਂਕਿ ਉੱਥੇ ਤਾਂ ਅਲਾਰਮ ਵਜਾਏ ਤੇ ਵੀ ਨਹੀਂ ਉੱਠ ਹੁੰਦਾ ਹੈਗਾ, ਇੱਥੇ ਤਾਂ ਪਹਿਲੇ ਅਲਾਰਮ ਤੇ ਉੱਠਣਾ ਪੈਂਦਾ। ਉੱਥੇ ਤਾਂ ਅਲਾਰਮ ਤਾਂ ਜੀ ਬਹੁਤ ਵੱਡੀ ਗੱਲ ਆ। ਉੱਥੇ ਤਾਂ ਜਿੰਨਾ ਟਾਈਮ ਝੜਕਾ ਨਹੀਂ ਸੀ ਪੈਂਦੀ ਉੱਠਦੇ ਨਹੀਂ ਸੀ, ਜਿੰਨਾ ਟਾਈਮ ਮਾਂ ਗਾਲਾਂ ਨਹੀਂ ਸੀ ਕੱਢਦੀ ਉੱਠ ਨਹੀਂ ਸੀ ਹੁੰਦਾ। ਇੱਥੇ ਆਏ ਸੀ ਤਾਂ ਬਹੁਤ ਕੁਝ ਸੁਪਨੇ ਲੈ ਕੇ ਆਏ ਸੀ। ਮੈਂ ਜਦੋਂ ਬੈਰੀ ਦੇ ਵਿੱਚ ਗਿਆ 2018 ਦੇ ਵਿੱਚ, ਉੱਥੇ ਬਹੁਤ ਘੱਟ ਕੰਮ ਹੁੰਦਾ ਸੀ। 2019 ਦੇ ਐਂਡ ਤੇ ਉੱਥੇ ਕੰਮ ਵਧਿਆ, ਜਾਂ ਕਹਿ ਦਈਏ ਵੀ ਉੱਥੇ ਫੈਕਟਰੀਜ਼ ਗਈਆਂ ਨੇ, ਜਾਂ ਉੱਥੇ ਸਟੂਡੈਂਟਸ ਨੂੰ ਹਾਇਰ ਕਰਨ ਲੱਗੇ ਨੇ, ਬਿਕਾਜ਼ ਜ਼ਿਆਦਾਤਰ ਅਸੀਂ ਪਾਰਟ ਟਾਈਮ ਹੁੰਦੇ ਸੀ, ਉਹਨਾਂ ਨੂੰ ਫੁੱਲ ਟਾਈਮ ਚਾਹੀਦੇ ਸੀ। ਮੈਂ ਵੀ ਆ ਕੇ 6 ਮਹੀਨੇ ਲਗਭਗ ਫ੍ਰੀ ਬੈਠਿਆ। ਹੁਣ ਜਿਹੜੇ ਮੈਂ 6 ਮਹੀਨੇ ਫ੍ਰੀ ਬੈਠਿਆ, ਉਹਦੇ ਵਿੱਚ ਇਹ ਸੋਚਦੇ ਰਹਿੰਦੇ ਸੀ ਵੀ ਕੰਮ ਮਿਲੇ। ਤੇ ਜਦੋਂ ਕੰਮ ਮਿਲਿਆ ਤਾਂ ਕੰਮ ਇਸ ਹਿਸਾਬ ਨਾਲ ਮਿਲਿਆ ਵੀ ਹਾਂਜੀ, ਉਹ ਪਾਰਟ ਟਾਈਮ ਨੂੰ ਵੀ ਉਹ ਕਹਿ ਦਿੰਦੇ ਸੀ ਵੀ ਤੁਸੀਂ ਫੁੱਲ ਟਾਈਮ ਆਓ। ਅਸੀਂ ਆਪਦੇ ਸੁਪਨੇ ਪੂਰੇ ਕਰਨ ਲਈ, ਮੇਰੀ ਹੁਣ ਤਾਂ ਚਲੋ ਕਰੋਨਾ ਕਾਰਨ ਕਲਾਸਿਸ ਆਨਲਾਈਨ ਨੇ, ਇਟਸ ਈਜ਼ੀ ਨਾਓ, ਬਟ ਉਸ ਸਮੇਂ ਸਾਨੂੰ ਕਲਾਸ ਵੀ ਲਾਉਣੀ ਪੈਂਦੀ ਸੀ। ਜਿਵੇਂ ਮੰਨ ਲਓ ਵੀ ਸਵੇਰੇ 8 ਵਜੇ ਕਲਾਸ ਸ਼ੁਰੂ ਹੋ ਗਈ, 2 ਘੰਟਿਆਂ ਦੀ ਕਲਾਸ, ਫਿਰ 3 ਘੰਟੇ ਗੈਪ, ਫਿਰ 2 ਘੰਟਿਆਂ ਦੀ ਕਲਾਸ, ਸਾਡੇ ਸ਼ਾਮ ਦੇ 6 ਜਾਂ 7 ਵੱਜ ਜਾਣੇ। ਰਾਤ ਨੂੰ ਅਸੀਂ ਸ਼ਿਫਟ ਲਾਉਣੀ, ਅਸੀਂ 4 ਘੰਟੇ 5 ਘੰਟੇ ਸੌਣਾ। ਹੁਣ ਸਾਡੀ ਥੋੜਾ ਜਿਹਾ ਸਟੇਬਲ ਹੋ ਗਿਆ ਸਾਰਾ ਕੁਝ, ਬਿਕਾਜ਼ ਥੋੜੇ ਜਿਵੇਂ ਪੁਰਾਣੇ ਹੁੰਦੇ ਆ ਤਾਂ ਤੁਹਾਨੂੰ ਐਕਸਪੀਰੀਅੰਸ ਹੋ ਜਾਂਦਾ ਤੁਹਾਨੂੰ। ਹਾਂ, ਮੀਨਸ ਜਿਹੜਾ ਕੁਝ ਲੈ ਕੇ ਆਏ ਸੀ, ਸੋਚ ਕੇ ਆਏ ਸੀ, ਹੌਲੀ ਹੌਲੀ ਅਸੀਂ ਆਪਦਾ ਪਾ ਰਹੇ ਹਾਂ, ਪਹੁੰਚ ਰਹੇ ਹਾਂ। ਬਟ ਜਿਹੜੀ ਗੱਲ ਕਹਿ ਦਿੰਦੇ ਨੇ ਵੀ ਹਾਂ ਤੁਸੀਂ ਇਹ ਉਹ ਤੁਸੀਂ ਉਹ, ਅਸੀਂ ਹਲੇ ਤੱਕ
ਜਿਵੇਂ ਸਾਡਾ ਗਰੁੱਪ ਹੈਗਾ ਲਗਭਗ 30-40 ਜਣਿਆਂ ਦਾ, ਸਾਡੇ ਚੋਂ ਹਲੇ ਤੱਕ ਕਿਸੇ ਨੇ ਕੋਈ ਲੜਾਈ ਨਹੀਂ ਕੀਤੀ, ਕਿਸੇ ਨੇ ਕੋਈ ਵੀ ਇਲੀਗਲ ਕੰਮ ਨਹੀਂ ਕੀਤਾ, ਬਟ ਵੀ ਆਰ ਅਚੀਵਿੰਗ ਆਵਰ ਡ੍ਰੀਮਸ, ਬਟ ਹੌਲੀ ਹੌਲੀ, ਬਿਕਾਜ਼ ਜਦੋਂ ਸਿੱਧੇ ਰਾਹ ਤੁਰੀਏ ਤਾਂ ਥੋੜਾ ਜਿਹਾ ਔਖਾ ਹੁੰਦਾ। ਬਿਲਕੁਲ ਜੀ। ਤੇ ਜਿਹੜੇ ਇਸ ਵਕਤ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇੰਡੀਆ 'ਚ ਬੈਠੇ ਕੈਨੇਡਾ ਆਉਣ ਦੇ ਸੁਪਨੇ ਲੈ ਰਹੇ ਨੇ, ਕਿਵੇਂ ਦੀ ਲਾਈਫ ਹੈ ਇੱਕ ਇੰਟਰਨੈਸ਼ਨਲ ਸਟੂਡੈਂਟ ਦੀ ਇੱਥੇ? ਇੰਟਰਨੈਸ਼ਨਲ ਸਟੂਡੈਂਟ ਦੀ ਲਾਈਫ ਸਾਡੇ ਆਪਣੇ ਤੇ ਡਿਪੈਂਡ ਹੈ। ਜੇ ਅਸੀਂ ਇਹਨੂੰ ਸਹੀ ਵੇ 'ਚ ਤੋਰਾਂਗੇ ਤਾਂ ਬਹੁਤ ਵਧੀਆ ਲਾਈਫ ਹੈ। ਕੈਨੇਡਾ ਸਭ ਕੁਝ ਸਾਨੂੰ ਪ੍ਰੋਵਾਈਡ ਕਰ ਰਿਹਾ, ਸਾਨੂੰ ਸਿਰਫ ਉਹਨੂੰ ਵਰਤਣ ਦਾ ਢੰਗ ਹੋਣਾ ਚਾਹੀਦਾ, ਤੇ ਜਿਹੜਾ ਸਾਨੂੰ ਥੋੜਾ ਜਿਹਾ ਟਾਈਮ ਲੱਗ ਕੇ ਸਮਝ ਆਇਆ ਸੀ। ਤੇ ਦੂਸਰੀ ਗੱਲ, ਜਿਹਨੇ ਵੀ ਆਉਣਾ ਪੋਜ਼ਿਟਿਵ ਮਾਈਂਡ ਨਾਲ ਆਉਣਾ, ਇੱਥੇ ਆ ਕੇ ਸਾਨੂੰ ਸਭ ਕੁਝ ਮਿਲਦਾ ਹੈ, ਈਚ ਐਂਡ ਐਵਰੀਥਿੰਗ। ਆਓ, ਕਿਸੇ ਨੂੰ ਵੀ ਕਦੇ ਵੀ ਲੋੜ ਪੈਂਦੀ ਹੈ, ਸਟੂਡੈਂਟਸ, ਨਾਟ ਓਨਲੀ ਸਟੂਡੈਂਟਸ, ਕੋਈ ਵੀ ਆਉਂਦਾ ਜਾਂ ਕੋਈ ਇੱਥੇ ਕਿਸੇ ਨੂੰ ਵੀ ਕੋਈ ਵੀ ਹੈਲਪ ਹੈ, ਸਟੂਡੈਂਟਸ ਹਮੇਸ਼ਾ ਉਸ ਦੇ ਬੰਦੇ ਦੀ ਹੈਲਪ ਲਈ ਖੜੇ ਨੇ। ਬਿਲਕੁਲ ਜੀ। ਤੇ ਇੱਥੋਂ ਦੀ ਕਮਿਊਨਿਟੀ ਨੂੰ ਕੀ ਕਹੋਗੇ ਜਿਹੜੇ ਕਹਿੰਦੇ ਆ ਕਿ ਇਸ ਵਕਤ ਸਟੂਡੈਂਟਸ ਨੇ ਅੱਤ ਮਚਾਈ ਹੋਈ ਹੈ? ਹਾਂਜੀ, ਮੈਂ ਇਹ ਤੁਸੀਂ ਜਦੋਂ ਗੱਲ ਕਹੀ ਮੈਨੂੰ ਇੱਕ ਵੀਡੀਓ ਯਾਦ ਆਈ ਆ, ਪਿਛਲੇ ਸਾਲ ਦੀ ਸੀ, ਇੱਕ ਬੇਸਮੈਂਟ ਦੀ ਵੀਡੀਓ ਪਾ ਰਹੇ ਸੀ ਕਿ ਉਹ ਬਹੁਤ ਗੰਦੀ ਆ। ਮੈਂ ਪਿੱਛੇ ਮੇਰੇ ਕੋਲੇ ਇੱਕ ਘਰ ਲੀਜ਼ ਤੇ ਸੀਗਾ, ਸਾਡੇ ਇਕੱਠਿਆਂ ਨੇ ਮਿਲ ਕੇ ਲਿਆ ਸੀ, ਹੁਣ ਵੀ ਉਹ ਹਾਲੇ ਮੇਰੇ ਕੋਲ ਹੀ ਹੈ। ਤੁਸੀਂ ਘਰੇ ਜਾਓ, ਬੈਰੀ ਦੇ ਵਿੱਚ, ਤੁਸੀਂ ਇੱਕ ਵਾਰੀ ਵੀ ਇਹ ਕਹਤਾ ਵੀ ਹਾਂਜੀ ਇੱਥੇ ਗੰਦ ਹੈ, ਸਾਡੇ ਨਾਲ ਕੁੜੀਆਂ ਵੀ ਰਹਿੰਦੀਆਂ, ਮੁੰਡੇ ਵੀ ਰਹਿੰਦੇ, ਵੀ ਇੱਥੇ ਗੰਦ ਹੈ ਜਾਂ ਕੋਈ ਤੁਹਾਨੂੰ ਦਾਗ ਧੱਬਾ ਦੇਖ ਗਿਆ, ਸਟੂਡੈਂਟਸ ਲਾਣਾ ਜਿਹੜਾ ਕਹਿ ਦਿੰਦੇ, ਇੱਕ ਨਾਮ ਨਹੀਂ ਯਾਦ, ਉਹ ਕਹਿੰਦਾ ਸਟੂਡੈਂਟਸ ਲਾਣੇ ਦੀ ਕਹਾਣੀ ਦੀਆਂ, ਉਹ ਥੋੜਾ ਜਿਹਾ ਗਲਤ ਬੋਲਦਾ ਸੀ ਸਟੂਡੈਂਟਸ ਲਈ। ਉਸ ਬੰਦੇ ਨੂੰ ਇੱਕ ਗੱਲ ਕਹਿਣਾ, ਸਾਡੇ ਕੋਲ ਆ, ਸਾਡਾ ਬੇਸਮੈਂਟ 'ਚ ਜਾਂ ਸਾਡੇ ਘਰ ਦੇ ਵਿੱਚ ਇੱਕ ਵੀ ਧੱਬਾ ਦੇਖ ਗਿਆ, ਜਿਹੜੀ ਚੀਜ਼ ਉਹ ਬੰਦਾ ਕਹੂਗਾ ਮੈਂ ਉਹ ਕਰੂੰਗਾ। ਜੇ ਸਾਡੀ ਕਮਿਊਨਿਟੀ ਸਾਡੀ ਹੈਲਪ ਕਰੇ, ਸਾਡੇ ਨਾਲ ਮੋਢਾ ਲਾ ਕੇ ਖੜੇ, ਤਾਂ ਮੈਂ ਕਹਿੰਦਾ ਕਿ ਅਸੀਂ ਹੋਰ ਵੀ ਉੱਤੇ ਜਾ ਸਕਦੇ ਹਾਂ। ਇਹ ਮੇਰਾ ਵਿਊ ਆ, ਸ਼ਾਇਦ ਇਹ ਚੰਗਾ ਵੀ ਹੋਵੇ, ਤਾਂ ਪਲੀਜ਼ ਸਾਡੀ ਕਮਿਊਨਿਟੀ ਨੂੰ ਬਾਰ-ਬਾਰ ਇਹੀ ਕਹਿੰਦਾ ਕਿ ਸਾਡੇ ਨਾਲ ਸਾਡੀ ਹੈਲਪ ਕਰੋ, ਸਾਡੇ ਮੋਢੇ ਨਾਲ ਮੋਢਾ ਲੱਗੋ। ਸਵਾਲ ਇਹ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਆ ਕੇ ਉਰੇ ਮਹਿੰਗੀਆਂ ਗੱਡੀਆਂ ਲੈ ਲੈਂਦੇ ਆ, ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਉਹਦੀਆਂ ਲਾਇਸੈਂਸ ਪਲੇਟ ਦੇ ਜਿਹੜੇ ਨੰਬਰਸ ਹੁੰਦੇ ਆ, ਅਲੱਗ-ਅਲੱਗ ਤਰ੍ਹਾਂ ਦੇ ਨੰਬਰ ਲੈ ਜਾਂਦੇ ਆ। ਫਿਰ ਕਿਹਾ ਜਾਂਦਾ ਜੀ ਤੁਸੀਂ ਘੇੜੀਆਂ ਮਾਰਦੇ ਹੋ, ਓਵਰ ਸਪੀਡਿੰਗ ਕਰਦੇ ਹੋ, ਐਕਸੀਡੈਂਟਸ ਹੁੰਦੇ ਆ, ਵੀ ਸਟੂਡੈਂਟਸ ਦੇ ਹੱਥ ਜਦੋਂ ਗੱਡੀ ਆ ਜਾਂਦੀ ਆ ਫਿਰ ਤਾਂ ਬਸ ਸੜਕਾਂ ਤੇ ਆਤੀ ਮਚਾਉਂਦੇ ਆ। ਇਹ ਮੈਡਮ ਗੱਲ ਸਾਰੀ ਟੋਟਲੀ ਰੋਂਗ ਆ, ਠੀਕ ਹੈ। ਪਹਿਲੀ ਗੱਲ ਤੇ ਇਹ ਵੀ ਓਵਰ ਸਪੀਡਿੰਗ ਕਰਨ ਵਾਲੇ ਇਕੱਲੇ ਸਟੂਡੈਂਟ ਨਹੀਂ ਹੁੰਦੇ। 60 ਦਾ ਜ਼ੋਨ ਆ, ਉਹ ਗੱਡੀ ਘੱਟੋ ਘੱਟ ਨਹੀਂ 70-80 ਤੇ ਹੋਊਗੀ ਜਿਹੜੀ ਜਾ ਰਹੀ ਹੈ, ਆਪਾਂ ਕਹਿ ਕੇ ਦੱਸ ਸਕਦੇ ਹਾਂ। ਓਵਰ ਸਪੀਡਿੰਗ ਕਰਨ ਵਾਲੇ ਪੀਆਰ ਵੀ ਹੋ ਸਕਦੇ ਆ, ਕੋਈ ਵੀ ਹੋ ਸਕਦਾ। ਆਪਾਂ ਇੱਕ ਪਾਰਟਿਕੂਲਰ ਇੰਟਰਨੈਸ਼ਨਲ ਸਟੂਡੈਂਟ ਨੂੰ ਨਹੀਂ ਕਹਿ ਸਕਦੇ, ਡੋਮੈਸਟਿਕ ਸਟੂਡੈਂਟ ਵੀ ਹੋ ਸਕਦਾ, ਉਹ ਕਿਸੇ ਹੋਰ ਕੰਟਰੀ ਦਾ ਬੰਦਾ ਵੀ ਹੋ ਸਕਦਾ। ਈਵਨ ਅਸੀਂ ਕਈ ਵਾਰੀ ਮੈਂ ਜਿੱਦਾਂ ਰੀਸੈਂਟਲੀ ਦੱਸਿਆ, ਮੇਰੇ 2 ਐਕਸੀਡੈਂਟ ਹੋਏ ਆ। ਇੱਕ ਕਾਰਾਂ ਬਲੈਕ ਬੰਦਾ ਸੀ, ਬਲੈਕ ਕਮਿਊਨਿਟੀ ਤੋਂ ਬਿਲੋਂਗ ਕਰਦਾ ਸੀ, ਠੀਕ ਹੈ, ਓਵਰ ਸਪੀਡਿੰਗ ਕਰ ਰਹੇ ਸੀ, ਕੱਟ ਮਾਰ ਕੇ ਅੱਗੇ ਆ ਗਿਆ ਜੀ, ਇੰਸ਼ੋਰੈਂਸ ਨੇ ਕੱਢਤੀ, ਗਲਤੀ ਸਾਡੀ, ਠੀਕ ਹੈ। ਓਵਰਆਲ ਗਲਤੀ ਭਾਵੇਂ ਪੁਲਿਸ ਵਾਲਾ ਵੀ ਮੇਰੀ ਕੱਢ ਦੇ ਵੀ ਹਾਂ ਤੁਸੀਂ ਗਲਤ ਹੋ, ਬਟ ਜੇ ਅਸੀਂ ਡੈਸ਼ ਕੈਮ ਲਵਾਏ ਹੁਣ ਤਾਂ ਅਸੀਂ ਪ੍ਰੂਵ ਕਰ ਸਕੀਏ ਨਾ ਵੀ ਹਾਂ ਉਹਦੀ ਗਲਤੀ ਸੀ, ਉਹਨੇ ਓਵਰ ਸਪੀਡ ਕੀਤਾ। ਸੈਕਿੰਡ ਟਾਈਮ ਐਕਸੀਡੈਂਟ ਹੋਇਆ, ਉਹਦੀ ਓਵਰ ਸਪੀਡਿੰਗ ਦੀ ਗਲਤੀ, ਪਿੱਛੋਂ ਟਰੱਕ ਤੇ ਆਉਂਦਾ ਬੰਦਾ ਗੋਰਾ, ਉਹਦੀ ਗਲਤੀ, ਉਸ ਤੋਂ ਪਿੱਛੇ ਰੇਂਜ ਰੋਵਰ ਆ ਰਹੀ ਸੀ, ਉਹਦੀ ਗਲਤੀ। ਮੇਰੇ 'ਚ 5 ਗੱਡੀਆਂ ਹਿੱਟ ਹੋਈਆਂ, ਮੈਂ ਤਾਂ ਨਹੀਂ ਨਾ ਓਵਰ ਸਪੀਡ ਕਰ ਰਿਹਾ, ਮੈਂ 0 ਕਿਲੋਮੀਟਰ ਦੀ ਸਪੀਡ ਤੇ ਖਲੋਤਾ। ਖਲੋਤੀ ਗੱਡੀ 'ਚ ਵੀ ਜੇ ਤੁਹਾਡੇ 'ਚ ਕੋਈ ਮਾਰ ਜੇ ਤਾਂ ਉਹ ਵੀ ਸਟੂਡੈਂਟ ਦੀ ਗਲਤੀ ਆ। ਕੱਲ ਨੂੰ ਜੀ ਤੁਸੀਂ ਕਹਿ ਦਿਓ ਵੀ ਹਾਂ ਅਸੀਂ ਕਿਸੇ ਜਗ੍ਹਾ ਤੇ ਕੈਨੇਡਾ ਦੇ ਵਿੱਚ ਬੰਬ ਫਟਿਆ ਤੇ ਤੁਸੀਂ ਕਹਿ ਦਿਓ ਵੀ ਹਾਂਜੀ ਉਹ ਵੀ ਸਟੂਡੈਂਟ ਨੇ, ਠੀਕ ਹੈ ਜੀ। ਫਿਰ ਤੁਹਾਡੇ ਘਰੋਂ ਕੋਈ ਚੀਜ਼ ਚੋਰੀ ਹੋ ਜਾਵੇ, ਤੁਸੀਂ ਕਹਿ ਦਿਓ ਸਟੂਡੈਂਟ ਨੇ ਕੀਤਾ ਵਾ। ਤੁਹਾਡੀ ਗੱਡੀ ਕੋਈ ਹੋਰ ਤੋੜ ਜੇ, ਤੁਸੀਂ ਕਹਿੰਦੇ ਸਟੂਡੈਂਟ ਨੇ ਕੀਤਾ ਵਾ। ਕਹਿੰਦੇ ਇਹ ਵੀ ਨੇ ਜੀ ਜਿਹੜੇ ਇਸ ਵਕਤ ਸਟੂਡੈਂਟਸ ਆਉਂਦੇ ਆ ਵੀ ਉਹਨਾਂ ਨੂੰ ਵੀ ਲਾਇਸੈਂਸ ਉਨੀ ਦੇਰ ਤੱਕ ਨਹੀਂ ਮਿਲਣਾ ਚਾਹੀਦਾ ਜਦ ਤੱਕ ਉਹਨਾਂ ਦੀ ਐਜੂਕੇਸ਼ਨ ਕੰਪਲੀਟ ਨਹੀਂ ਹੋ ਜਾਂਦੀ। ਵੀ 18 ਸਾਲ ਦੇ ਆ ਕੇ ਉਰੇ ਜਿਹੜੇ ਆਉਂਦੇ ਆ ਲਾਇਸੈਂਸ ਲੈ ਲੈਂਦੇ ਆ, ਵੀ ਉਹਨਾਂ ਨੂੰ ਨਹੀਂ ਦੇਣੇ ਚਾਹੀਦੇ ਹੈਗੇ। ਮੈਮ ਲਾਇਸੈਂਸ ਡਰਾਈਵ ਟੈਸਟ ਵਾਲੇ ਦਿੰਦੇ ਆ ਤੇ ਆਪਾਂ ਲੈਨੇ ਆ। ਅਸੀਂ ਇਦਾਂ ਦਾ ਗੱਡੀ ਚੱਕ ਕੇ ਤੁਰ ਨਹੀਂ ਪੈਂਦੇ, ਰਾਈਟ। ਤੇ ਸਾਨੂੰ ਡੀਲਰਸ਼ਿਪ ਵੀ ਗੱਡੀ ਉਦੋਂ ਦਿੰਦੀ ਜਦੋਂ ਸਾਡੇ ਹੱਥ 'ਚ ਲਾਇਸੈਂਸ ਹੁੰਦਾ, ਤੇ ਲਾਇਸੈਂਸ ਸਾਨੂੰ ਮਿਨਿਸਟਰੀ ਪ੍ਰੋਵਾਈਡ ਕਰਾਉਂਦੀ, ਰਾਈਟ, ਜਦੋਂ ਅਸੀਂ ਟੈਸਟ ਕਲੀਅਰ ਕਰਦੇ ਆ। ਐਂਡ ਕਿਸੇ ਦੀ ਵੀ ਡਰਾਈਵਿੰਗ ਸਕਿੱਲਸ ਦਾ ਲਰਨਿੰਗ ਐਬਿਲਿਟੀ ਜੋ ਵੀ ਆ, ਆਪਾਂ ਉਹਨੂੰ ਜੱਜ ਨਹੀਂ ਕਰ ਸਕਦੇ ਉਹਦੀ ਏਜ ਤੋਂ। ਮੇਰੀ 22 ਇਅਰਸ ਏਜ ਆ, ਮੇਰੇ ਫਾਦਰ ਸਾਹਿਬ ਦੀ ਸਕੂਲ ਟਰਾਂਸਪੋਰਟੇਸ਼ਨ ਆ, ਅਸੀਂ ਸਾਰਾ ਕੁਝ ਆਪਾਂ ਆਪਣੀ ਗੱਡੀ ਸਿੱਖੀ ਆ, ਅਸੀਂ ਇੱਥੇ ਆ ਕੇ ਵਧੀਆ ਚਲਾ ਰਹੇ ਆ। ਮੇਰਾ ਇੱਕ ਵੀ ਕੋਈ ਫਾਲਟ ਤੇ ਐਕਸੀਡੈਂਟ ਨਹੀਂ ਹੈਗਾ, ਰਾਈਟ। ਮੇਰਾ ਕੋਈ ਵੀ ਫਾਲਟ ਤੇ ਐਕਸੀਡੈਂਟ ਨਹੀਂ ਹੈਗਾ, ਮੈਨੂੰ ਕਦੀ ਓਵਰ ਸਪੀਡਿੰਗ ਦੀ ਟਿਕਟ ਨਹੀਂ ਮਿਲੀ, ਮੈਨੂੰ ਕੋਈ ਵੀ ਮੇਰੇ ਤੇ ਕੋਈ ਚਾਰਜ ਨਹੀਂ ਹੈਗੇ ਇਦਾਂ ਦੇ, ਰਾਈਟ। ਨਾ ਮੇਰੀ ਕਸਟਮ ਨੰਬਰ ਪਲੇਟ ਆ, ਜੇ ਕਸਟਮ ਪਲੇਟ ਅਸੀਂ ਰੱਖਦੇ ਵੀ ਆ ਤਾਂ ਉਹ ਸਾਡੀ ਚੋਇਸ ਹੈ, ਅਸੀਂ ਆਪਣਾ ਨਾਮ ਲਿਖਾਉਣਾ ਚਾਹੁੰਦੇ, ਅਸੀਂ ਕੁਝ ਵੀ ਇੱਥੇ ਲੀਗਲ ਹੈ, ਅਸੀਂ ਤਾਂ ਕਰਕੇ ਕਰਦੇ ਆ। ਅੱਜ ਦੇ ਟਾਈਮ ਤੇ ਜੇ ਗੱਲ ਕਰੀਏ
ਤਾਂ ਪੜ੍ਹਿਆ ਲਿਖਿਆ ਵੀ ਇੱਕ ਮਾਨਸਾ ਜ਼ਿਲ੍ਹੇ ਦੀ ਮੈਂ ਖਬਰ ਦੇਖੀ ਥੋੜੇ ਦਿਨ ਹੋ ਗਏ, ਇੱਕ PhD ਇਨਸਾਨ ਟੈਟ ਪਾਸ 3 ਟਾਈਮ ਟੈਟ ਪਾਸ ਇੱਟਾਂ ਬਣਾ ਰਿਹਾ ਭੱਠੇ ਤੇ। ਠੀਕ ਹੈ ਜੀ। ਤੇ ਅਸੀਂ 12ਵੀਂ ਕਰਕੇ ਇੱਥੇ ਇੱਕ ਦਿਨ ਦਾ ਲਗਭਗ ਜੇ ਇੰਡੀਆ ਦੇ ਹਿਸਾਬ ਨਾਲ ਲਾਈਏ 10 ਤੋਂ 12,000 ਰੁਪਇਆ ਕਮਾ ਰਹੇ ਹਾਂ। ਫਸਟਲੀ ਇਹ। ਸੈਕਿੰਡ ਥਿੰਗ, ਜੇ ਅਸੀਂ ਚਲੇ ਜਾਂਦੇ ਆ ਵਾਪਸ, ਕੰਮ ਵੀ ਚਾਹੇ ਸਾਨੂੰ ਨਾ ਮਿਲੇ, ਅਸੀਂ ਕੁਛ ਨਾ ਕੁਛ ਕਰ ਲਾਂਗੇ। ਸਾਡੀਆਂ ਸਰਕਾਰਾਂ ਸਾਡੇ ਲਈ ਕੀ ਕਰ ਰਹੀਆਂ? ਕਰੋਨਾ ਆਇਆ, ਕਰੋਨਾ ਦੇ ਵਿੱਚ ਸ਼ੋਅ ਹੋ ਰਿਹਾ ਹੈ ਵੀ ਅਸੀਂ ਪਰ ਪਰਸਨ 2000 ਜਾਂ 4000 ਜਾਂ ਕੁਝ ਵੀ ਦਿੱਤਾ ਹੈ। ਇੱਕ ਵਾਰੀ ਤੁਹਾਡੇ ਕੋਲ ਇਹ ਇੱਕ ਸ਼ਾਰਟਸ ਹੈ, ਤੁਸੀਂ ਇਹ ਪੁੱਛ ਸਕਦੇ ਹੋ ਉੱਥੋਂ ਦੇ ਲੋਕਾਂ ਨੂੰ ਵੀ ਕਿਸੇ ਨੂੰ 600 ਰੁਪਏ ਤੋਂ ਵੱਧ ਕੁਝ ਮਿਲਿਆ? ਕੀ ਅੱਜ ਦੇ ਟਾਈਮ ਤੇ ਉੱਥੇ 600 ਰੁਪਏ ਦੇ ਵਿੱਚ ਕੁਝ ਹੋ ਸਕਦਾ? ਦੂਸਰੀ ਗੱਲ, ਸਾਡੀ ਜਿਹੜੀ ਇੱਥੇ ਜਿਹੜੀ ਅੱਜ ਦੇ ਟਾਈਮ ਤੇ ਸ਼ੁਰੂ ਹੋਈ ਹੈ ਹਲੇ ਬੈਡ ਪੋਲਿਟਿਕਸ ਔਨ ਇੰਟਰਨੈਸ਼ਨਲ ਸਟੂਡੈਂਟਸ, ਇਹ ਸਾਰੇ ਨਹੀਂ ਮਾੜੇ, ਮੈਂ ਕਦੇ ਵੀ ਨਹੀਂ ਕਹਿੰਦਾ, ਕਿਉਂਕਿ ਮੈਂ ਉਹਨਾਂ ਬੰਦਿਆਂ ਨੂੰ ਵੀ ਜਾਣਦਾ ਜਿਹੜੇ ਗੁਰੂ ਘਰ ਦੇ ਵਿੱਚ ਗਿਆਨ ਤੋਂ ਸਾਨੂੰ ਸਾਈਡ ਤੇ ਲਿਜਾ ਕੇ, ਜੇ ਅਸੀਂ ਕੁਝ ਗਲਤ ਕਰ ਰਹੇ ਹਾਂ ਸਾਨੂੰ ਉਹ ਸਾਈਡ ਤੇ ਲਿਜਾ ਕੇ ਸਮਝਾ ਦਿੰਦੇ ਆ ਵੀ ਬੇਟਾ ਤੁਸੀਂ ਇੱਥੇ ਗਲਤ ਹੋ, ਯੂ ਆਰ ਨਾਟ ਸਪੋਜ਼ਡ ਟੂ ਡੂ ਦਿਸ। ਤੇ ਕੁਝ ਕਹੇ ਜਿਹੇ ਵੀ ਨੇ। ਹੁਣ ਮੈਂ ਇਹੀ ਗੱਲ ਕੰਪੇਅਰ ਕਰੂੰਗਾ ਪੰਜਾਬ ਦੇ ਵਿੱਚ, ਜੇ ਉੱਥੇ ਇਹ ਜੀ ਗੱਲ ਮੰਨ ਲਓ ਮੈਂ ਗੁਰੂ ਘਰ ਦੇ ਵਿੱਚ ਚਲਿਆ ਗਿਆ ਜਾਂ ਕਿਤੇ ਵੀ, ਮੈਂ ਕਿਸੇ ਧਾਰਮਿਕ ਸੰਸਥਾ ਨੂੰ ਨਹੀਂ ਵਿੱਚ ਲੈ ਰਿਹਾ, ਮੈਂ ਕਿਤੇ ਵੀ ਚਲਿਆ ਗਿਆ, ਜੇ ਤੁਸੀਂ ਪੁਆਇੰਟ ਆਊਟ ਕਰ ਰਹੇ ਹੋ ਸਾਨੂੰ ਫਰੀडम ਆਫ ਸਪੀਚ, ਜਿਵੇਂ ਆਯੁਸ਼ ਨੇ ਕਿਹਾ ਫਰੀडम ਆਫ ਸਪੀਚ, ਉੱਥੇ ਜੇ ਤੁਸੀਂ ਕਿਸੇ ਗਲਤ ਕੰਮ ਹੋ ਰਿਹਾ ਹੈ ਤੁਸੀਂ ਉਹਨੂੰ ਕਹਤਾ ਜੀ ਨਹੀਂ ਜੀ ਇਹ ਗਲਤ ਹੈ, ਤੁਹਾਡੀਆਂ ਲੱਤਾਂ ਬਾਹਾਂ ਤੋੜ ਦੇਣਗੇ, ਟਾਂਗਾਂ ਖੜਕ ਜਾਂਦੀਆਂ। ਕਿ ਤੁਸੀਂ ਉੱਥੇ ਤੁਸੀਂ ਬੋਲ ਸਕਦੇ ਹੋ? ਅੱਜ ਇੱਕ ਗੱਲ ਜਮਾਂ ਸੱਚੀ ਹੈ ਜਿਹੜੀ ਅੱਜ ਦੇ ਟਾਈਮ ਤੇ ਉਸ ਜਗ੍ਹਾ ਤੇ ਜਿਹੜਾ ਹਰੇਕ ਦੇਸ਼ ਦਾ ਇੱਕ ਪਿਲਰ ਹੁੰਦਾ ਹੈ ਮੀਡੀਆ, ਜਿਹੜਾ ਤੁਸੀਂ ਵੀ ਇੱਕ ਪਾਰਟਿਸਿਪੇਸ਼ਨ ਕੈਨੇਡਾ ਦੇ ਵਿੱਚ ਕਿਤੇ ਨਾ ਕਿਤੇ ਇੱਕ ਜਗ੍ਹਾ ਤੇ ਕਰਦੇ ਹੋ, ਤੁਸੀਂ ਹਰੇਕ ਚੀਜ਼ ਖੁੱਲ ਕੇ ਗੱਲ ਕਰ ਸਕਦੇ ਹੋ। ਸਾਡਾ ਤਾਂ ਉੱਥੇ ਮੀਡੀਆ ਤੱਕ ਬਕਾਊ ਹੋ ਗਿਆ, ਜਿਹੜਾ ਦੋ ਪਾਰਟਸ ਡਿਵਾਈਡ ਹੋਇਆ। ਮੀਡੀਆ ਵੀ ਉੱਥੇ ਦੋ ਪਾਰਟਸ ਡਿਵਾਈਡ ਹੋਇਆ, ਇੱਕ ਪਾਰਟੀ ਨੂੰ ਸਪੋਰਟ ਕਰ ਰਿਹਾ, ਇੱਕ ਦੂਜੀ ਪਾਰਟੀ ਨੂੰ। ਸੇਮ ਇਨ ਕੈਨੇਡਾ, ਦੋ ਪਾਰਟਸ ਡਿਵਾਈਡ, ਇੱਕ ਸਟੂਡੈਂਟਸ ਦਾ ਪੱਖ ਰੱਖ ਕੇ ਸਾਡਾ ਵਧੀਆ ਚੀਜ਼ਾਂ ਰੱਖ ਕੇ ਲੋਕਾਂ ਨੂੰ ਦੱਸ ਰਹੇ ਨੇ ਵੀ ਹਾਂ ਅਸੀਂ ਕੀ ਆ, ਅਸੀਂ ਓਰੀਜਨਲੀ ਕੀ ਆ, ਤੇ ਦੂਜੇ ਇੱਕ ਗਰਾਜ ਸਟੂਡੀਓ ਲਾ ਕੇ ਇੱਕ ਛੋਟਾ ਜਿਹਾ ਕਮਰਾ ਲਾ ਕੇ ਤੁਸੀਂ 50 ਵਿਊ ਨਹੀਂ ਹੁੰਦੇ ਤੇ ਤੁਸੀਂ ਕਹਿ ਰਹੇ ਹੋ ਪੱਗ ਨੂੰ ਲੀਡ ਕਹਿ ਰਹੇ ਹੋ। ਪੱਗ ਭਾਵੇਂ ਸਬਜ਼ੀ ਵੇਚਣ ਵਾਲੇ ਦੀ ਹੋਵੇ, ਭਾਵੇਂ ਮਜ਼ਦੂਰ ਦੀ ਹੋਵੇ, ਭਾਵੇਂ ਪ੍ਰਧਾਨ ਮੰਤਰੀ ਦੀ ਹੋਵੇ, ਭਾਵੇਂ ਸਾਡੇ ਯਾਰਾਂ ਦੀ ਹੋਵੇ, ਭਾਵੇਂ ਸਟੂਡੈਂਟ ਭਰਾਵਾਂ ਦੀ ਹੋਵੇ, ਤੇ ਕਿਸੇ ਦੀ ਵੀ ਹੋਵੇ, ਭਾਵੇਂ ਸਿਟੀਜ਼ਨ ਦੀ ਵੀ ਹੋਵੇ, ਪੱਗ ਨੂੰ ਆਲਵੇਜ਼ ਰਿਸਪੈਕਟ ਦੇਣੀ ਚਾਹੀਦੀ ਹੈ। ਜਿੰਨੇ ਲੀਡ ਕਿਹਾ ਵਾ ਉਹਨੂੰ ਇਹਦਾ ਰਿਜ਼ਲਟ ਦੇਖਣਾ ਪਊਗਾ, ਰਾਈਟ। ਐਂਡ ਸੈਕੰਡ ਥਿੰਗ, ਕਿ ਲਾਸ਼ਾਂ ਭੇਜਣ ਵਾਲੀ ਗੱਲ ਕਰ ਰਹੇ ਹੋ ਤੇ ਲਾਸ਼ਾਂ ਤੁਸੀਂ ਨਹੀਂ ਭੇਜ ਰਹੇ, ਆਪਾਂ ਨਾ ਫੰਡ ਰੇਜ਼ ਕਰ ਰਹੇ ਹਾਂ, ਠੀਕ ਆ। ਉੱਥੇ ਐਲੀ ਬਾਈ ਆਇਆ ਸੀ, ਐਲੀ ਬਾਈ ਨੇ ਇਹ ਗੱਲ ਕਹੀ ਆ ਵੀ ਹਾਂ ਜੋ ਵੀ ਹੈਲਪ ਦੀ ਲੋੜ ਆ ਉਹ ਤੁਸੀਂ ਮੈਨੂੰ ਦੱਸੋ, ਉਹ ਆਪਣੇ ਪਰਸਨਲੀ ਤੌਰ ਤੇ ਕਰਨਗੇ। ਸਿੱਧੂ ਮੂਸੇਵਾਲਾ ਸਟੂਡੈਂਟ ਸੀ, ਅੱਜ ਦੇ ਟਾਈਮ 'ਚ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਵਰਲਡ ਲੈਵਲ ਤੇ, ਰਾਈਟ। ਐਲੀ ਮੰਗੜ ਸਟੂਡੈਂਟ ਸੀ, ਹਰ ਕੋਈ ਨਾ ਕੋਈ ਟਾਈਮ ਤੇ ਇੱਕ ਸਟੂਡੈਂਟ ਸੀ ਜਾਂ ਸਟਰਗਲਰ ਸੀ, ਹਰ ਕੋਈ ਸੀ ਜਿਹੜੇ ਅੱਜ ਦੇ ਟਾਈਮ 'ਚ ਵੋਟੀਆਂ ਦੇ ਸਿਰ ਤੇ ਆ ਕੇ ਪੱਕੇ ਹੋਏ ਨੇ, ਜਿਨ੍ਹਾਂ ਤੋਂ 5 ਬੈਂਡ ਵੀ ਨਹੀਂ ਲਏ ਗਏ, ਰਿਫਿਊਜੀ ਕੇਸ ਪਾ ਕੇ ਝੂਠ ਬੋਲ ਕੇ ਇੱਥੇ PR ਹੋਏ ਆ, ਉਹ ਸਾਨੂੰ ਮਾੜਾ ਕਹਿ ਰਹੇ ਆ। ਅਸੀਂ ਅਚੀਵ ਕੀਤੇ, ਬੈਂਡ ਲਏ, ਫੇਰ ਇੱਥੇ ਆਏ 20-25 ਲੱਖ ਲਾਇਆ, ਅਸੀਂ ਇੱਥੇ ਆ ਕੇ ਪੜ੍ਹਾਈਆਂ ਕੀਤੀਆਂ। ਗੋਰੇ ਤਾਂ ਨਹੀਂ ਨਾ ਵਿਕਾਊ, ਗੋਰਿਆਂ ਨੇ ਸਾਨੂੰ ਨੰਬਰ ਦਿੱਤੇ, ਸਾਨੂੰ ਗ੍ਰੇਡਸ ਦਿੱਤੇ, ਸਾਨੂੰ ਪਾਸ ਕੀਤਾ, ਸਾਨੂੰ ਡਿਗਰੀਆਂ ਮਿਲੀਆਂ, ਤਾਂ ਅਸੀਂ ਇੱਥੇ PR ਲੈ ਰਹੇ ਹਾਂ। ਦੈਟਸ ਵਾਈ ਵੀ ਆਰ ਸਟੂਡੈਂਟ। ਤੇ ਜੇ ਤੁਸੀਂ ਕਹਿੰਦੇ ਹੋ ਅਸੀਂ ਵਾਪਸ ਆ ਜਾਈਏ, ਸਾਨੂੰ ਸਾਡੀਆਂ ਸਰਕਾਰਾਂ ਟਰੂਡੋ ਸਰਕਾਰ ਦੇ ਨਾਲ ਦੀਆਂ ਹੋਣੀਆਂ ਚਾਹੀਦੀਆਂ, ਅਸੀਂ ਡੈਫੀਨੇਟਲੀ ਵਾਪਸ ਆਵਾਂਗੇ। ਸਾਨੂੰ ਕੋਈ ਸ਼ੌਂਕ ਨਹੀਂ ਆ ਵੀ ਇੱਥੇ ਕੰਮ ਕਰਕੇ ਆਪਣੀ ਬੇਸ ਦੀ। ਐਂਡ ਲਾਸਟ ਚੀਜ਼, ਮੈਂ ਆਪਣੇ ਸਾਰੇ ਸਟੂਡੈਂਟਸ ਕਮਿਊਨਿਟੀ ਨੂੰ ਇੱਕ ਗੱਲ ਕਹਿਣੀ ਚਾਹੂੰਗਾ ਕਿ ਪਲੀਜ਼ ਸਾਰੇ ਜਣੇ ਇੱਕ ਹੋ ਜਾਓ, ਹਲੇ ਵੀ ਟਾਈਮ ਆ। ਇਹ ਆਪਾਂ ਕਮਿਊਨਿਟੀ ਨਾਲ ਆਪਣੇ ਨਾਲ ਰਲ ਕੇ ਸਾਰੇ ਆਪਾਂ ਇੱਕ ਸਟੂਡੈਂਟ ਕਮਿਊਨਿਟੀ ਬਣਾਉਂਦੇ ਆ, ਇੱਕ ਕੋਈ ਗਰੁੱਪ ਬਣਾਉਂਦੇ ਆ, ਆਰਗੇਨਾਈਜੇਸ਼ਨ ਬਣਾਉਂਦੇ ਆ। ਅਸੀਂ ਬੈਠ ਕੇ ਇੱਥੋਂ ਦੇ ਸਿਟੀਜ਼ਨਸ ਜਾਂ ਜੋ ਵੀ ਆ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰੀਏ, ਉਹਨਾਂ ਨੂੰ ਆਪਣਾ ਪੱਖ ਦਸੀਏ, ਉਹ ਸਾਨੂੰ ਆਪਣਾ ਪੱਖ ਦੱਸਣ, ਸੋ ਆਪਾਂ ਆਪਣੀ ਇਮੇਜ ਨੂੰ ਸੁਧਾਰ ਸਕੀਏ ਕਿ ਅੱਗੇ ਆਉਣ ਵਾਲੇ ਕਿਸੇ ਵੀ ਨਿਊ ਕਮਰ ਨੂੰ ਸਾਡੇ ਕਰਕੇ ਕੁਛ ਗਲਤ ਟ੍ਰੀਟਮੈਂਟ ਨਾ ਮਿਲੇ, ਰਾਈਟ। ਐਂਡ ਦਿਸ ਇਜ਼ ਦਾ ਓਨਲੀ ਵੇ ਵੀ ਆਪਾਂ ਆਪਣੀ ਇਮੇਜ ਸੁਧਾਰ ਸਕਦੇ ਹਾਂ। ਸੋ ਮੈਂ ਇੱਕ ਇੱਥੋਂ ਦੇ ਸਿਟੀਜ਼ਨ ਤੇ PR ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਜੇ ਸਾਡੇ ਕੋਲ ਕੋਈ ਗਲਤੀ ਹੁੰਦੀ ਆ, ਇਫ ਵੀ ਆਰ ਡੂਇੰਗ ਸਮਥਿੰਗ ਰੋਂਗ, ਜਸਟ ਗਾਈਡ ਅਸ। ਵੀ ਆਪਾਂ ਤੁਹਾਡੇ ਬੱਚਿਆਂ ਵਰਗੇ ਆ, ਅਸੀਂ ਕੋਈ ਅਲੱਗ ਪਲੈਨਟ ਤੋਂ ਨਹੀਂ ਆਏ, ਅਸੀਂ ਅਲੱਗ ਦੇਸ਼ ਤੋਂ ਨਹੀਂ ਆਏ, ਤੇ ਨਾ ਅਸੀਂ ਆਤੰਕਵਾਦੀ ਆ, ਆਪਾਂ ਸਟੂਡੈਂਟ ਆ, ਤੁਹਾਡੇ ਬੱਚਿਆਂ ਵਰਗੇ ਆ, ਠੀਕ ਹੈ ਜੀ। ਤੇ ਤੁਸੀਂ ਸਾਨੂੰ ਗਾਈਡ ਕਰੋ। ਅਸੀਂ ਜੇ ਸਾਡੇ ਕੋਲ ਨਵੇਂ ਆਏ ਤਾਂ ਕੋਈ ਭੁੱਲ ਚੁੱਕ ਹੋ ਜਾਂਦੀ ਹੈ, ਤੁਸੀਂ ਸਾਡੇ ਨਾਲ ਬੈਠੋ, ਗੱਲਬਾਤ ਕਰੋ,
ਸਾਡੇ ਲੀਡਰਸ ਨੂੰ, ਕੋਈ ਸਟੂਡੈਂਟ ਕਮਿਊਨਿਟੀ ਦੇ ਲੀਡਰ ਨੂੰ ਗਾਂਹ ਹੋ ਕੇ ਦੱਸੋ ਵੀ ਤੁਸੀਂ ਇਹ ਤੁਹਾਡੇ ਬੱਚੇ ਇਦਾਂ ਕਰਦੇ ਆ, ਜੇ ਉਹ ਆਪਾਂ ਗਲਤੀ ਨੂੰ ਸੁਧਾਰ ਸਕੀਏ। ਜੇ ਆਪਾਂ ਗਲਤ ਹੀ ਨਹੀਂ, ਕੋਈ ਪੀਆਰ ਬੰਦਾ ਗੱਡੀ ਲੈ ਕੇ ਐਕਸੀਡੈਂਟ ਕਰਦੇ, ਓਵਰ ਸਪੀਡਿੰਗ ਕਰਦੇ, ਈਵਟੀਜ਼ਿੰਗ ਕਰਦੇ, ਤੇ ਉਹਦੇ ਤੁਸੀਂ ਸਾਰੀ ਕਮਿਊਨਿਟੀ ਨੂੰ ਬਲੇਮ ਕਰ ਰਹੇ ਹੋ, ਤਾਂ ਫਿਰ ਤਾਂ ਬੱਚੇ ਤੁਹਾਡੇ ਵੀ ਪੰਜਾਬੀ ਨੇ। ਬੱਚੇ ਤੁਸੀਂ ਹੈਗੇ ਤਾਂ ਤੁਸੀਂ ਵੀ ਪੰਜਾਬੀ ਹੋ, ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਵੀ ਸਾਰੇ ਪੰਜਾਬੀ ਮਾੜੇ ਨੇ? ਜਿਹਨੂੰ ਵੀ ਕੋਈ ਨਿਊ ਕਮਰ ਨੂੰ ਜਾਂ ਇੱਥੋਂ ਦੇ ਸਟੂਡੈਂਟ ਨੂੰ, ਇੰਟਰਨੈਸ਼ਨਲ ਸਟੂਡੈਂਟ ਨੂੰ, ਕਿਸੇ ਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਆ, ਕੋਈ ਲੋੜ ਆ, ਕੰਮ ਨਹੀਂ ਮਿਲਦਾ ਜਾਂ ਕੁਝ ਵੀ, ਉਹਨੂੰ ਹੈਲਪ ਦੀ ਲੋੜ ਚਾਹੀਦੀ ਆ, ਸਾਡੇ ਕੋਲ ਜੋ ਬਣ ਸਕਦਾ ਹੋਊਗਾ ਅਸੀਂ ਕਰਾਂਗੇ। ਮੈਂ, ਮੇਰਾ ਭਰਾ ਪ੍ਰਭਜੋਤ ਸਿੰਘ ਤੇ ਮਨਜੀਤ ਸਿੰਘ ਤੇ ਮੇਰਾ ਸਾਰਾ ਗਰੁੱਪ ਤੁਹਾਡੇ ਨਾਲ ਆ, ਠੀਕ ਹੈ ਜੀ। ਤੁਸੀਂ ਸਾਨੂੰ ਐਨੀ ਟਾਈਮ ਕੰਟੈਕਟ ਕਰੋ, ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ, ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਸਮੱਸਿਆ ਆਉਂਦੀ ਆ, ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਨਾਮ ਆਯੂਸ਼ ਹੈ, ਠੀਕ ਹੈ, ਤੇ ਤੁਸੀਂ ਜਦੋਂ ਮਰਜ਼ੀ ਸਾਨੂੰ ਕੰਟੈਕਟ ਕਰੋ, ਵੀ ਵਿਲ ਡੈਫੀਨੇਟਲੀ ਹੈਲਪ ਯੂ। ਤੇ ਸਾਨੂੰ ਵੀ ਆਪਣਾ ਭਰਾ ਸਮਝੋ, ਸਾਨੂੰ ਵੀ ਆਪਣੇ ਪੁੱਤਰਾਂ ਵਾਂਗੂ ਸਮਝੋ, ਸਾਨੂੰ ਵੀ ਆਪਣੇ ਬੱਚੇ ਸਮਝੋ। ਇੰਟਰਨੈਸ਼ਨਲ ਸਟੂਡੈਂਟ ਅੱਡ ਨਹੀਂ ਆ, ਉਹ ਤੁਹਾਡੇ ਬੱਚੇ ਵਰਗੇ ਹੀ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਜਿਹਦਾ ਮਕਸਦ ਕਿਸੇ ਨੂੰ ਵੀ ਨੀਵਾਂ ਦਿਖਾਉਣਾ ਨਹੀਂ ਸੀ, ਜਾਂ ਤਾਂ ਕਿਸੇ ਨੂੰ ਕੋਈ ਅਪ ਸ਼ੋ ਕਰਨਾ ਸੀ, ਕੋਈ ਹਾਈ ਸ਼ੋ ਕਰਨਾ ਸੀ। ਸਾਡੀ ਕੋਸ਼ਿਸ਼ ਇਹ ਸੀ ਕਿ ਇੱਕ ਪੱਖ ਨੂੰ ਅਸੀਂ ਰੱਖੀਏ, ਜੋ ਪੱਖ ਹੈਗਾ ਉਹਦੇ ਬਾਰੇ ਵਿੱਚ ਸਭ ਨੂੰ ਜਾਣਕਾਰੀ ਦਈਏ। ਸੋ ਜੇਕਰ ਤੁਹਾਡੇ ਨਾਲ ਕੋਈ ਅਜਿਹੀ ਘਟਨਾ ਹੋਈ ਹੈ, ਤੁਸੀਂ ਐਸ ਐਨ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਏ ਹੋ, ਜਾਂ ਤੁਸੀਂ ਸਿਟੀਜ਼ਨ ਹੋ, ਜਾਂ ਤੁਸੀਂ ਪੀਆਰ ਹੋ, ਤੁਸੀਂ ਜਿਸ ਵੀ ਇਸ ਵਕਤ ਸਟੇਟਸ ਤੇ ਹੈਗੇ ਹੋ, ਸਾਡੇ ਨਾਲ ਸੰਪਰਕ ਸਾਧਣਾ ਚਾਹੁੰਦੇ ਹੋ, ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਤਾਂ ਮੋਸਟ ਵੈਲਕਮ ਹੈ। ਤੁਸੀਂ ਹਮਦਰਦ ਮੀਡੀਆ ਦੇ ਫੇਸਬੁੱਕ ਪੇਜ ਤੇ, YouTube ਪੇਜ ਤੇ ਕਿਤੇ ਵੀ ਕਮੈਂਟ ਕਰ ਸਕਦੇ ਹੋ ਜਾਂ ਸਾਨੂੰ ਮੈਸੇਜ ਕਰ ਸਕਦੇ ਹੋ। ਅਸੀਂ ਹਾਜ਼ਰ ਹੋਵਾਂਗੇ ਜੀ ਤੁਹਾਡੇ ਵਿਚਾਰ ਜਾਣਨ ਲਈ। ਫਿਲਹਾਲ ਦਿਓ ਇਜਾਜ਼ਤ। ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਮਨਦੀਪ ਪੁਨੀਆ ਨਾਲ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।